ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਸਟ ਟਵਿੱਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ NMMS ਸਕਾਲਰਸ਼ਿਪ ਦੇ ਐਗਜ਼ਾਮ ਦੇ ਬਾਰੇ, ਜਿਸ ਦਾ ਐਗਜ਼ਾਮ 19 ਫਰਵਰੀ ਨੂੰ ਹੋਣ ਜਾ ਰਿਹਾ ਹੈ ਔਰ ਕਲਾਸ 8 ਦੇ ਸਟੂਡੈਂਟ ਜਿਹੜੇ ਨੇ ਉਹ ਇਸ ਐਗਜ਼ਾਮ ਨੂੰ ਦੇਣ ਜਾ ਰਹੇ ਨੇ। ਤੇ ਅੱਜ ਇਸ ਐਗਜ਼ਾਮ ਦਾ ਅਸੀਂ ਇੱਕ ਇੰਪੋਰਟੈਂਟ ਸੈਂਪਲ ਪੇਪਰ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਔਰ ਇਸ ਸੈਂਪਲ ਪੇਪਰ ਨੂੰ ਮੈਂ ਤੁਹਾਨੂੰ ਚੰਗੀ ਤਰ੍ਹਾਂ ਸੋਲਵ ਕਰਕੇ ਦਿਖਾਵਾਂਗਾ। ਇਸ ਦੇ ਨਾਲ ਦੇ ਹੀ ਮਿਲਦੇ ਜੁਲਦੇ ਕੁਐਸਚਨ ਜਿਹੜੇ ਨੇ ਉਹ ਤੁਹਾਡੇ 19 ਫਰਵਰੀ ਨੂੰ ਜਿਹੜਾ ਪੇਪਰ ਹੋਏਗਾ ਉਸ ਦੇ ਵਿੱਚ ਆਉਣਗੇ। ਤੁਸੀਂ ਇਸ ਸੈਂਪਲ ਪੇਪਰ ਨੂੰ ਚੰਗੀ ਤਰ੍ਹਾਂ ਦੇਖ ਲਿਓ। ਇਸ ਸੈਂਪਲ ਪੇਪਰ ਦੇ ਰਿਲੇਟਡ 12 ਤਰੀਕ ਨੂੰ ਸੰਡੇ ਨੂੰ 11:30 ਵਜੇ ਮੈਂ ਲਾਈਵ ਵੀ ਹੋਣ ਜਾ ਰਿਹਾ। ਤੁਸੀਂ ਮੇਰਾ ਲਾਈਵ ਸੈਸ਼ਨ ਵੀ ਅਟੈਂਡ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੈਂ 1 ਮਿੰਟ ਦੇ ਵਿੱਚ ਤੁਹਾਨੂੰ ਇਸ ਦੀ ਬੇਸਿਕ ਜਿਹੜੀ ਆ ਜਾਣਕਾਰੀ ਦੇ ਦਿੰਦਾ। ਪੂਰਾ ਨਾਮ ਇਸ ਦਾ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਹੁੰਦਾ। ਛੋਟਾ ਨਾਮ ਇਸ ਦਾ NMMS ਹੁੰਦਾ। ਸਟੇਟ ਲੈਵਲ ਤੇ ਤੁਹਾਡਾ ਟੈਸਟ ਹੁੰਦਾ। ਇਹ ਪੈਨ ਐਂਡ ਪੇਪਰ ਬੇਸਡ ਹੁੰਦਾ। 3 ਘੰਟੇ ਦਾ ਟਾਈਮ ਹੁੰਦਾ। 180 ਨੰਬਰ ਦਾ ਜਿਹੜਾ ਇਹ ਪੇਪਰ ਤੁਹਾਡਾ ਹੁੰਦਾ, ਯਾਨੀ 90 ਸੈਟ ਐਂਡ 90 ਹੀ ਮੈਟ ਦਾ। 40% ਨੰਬਰ ਵਾਲਾ ਇਹਦੇ ਵਿੱਚ ਪਾਸ ਹੁੰਦਾ। SC ਦੇ ਲਈ 32%। ਇਹ ਸਕਾਲਰਸ਼ਿਪ ਜਿਹੜੀ ਆ 8th ਕਲਾਸ ਦੇ ਵਿੱਚ ਜਿਹੜੇ ਪੜ੍ਹ ਰਹੇ ਸਟੂਡੈਂਟ ਨੇ ਉਹ ਹੀ ਇਹਦੇ ਵਿੱਚ ਐਲੀਜੀਬਲ ਹੋ ਸਕਦੇ ਆ। 55% ਜਿਹੜਾ ਇਹਨਾਂ ਦਾ 7 ਦੇ ਵਿੱਚੋਂ ਵੀ ਹੋਣਾ ਜ਼ਰੂਰੀ ਆ ਐਂਡ ਜਿਹੜੇ ਰਿਜ਼ਰਵਡ ਕੈਟਾਗਰੀ ਨੇ ਉਹਨਾਂ ਦੇ ਲਈ 50% ਜਿਹੜੇ ਨੇ ਉਹ 7th ਕਲਾਸ ਦੇ ਵਿੱਚੋਂ ਚਾਹੀਦੇ ਨੇ। ਲਾਸਟ ਕੰਡੀਸ਼ਨ ਕੀ ਆ ਤੁਹਾਡੀ, ਜਿਹੜੀ ਪੇਰੈਂਟਲ ਇਨਕਮ ਫੈਮਿਲੀ ਇਨਕਮ ਜਿਹੜੀ ਆ ਉਹ 1.5 ਲੱਖ ਤੋਂ ਘੱਟ ਹੋਣੀ ਚਾਹੀਦੀ ਆ ਪਰ ਈਅਰ ਦੀ 1 ਸਾਲ। ਚਲੋ ਜੀ ਫਿਰ ਸਟਾਰਟ ਕਰਦੇ ਆ ਅੱਜ ਦਾ ਸਕਾਲਰਸ਼ਿਪ ਐਗਜ਼ਾਮ NMMS। ਦੇਖੋ ਤੁਹਾਨੂੰ ਪਤਾ ਹੀ ਹੈ, ਜਿਵੇਂ ਸਭ ਤੋਂ ਪਹਿਲਾਂ ਤੁਹਾਨੂੰ ਪੇਪਰ ਹੋਏਗਾ ਮੈਂਟਲ ਅਬਿਲਿਟੀ ਦਾ, ਮਾਨਸਿਕ ਯੋਗਤਾ। ਇਸ ਦੇ ਵਿੱਚ ਤੁਹਾਡੇ ਕੋਲ ਇੱਕ ਸੀਰੀਜ਼ ਦਿੱਤੀ ਹੋਏਗੀ। ਤੁਸੀਂ ਉਸ ਦੇ ਵਿੱਚੋਂ ਇੱਕ ਜਿਹੜਾ ਮਿਸਿੰਗ ਨੰਬਰ ਹੈ ਉਹ ਤੁਸੀਂ ਫਾਈਂਡ ਆਊਟ ਕਰਨਾ ਹੈ। ਦੇਖੋ ਸਟੂਡੈਂਟ, ਇਹ ਕੁਐਸਚਨ ਜਿਹੜੇ ਨੇ ਬਹੁਤ ਈਜ਼ੀ ਵੀ ਹੁੰਦੇ ਆ ਤੇ ਥੋੜੇ ਜਿਹਾ ਟਫ ਵੀ ਹੁੰਦੇ ਆ। ਜੇ ਤੁਸੀਂ ਥੋੜਾ ਜਿਹਾ ਇਸ ਦੇ ਵਿੱਚ ਮਿਹਨਤ ਕਰੋਗੇ ਤਾਂ ਤੁਹਾਨੂੰ ਇਹ ਕੁਐਸਚਨ ਜਿਹੜੇ ਨੇ ਈਜ਼ੀ ਤਰੀਕੇ ਨਾਲ ਸਮਝ ਆ ਜਾਣਗੇ। ਜਿਵੇਂ ਮੈਂ ਤੁਹਾਨੂੰ ਇੱਥੇ ਕਰਨਾ ਸਿਖਾਉਣਾ। ਫਸਟ ਕੁਐਸਚਨ ਹੈ ਤੁਹਾਡੇ ਕੋਲ, ਦੇਖੋ ਇੱਥੇ 3 ਦਿੱਤਾ ਹੈ, ਉਸ ਤੋਂ ਬਾਅਦ 6 ਹੈ, ਫਿਰ 18 ਹੈ, 72 ਹੈ। ਇਹਦੇ ਵਿੱਚ ਅਸੀਂ ਮੇਨ ਦੇਖਣਾ ਕੀ ਹੁੰਦਾ, ਜਿਹੜਾ 3 ਐਂਡ 6 ਦੇ ਵਿੱਚ ਜਿਹੜਾ ਗੈਪ ਹੈ ਇਸ ਦੇ ਵਿੱਚ ਇੱਕ ਸੀਰੀਜ਼ ਚੱਲਦੀ ਹੁੰਦੀ ਆ ਜਿਹੜੀ ਕਿ ਤੁਸੀਂ ਲੱਭਣੀ ਹੁੰਦੀ ਆ। ਜਿਵੇਂ 3 ਤੋਂ 6 ਐਂਡ 6 ਤੋਂ 18 ਦੇ ਵਿੱਚ, ਫਿਰ 18 ਤੋਂ 70 ਦੇ ਵਿੱਚ ਐਸੀ ਕਿਹੜੀ ਸੀਰੀਜ਼ ਹੈ ਜਿਹੜੀ ਤੁਸੀਂ ਸੋਲਵ ਕਰਨੀ ਹੈ। ਸੋ ਦੇਖਦੇ ਆ ਇੱਥੇ। ਦੇਖੋ ਇਸ ਨੂੰ ਜੇ ਤੁਸੀਂ ਧਿਆਨ ਨਾਲ ਦੇਖੋਗੇ ਚੱਲ ਕੀ ਰਿਹਾ ਇਹਦੇ ਵਿੱਚ। 3 2 ਦਾ 6, ਦੇਖੋ 2 ਆ ਰਿਹਾ ਉੱਪਰ, ਫਿਰ 6 3 ਦਾ 18, ਉੱਪਰ 3 ਆ ਗਿਆ, 18 4 ਦਾ 72। ਹੁਣ ਅਸੀਂ ਲੱਭਿਆ ਕਿ ਦੇਖੋ ਇੱਥੇ ਜਿਹੜੀ ਉੱਪਰ ਸੀਰੀਜ਼ ਚੱਲ ਰਹੀ ਹੈ 2 3 4, ਇੱਕ ਨੰਬਰਾਂ ਦੀ ਇੱਕ ਸੀਰੀਜ਼ ਚੱਲ ਰਹੀ ਹੈ ਕੰਟੀਨਿਊਸਲੀ। ਹੁਣ ਯਾਨੀ ਇਸ ਤੋਂ ਨੰਬਰ ਜਿਹੜਾ ਅੱਗੇ ਆਏਗਾ ਉਹ ਆਏਗਾ 5। ਇਟ ਮੀਨਸ ਕੀ ਹੋਇਆ, 72 ਨੂੰ ਅਸੀਂ 5 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆਨਸਰ ਕੀ ਆਏਗਾ, ਆਪਸ਼ਨ ਨੰਬਰ 2 360। ਨੈਕਸਟ ਦੇਖਦੇ ਹਾਂ ਸੈਕਿੰਡ ਨੰਬਰ ਤੇ 3 4 8 17। ਇਹਦੇ ਵਿੱਚ ਅਸੀਂ ਡਿਜਿਟ ਫਾਈਂਡ ਕਰਨਾ ਹੈ। ਦੇਖੋ ਸਟੂਡੈਂਟ, ਇਹ ਨਾ ਹਰੇਕ ਕੁਐਸਚਨ ਦੇ ਵਿੱਚ ਇੱਕ ਅਲੱਗ-ਅਲੱਗ ਜਿਹੜਾ ਮੈਥਡ ਯੂਜ਼ ਕੀਤਾ ਹੋਇਆ। ਤੁਸੀਂ ਇਹ ਮੈਥਡ ਨੂੰ ਥੋੜੀ ਜਿਹੀ ਦੀ ਪ੍ਰੈਕਟਿਸ ਕਰ ਲਿਓ ਤਾਂ ਥੋੜਾ ਜਿਹਾ ਤੁਹਾਨੂੰ ਯਾਦ ਵੀ ਰੱਖਣਾ ਪਏਗਾ ਕਿ ਉਹ ਹਰੇਕ ਕੁਐਸਚਨ ਦੇ ਵਿੱਚ ਜਦ ਤੁਹਾਨੂੰ ਉੱਥੇ ਐਗਜ਼ਾਮ 'ਚ ਬੈਠੋਗੇ ਤੁਹਾਨੂੰ ਉਹ 3-4 ਜਿਹੜੇ ਮੈਥਡ ਆ ਯੂਜ਼ ਕਰਨੇ ਪੈਣਗੇ, ਫਿਰ ਤੁਹਾਡਾ ਕੁਐਸਚਨ ਜਿਹੜਾ ਇਹ ਸੋਲਵ ਹੋ ਜਾਣਾ। ਦੇਖੋ ਸੈਕਿੰਡ ਕੁਐਸਚਨ ਦੇ ਵਿੱਚ ਕੀ ਮੈਥਡ ਲੱਗਿਆ, ਇਸ ਨੂੰ ਸੋਲਵ ਕੀਤਾ ਜਾ ਰਿਹਾ 3 + 1 ਦਾ ਸਕੁਅਰ = 4। ਹੁਣ 3 + 1 ਦਾ ਸਕੁਅਰ ਮੀਨਸ ਕੀ ਹੋਇਆ, 3 + 1 ਦਾ ਸਕੁਅਰ 1 = 4। ਇਹ ਕੀ ਹੋ ਗਿਆ, ਦੇਖੋ ਇੱਥੇ 3 ਤੋਂ ਬਾਅਦ ਫਿਰ 4 ਆ ਰਿਹਾ ਹੈ ਔਰ ਕੀਤਾ ਕੀ ਵਿੱਚ ਇਹਦੇ ਵਿੱਚ 1 ਦਾ ਸਕੁਅਰ ਲਗਾਇਆ। ਨੈਕਸਟ ਅਸੀਂ ਦੇਖਦੇ ਹਾਂ 4 + 2 ਦਾ ਸਕੁਅਰ = ਹੁਣ 4 + 2 ਦਾ ਸਕੁਅਰ ਮੀਨਸ ਕੀ ਹੁੰਦਾ, 4 = 8। ਦੇਖੋ ਇੱਥੇ 8 ਆ ਗਿਆ ਨਾ, 4 ਤੋਂ ਬਾਅਦ ਕੀ ਆ ਰਿਹਾ 8, ਯਾਨੀ ਇੱਥੇ ਕੀ ਆ ਗਿਆ ਫਿਰ 2 ਦਾ ਸਕੁਅਰ। ਨੈਕਸਟ ਅਸੀਂ ਦੇਖਦੇ ਹਾਂ 8 ਡਿਜਿਟ ਹੈ, 8 + 3 ਦਾ ਸਕੁਅਰ। ਹੁਣ ਕੀ ਆਨਸਰ ਹੋਏਗਾ, 8 + 3 ਦਾ ਸਕੁਅਰ ਕਿੰਨਾ ਹੁੰਦਾ, 9 = 17। ਪਲੱਸ ਕਰਕੇ ਆਨਸਰ ਆ ਗਿਆ ਸਾਡੇ ਕੋਲ 17। ਦੇਖੋ 17 ਆ ਗਿਆ ਇੱਥੇ। ਇਹਦਾ ਮਤਲਬ ਕੀ ਹੋਇਆ, ਇੱਥੇ 3 ਦਾ ਸਕੁਅਰ ਲੱਗ ਗਿਆ। ਹੁਣ ਦੇਖੋ ਇੱਕ ਸੀਰੀਜ਼ ਚੱਲ ਰਹੀ ਹੈ 1 ਦਾ ਸਕੁਅਰ, 2 ਦਾ ਸਕੁਅਰ, 3 ਦਾ ਸਕੁਅਰ। ਇਹ ਡਿਜਿਟ ਜਿਹੜੇ ਨੇ ਐਜ਼ ਇਟ ਇਜ਼ ਨਾਲ ਰੱਖੇ ਜਾ ਰਹੇ ਨੇ ਤੇ ਇਹਨਾਂ ਵਿੱਚ ਇੱਕ ਪਲੱਸ ਪਾਇਆ ਜਾ ਰਿਹਾ। ਫਿਰ ਨੈਕਸਟ ਅਸੀਂ ਫਾਈਂਡ ਕਰਾਂਗੇ 17 ਦਾ 17 + 4 ਦਾ ਸਕੁਅਰ। ਹੁਣ 17 + 4 4 ਦਾ 16, ਪਲੱਸ ਕਰੋਗੇ ਕਿੰਨਾ ਆਨਸਰ ਆਏਗਾ 33। ਇਹਦਾ ਮਤਲਬ ਆਪਸ਼ਨ ਕੀ ਹੋ ਗਿਆ ਸਾਡੇ ਕੋਲ 4, ਆਨਸਰ ਹੋ ਗਿਆ ਇੱਥੇ 33। ਨੈਕਸਟ ਕੁਐਸਚਨ ਆ ਸਾਡੇ ਕੋਲ 14 19 1 1 6 1 2 5 1 3 6। ਹੁਣ ਇਸ ਨੂੰ ਕਰਨ ਦਾ ਤਰੀਕਾ ਕੀ ਆ, ਦੇਖੋ ਕਈ ਸਟੂਡੈਂਟ ਕੀ ਕਰਨਗੇ, ਇਹਦੇ ਵਿੱਚ ਦੇਖੋ ਪਲੱਸ ਕਰਨ ਲੱਗ ਜਾਂਦੇ ਨੇ। 14 ਐਂਡ 5, ਦੇਖੋ ਜੀ ਪਲੱਸ 5 ਆ ਗਿਆ, 5 ਪਲੱਸ ਕੀਤੇ ਤਾਂ 19 ਆਨਸਰ ਆ ਗਿਆ। ਹੁਣ 90 ਦੇ ਵਿੱਚ ਐਸਾ ਕੀ ਪਲੱਸ ਕਰ ਦਾਂਗੇ ਤਾਂ ਡਿਜਿਟ ਹੀ ਬਹੁਤ ਵੱਡਾ ਹੈ। ਫਿਰ ਅੱਗੇ 1 2 5, ਇਹ ਵੀ ਡਿਜਿਟ ਬਹੁਤ ਵੱਡਾ ਹੈ, ਠੀਕ ਹੈ ਨਾ। ਹੁਣ ਇਹਦੇ ਵਿੱਚ ਇੱਕ ਅਲੱਗ ਤੁਹਾਨੂੰ ਤਰੀਕਾ ਜਿਹੜਾ ਸੋਚਣਾ ਪਏਗਾ। ਹੁਣ ਉਹ ਤਰੀਕਾ ਕੀ ਹੈ, ਤੁਸੀਂ ਇਹ ਦੇਖੋ ਜਿਹੜਾ 4 ਹੈ, ਸਿੰਪਲ 4 ਦੇਖਣਾ ਤੁਸੀਂ, ਕਿਸ ਦਾ ਸਕੁਅਰ ਹੈ, ਇਹ 2 ਦਾ ਸਕੁਅਰ ਹੈ, ਠੀਕ ਹੈ ਜੀ। 9 ਕਿਸ ਦਾ ਸਕੁਅਰ ਹੈ, ਅੱਗੇ ਦੇਖੋ 3 ਦਾ ਸਕੁਅਰ ਹੈ। ਫਿਰ ਅੱਗੇ 16 ਆ ਗਿਆ, ਇਹ ਕਿਸ ਦਾ ਸਕੁਅਰ ਹੈ, 4 ਦਾ ਸਕੁਅਰ ਹੈ। 25 ਇਹ ਕਿਸ ਦਾ ਸਕੁਅਰ ਹੈ, 5 ਦਾ ਸਕੁਅਰ ਹੈ। 36 ਇਹ ਕਿਸ ਦਾ ਸਕੁਅਰ ਹੈ, 6 ਦਾ ਸਕੁਅਰ ਹੈ। ਦੇਖੋ 1 1 ਜਿਹੜਾ ਤੁਹਾਨੂੰ ਕਨਫਿਊਜ਼ ਕਰਨ ਦੇ ਲਗਾਇਆ ਗਿਆ,
ਸੀਰੀਜ਼ ਕੀ ਚੱਲ ਰਹੀ ਸੀ ਉੱਪਰ 2 ਦਾ ਸਕੁਅਰ 3 ਦਾ ਸਕੁਅਰ 4 ਦਾ ਸਕੁਅਰ 5 ਦਾ ਸਕੁਅਰ 6 ਦਾ ਸਕੁਅਰ। ਹੁਣ ਅੱਗੇ ਕੀ ਆਏਗਾ ਤੁਹਾਨੂੰ ਪਤਾ ਹੀ ਹੈ। ਫਿਰ ਅੱਗੇ 7 ਦਾ ਸਕੁਅਰ। ਤੁਸੀਂ 49 ਇੱਥੇ ਆਨਸਰ ਲਗਾਓਗੇ, 1 ਤੁਸੀਂ ਨਾਲ ਜਿਹੜਾ ਚੱਲ ਰਿਹਾ ਉਹ ਐਜ਼ ਇਟ ਇਜ਼ ਲਗਾ ਦੋਗੇ ਤਾਂ ਆਨਸਰ ਕੀ ਬਣ ਗਿਆ ਸਾਡੇ ਕੋਲ 149 ਆਪਸ਼ਨ ਨੰਬਰ 1। ਦੇਖੋ ਸੁਣੋ, ਜਿਹੜਾ ਇਹਦਾ ਦੂਜਾ ਐਗਜ਼ਾਮ ਆ ਉਹ ਤਾਂ ਤੁਸੀਂ ਯਾਦ ਕਰਕੇ ਵੀ ਉੱਥੇ ਕਰ ਸਕਦੇ ਹੋ, ਪਰ ਜਿਹੜੇ ਇਹ ਐਗਜ਼ਾਮ ਆ ਇਸ ਨੂੰ ਕਰਨ ਦੇ ਲਈ ਤੁਹਾਨੂੰ ਥੋੜਾ ਜਿਹਾ ਆਪਣਾ ਹਾਰਡਵਰਕ ਕਰਨਾ ਪਏਗਾ ਔਰ ਥੋੜਾ ਜਿਹਾ ਟਾਈਮ ਦੇਣਾ ਪਏਗਾ। ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਥੋੜਾ ਜਿਹਾ ਧਿਆਨ ਨਾਲ ਵਾਚ ਆਊਟ ਕਰਿਓ ਔਰ ਇੱਕ ਦੋ ਵਾਰੀ ਤੁਸੀਂ ਇਸ ਵੀਡੀਓ ਨੂੰ ਚਲਾਓਗੇ, ਕੁਐਸਚਨ ਨੂੰ ਦੇਖੋਗੇ ਦੁਬਾਰਾ, ਥੋੜੀ ਜਿਹੀ ਪ੍ਰੈਕਟਿਸ ਕਰੋਗੇ ਤਾਂ ਫਿਰ ਤੁਹਾਨੂੰ ਕੁਐਸਚਨ ਜਿਹੜੇ ਨੇ ਈਜ਼ੀਲੀ ਸਮਝ ਆਣੇ ਸ਼ੁਰੂ ਹੋ ਜਾਣ। ਹੁਣ ਨੈਕਸਟ ਅਸੀਂ ਦੇਖਦੇ ਹਾਂ, ਦੇਖੋ 420। ਦੇਖੋ ਇਹ ਕੀ ਹੋ ਰਿਹਾ, ਇੱਕ ਛੋਟਾ ਇੱਕ ਵੱਡਾ ਡਿਜਿਟ। ਫਿਰ 642 872। ਹੁਣ ਤੁਸੀਂ ਇਹ ਕੀ ਲੱਭਣਾ, ਦੇਖੋ 4 5 ਦਾ 20 6 7 ਦਾ 48 9 ਦਾ 72। ਹੁਣ ਸੀਰੀਜ਼ ਕੀ ਫਾਈਂਡ ਕੀਤੀ ਤੁਸੀਂ ਦੇਖੋ ਉੱਪਰ ਓਡ ਨੰਬਰ ਨਿਕਲ ਕੇ ਆ ਰਿਹਾ, ਪਹਿਲਾਂ 5 ਫਿਰ ਇੱਕ ਛੱਡ ਕੇ 7 ਫਿਰ ਇੱਕ ਛੱਡ ਕੇ 9 ਯਾਨੀ ਇੱਕ ਛੱਡ ਕੇ ਇੱਥੇ ਕੀ ਹੋਏਗਾ 11। ਤੁਸੀਂ 10 ਨੂੰ 11 ਨਾਲ ਮਲਟੀਪਲਾਈ ਕਰੋਗੇ, ਆਨਸਰ ਕੀ ਆ ਜਾਏਗਾ ਤੁਹਾਡੇ ਕੋਲ 110। ਨੈਕਸਟ 5th ਕੁਐਸਚਨ ਆਈ ਸਾਡੇ ਕੋਲ 5 28 17 126। ਇਸ ਦੇ ਵਿੱਚ ਵੀ ਦੇਖੋ ਇੱਕ ਸਕੁਅਰ ਵਾਲਾ ਮੈਥਡ ਚੱਲ ਰਿਹਾ, 2 ਦਾ ਸਕੁਅਰ ਪਲੱਸ 1 ਇਜ਼ ਇਕੁਅਲ ਟੂ 5। ਦੇਖੋ ਬਣ ਗਿਆ 5, 2 ਦਾ ਸਕੁਅਰ ਪਲੱਸ 1 5। ਨੈਕਸਟ ਕੀ ਹੈ ਉਹਦੇ ਵਿੱਚ 3 ਦਾ ਕਿਊਬ ਪਲੱਸ 1 ਇਜ਼ ਇਕੁਅਲ ਟੂ 3 ਦਾ ਕਿਊਬ ਮੀਨਸ 3 ਨੂੰ 3 ਨਾਲ ਹੀ 3 ਵਾਰੀ ਮਲਟੀਪਲਾਈ ਕਰਨਾ। ਆਨਸਰ ਕੀ ਆਏਗਾ 27 ਪਲੱਸ 1 ਕਰ ਦਿੱਤਾ ਤਾਂ ਕੀ ਹੋ ਗਿਆ ਸਾਡੇ ਕੋਲ 28। ਦੇਖੋ ਅੱਗੇ ਨੈਕਸਟ ਕੀ ਹੈ 28 ਹੈ। ਨੈਕਸਟ ਅੱਗੇ 4 ਦਾ ਸਕੁਅਰ ਪਲੱਸ 1 ਇਜ਼ ਇਕੁਅਲ ਟੂ 4 4 ਦਾ 16 ਇੱਕ 17। ਫਿਰ ਨੈਕਸਟ 5 ਦਾ ਕਿਊਬ ਪਲੱਸ 1 ਇਜ਼ ਇਕੁਅਲ ਟੂ 5 ਦਾ ਕਿਊਬ ਮੀਨਸ 5 ਨੂੰ 5 ਨਾਲ ਹੀ 3 ਵਾਰੀ ਮਲਟੀਪਲਾਈ ਕਰਨਾ ਤਾਂ ਆਨਸਰ ਕੀ ਆਏਗਾ ਸਾਡੇ ਕੋਲ 125। ਤੇ ਵਿੱਚ 1 ਪਲੱਸ ਕੀਤਾ ਕੀ ਹੋ ਗਿਆ 126। ਦੇਖੋ ਹੁਣ ਸੀਰੀਜ਼ ਕੀ ਚੱਲ ਰਹੀ ਹੈ ਸਾਡੇ ਕੋਲ, ਇੱਕ 2 ਦਾ ਸਕੁਅਰ ਫਿਰ 3 ਦਾ ਕਿਊਬ ਫਿਰ 4 ਦਾ ਸਕੁਅਰ ਫਿਰ 5 ਦਾ ਕਿਊਬ। ਦੇਖੋ ਸੀਰੀਜ਼ ਕੀ ਚੱਲ ਰਹੀ ਹੈ ਸਾਡੇ ਕੋਲ, ਇੱਕ ਸਕੁਅਰ ਦਾ ਚੱਲ ਰਿਹਾ ਫਿਰ ਇੱਕ ਕਿਊ ਦਾ ਚੱਲ ਰਿਹਾ ਫਿਰ ਸਕੁਅਰ ਦਾ ਚੱਲ ਰਿਹਾ ਫਿਰ ਕਿਊ ਦਾ ਚੱਲ ਰਿਹਾ। ਹੁਣ ਨੈਕਸਟ ਕੀ ਆਏਗਾ ਸਾਡੇ ਕੋਲ, ਓਬਵੀਅਸਲੀ ਸਕੁਅਰ ਦਾ ਆਏਗਾ। ਕਿਸ ਦਾ ਆਏਗਾ 6 ਦਾ। 6 ਦਾ ਸਕੁਅਰ ਕਿੰਨਾ ਹੁੰਦਾ ਹੈ 36 ਪਲੱਸ 1 ਕਰ ਦਾਂਗੇ ਕਿੰਨਾ ਆਨਸਰ ਆ ਜਾਏਗਾ 37। तो आंसर की हो गया 5th ਦਾ ਫਿਰ ਇੱਥੇ 37 ਆਪਸ਼ਨ ਨੰਬਰ 3। ਨੈਕਸਟ ਕੁਐਸਚਨ ਆ ਸਾਡੇ ਕੋਲ 6 ਨੰਬਰ ਦੇ 23 29 31 37 41 43। ਦੇਖੋ ਇਸ ਵਿੱਚ ਜੇ ਅਸੀਂ ਪਲੱਸ ਕਰਕੇ ਦੇਖਦੇ ਹਾਂ ਤਾਂ ਇੱਥੇ 6 ਆ ਜਾਏਗਾ, ਫਿਰ ਇੱਥੇ 2 ਆ ਰਿਹਾ, ਇੱਥੇ 6 ਆ ਰਿਹਾ, ਇੱਥੇ 4 ਆ ਰਿਹਾ, ਇੱਥੇ 2 ਆ ਰਿਹਾ, ਇੱਥੇ ਕੋਈ ਵੀ ਜਿਹੜੀ ਸੀਰੀਜ਼ ਜਿਹੜੀ ਆ ਉਹ ਪਲੱਸ ਵਾਲੀ ਤਾਂ ਚੱਲ ਨਹੀਂ ਰਹੀ। ਫਿਰ ਅਸੀਂ ਕੀ ਕਰਾਂਗੇ, ਇੱਥੇ ਇੱਕ ਹੋਰ ਤਰੀਕੇ ਨਾਲ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਤਰੀਕਾ ਕੀ ਹੈ, ਦੇਖੋ ਹੁਣ ਤੁਸੀਂ ਧਿਆਨ ਨਾਲ ਦੇਖੋ ਇਹਨਾਂ ਡਿਜਿਟਸ ਨੂੰ। ਇਹ 23 ਹੈ 29 31 37 41 43। ਇਹ ਕਿਹੜੇ ਡਿਜਿਟ ਨੇ ਜਿਹੜੇ ਆਪਣੇ ਹੀ ਟੇਬਲ ਤੇ ਆਉਂਦੇ ਨੇ, ਯਾਨੀ ਕੀ ਹੋਏ ਫਿਰ ਇਹ ਪ੍ਰਾਈਮ ਨੰਬਰ। ਤੇ ਇਸ ਦੇ ਵਿੱਚੋਂ ਕਿਹੜਾ ਐਸਾ ਡਿਜਿਟ ਹੈ ਜਿਹੜਾ ਆਪਣੇ ਟੇਬਲ ਤੇ ਆਉਂਦਾ ਹੈ, ਉਹ ਕੀ ਹੈ 47। ਆਨਸਰ ਕੀ ਬਣ ਗਿਆ ਸਾਡੇ ਕੋਲ 47, ਕਿਉਂਕਿ 51 ਵੀ ਦੇਖੋ 17 ਦੇ ਟੇਬਲ ਤੇ ਆਉਂਦਾ ਹੈ, 49 ਵੀ ਆਉਂਦਾ ਹੈ, 45 ਵੀ ਕਿਸੇ ਦੇ ਟੇਬਲ ਤੇ ਆਉਂਦਾ ਹੈ, तो बचेगी साडे कोल 47। बस इस तरीके नाल ही तुसीं इसनूं सॉल्व करते जाना। नेक्स्ट है साडे कोल 7 3 9 21 45 93। इस दे विच की हो रहा देखो 3 दे विच 6 प्लस किते 9, फिर 9 दे विच 12 प्लस किते 21, 21 दे विच 24 प्लस किते एंड 45 दे विच 48 प्लस होया कि इत्थे पर देखो पूरी साडे कोल सीरीज निकल के आई 6 दा टेबल 6 2 दा 12, फिर 12 ਨੂੰ 2 ਨਾਲ ਕੀਤਾ 24, फिर 24 ਨੂੰ 2 ਨਾਲ ਕੀਤਾ 48। ਹੁਣ 48 ਨੂੰ 2 ਨਾਲ ਕਰਾਂਗੇ ਤਾਂ ਕੀ ਆਏਗਾ 96। ਹੁਣ 96 और 93 ਨੂੰ ਪਲੱਸ ਕਰ ਦਾਂਗੇ ਤਾਂ ਆਨਸਰ ਕੀ ਬਣ ਜਾਏਗਾ ਸਾਡੇ ਕੋਲ 189। ਇਹ ਇਜ਼ ਦਾ ਆਨਸਰ ਹੋ। ਨੈਕਸਟ 8 ਨੰਬਰ ਦਾ ਸਾਡੇ ਕੋਲ 2 9 28 65 126। ਇਹਦੇ ਵਿੱਚ ਕੀ ਚੱਲ ਰਿਹਾ ਸਾਡੇ ਕੋਲ 1 ਦਾ ਕਿਊਬ प्लस 1 इज इक्वल टू 1 ਦਾ ਕੀ ਹੋਇਆ ਸਾਡੇ ਕੋਲ 1 ਦਾ ਕਿਊਬ ਕੀ ਹੋਇਆ ਸਾਡੇ ਕੋਲ 1 और प्लस 1 करते आंसर ਕੀ ਹੋ ਗਿਆ ਸਾਡੇ ਕੋਲ 2। ਇਸ ਤਰ੍ਹਾਂ ਫਿਰ ਨੈਕਸਟ 2 ਦਾ ਕਿਊਬ प्लस 1 इज इक्वल टू 2 ਦਾ ਕਿਊਬ ਮੀਨਸ 2 2 ਦਾ 4 4 2 ਦਾ 8 और 8 और प्लस 1 9। देखो 9 आ रहा है। फिर इस तरह 3 ਦਾ ਕਿਊਬ प्लस 1 इज इक्वल टू ਕੀ आंसर होएगा 3 3 ਦਾ 9 9 3 ਦਾ 27 27 और 1 प्लस किते 28। देखो नेक्स्ट ਕੀ ਆ ਰਿਹਾ ਸਾਡੇ ਕੋਲ 28। ਜਦੋਂ ਇਸ ਨਾਲ ਤੁਹਾਡੇ ਜਿਹੜੇ ਸੋਲਵ ਹੋਣ ਲੱਗ ਜਾਣ ਡਿਜਿਟ ਅੱਗੇ ਆਉਣ ਲੱਗ ਜਾਣ ਤਾਂ ਇਟ ਮੀਨਸ ਕੀ ਆ ਕਿ ਇਹੀ ਸੀਰੀਜ਼ ਜਿਹੜੀ ਉੱਥੇ ਚੱਲ ਰਹੀ ਆ, ਤੁਸੀਂ ਇਸੇ ਤਰੀਕੇ ਨਾਲ ਫਿਰ ਉੱਥੇ ਸੋਲਵ ਕਰ ਦੇਣਾ। ਹੁਣ ਕਈ ਸਟੂਡੈਂਟ ਕਹਿਣਗੇ ਦੇਖੋ ਵੀ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਜਿਹੜੀ ਇਹ ਸੀਰੀਜ਼ ਜਿਹੜੀ ਆ ਉਹ ਇਹਦੇ ਵਿੱਚ ਚੱਲੇਗੀ। ਦੇਖੋ ਸੁਣੋ ਤਾਂ 2-4 ਤਰੀਕੇ ਜਿਹੜੇ ਨੇ ਨਾ ਤੁਹਾਨੂੰ ਉਹ ਯਾਦ ਰੱਖਣੇ ਪੈਣਗੇ। ਉਹ ਤੁਹਾਨੂੰ ਹਰੇਕ ਕੁਐਸਚਨ ਦੇ ਵਿੱਚੋਂ
ਲਗਾ ਕੇ ਦੇਖਣਾ ਪਊਗਾ ਵੀ ਇਹ ਚੱਲ ਰਿਹਾ ਜਾਂ ਇਹ ਚੱਲ ਰਿਹਾ। ਜਿਹੜਾ ਤੁਹਾਨੂੰ ਉੱਥੇ ਤਰੀਕਾ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਚੱਲ ਰਿਹਾ, ਉਹੀ ਤੁਸੀਂ ਉੱਥੇ ਯੂਜ਼ ਕਰਕੇ ਉਹਦਾ ਆਨਸਰ ਕੱਢ ਦੇਣਾ। ਨੈਕਸਟ ਦੇਖੋ ਕੀ ਹੈ, 4 ਦਾ ਕਿਊਬ ਪਲੱਸ 1, 4 4 ਦਾ 16, 16 4 ਦਾ 64 ਪਲੱਸ 1 ਕੀਤੇ 65। ਦੇਖੋ ਆਨਸਰ ਆ ਗਿਆ ਤੇ 65। ਫਿਰ ਅੱਗੇ ਨੈਕਸਟ 5 ਦਾ ਕਿਊਬ ਪਲੱਸ 1, 5 5 ਦਾ 25, 25 5 ਦਾ 125 ਔਰ ਜੇ 1 ਪਲੱਸ ਕੀਤੇ 125 ਸੌਰੀ 126 ਆਨਸਰ ਆ ਗਿਆ ਇੱਥੇ 126। ਇਸ ਤਰ੍ਹਾਂ ਵੀ ਨੈਕਸਟ ਕੀ ਚੱਲੂਗਾ ਇੱਥੇ 6 ਦਾ ਕਿਊਬ ਪਲੱਸ 1, 6 6 ਦਾ 36, 36 ਦਾ 216 ਪਲੱਸ 1 ਕੀਤੇ ਕੀ ਆਇਆ ਸਾਡੇ ਕੋਲ 217। ਆਨਸਰ ਕੀ ਹੈ ਦੇਖੋ ਇੱਥੇ ਆਪਸ਼ਨ ਨੰਬਰ 3 217। ਨੈਕਸਟ 9 ਕੁਐਸਚਨ ਆ ਸਾਡੇ ਕੋਲ 840 168 42 14 7। ਦੇਖੋ ਇਸ ਕੁਐਸਚਨ ਨੂੰ ਦੇਖ ਕੇ ਇਹ ਤਾਂ ਪਤਾ ਲੱਗ ਰਿਹਾ ਤੁਹਾਨੂੰ, ਦੇਖੋ ਵੀ ਇੱਕ ਵੱਡਾ ਫਿਰ ਉਸ ਤੋਂ ਛੋਟਾ ਉਸ ਤੋਂ ਛੋਟਾ ਉਸ ਤੋਂ ਛੋਟਾ, ਠੀਕ ਹੈ। ਇਸ ਤਰ੍ਹਾਂ ਇੱਕ ਸੀਰੀਜ਼ ਚੱਲ ਰਹੀ ਆ। ਹੁਣ ਇਹਦੇ ਵਿੱਚ ਲੁਕੀ ਹੋਈ ਸੀਰੀਜ਼ ਕੀ ਆ ਆਪਾਂ ਉਹ ਫਾਈਂਡ ਆਊਟ ਕਰ। ਦੇਖੋ ਇਹਦੇ ਵਿੱਚ ਕੀ ਚੱਲ ਰਿਹਾ ਹੁਣ ਧਿਆਨ ਨਾਲ ਦੇਖਣਾ ਇਸ ਨੂੰ। 840 ਡਿਵਾਈਡ 5 ਫਿਰ 168 ਡਿਵਾਈਡ 4 42 ਡਿਵਾਈਡ 3 840 ਨੂੰ 5 ਨਾਲ ਡਿਵਾਈਡ ਕੀਤਾ ਤਾਂ ਆਨਸਰ ਕੀ ਆਇਆ ਸਾਡੇ ਕੋਲ 168। ਦੇਖੋ ਇਹ ਨੈਕਸਟ ਸਾਡੇ ਕੋਲ 168 ਆ ਗਿਆ। ਫਿਰ ਇਸ ਨੂੰ ਤੁਸੀਂ ਡਿਵਾਈਡ ਕੀਤਾ ਤਾਂ ਕੀ ਆਨਸਰ ਆਇਆ ਸਾਡੇ ਕੋਲ 42। ਦੇਖੋ ਨੈਕਸਟ ਸਾਡੇ ਕੋਲ 42 ਆ ਰਿਹਾ। ਫਿਰ 3 ਨਾਲ ਡਿਵਾਈਡ ਕਰੋਗੇ ਇਸ ਨੂੰ ਤਾਂ ਕੀ ਆਇਆ ਸਾਡੇ ਕੋਲ 14। ਦੇਖੋ ਨੈਕਸਟ ਇੱਥੇ 14 ਆ ਰਿਹਾ। ਹੁਣ ਇਸੇ ਤਰੀਕੇ ਨਾਲ ਤੁਸੀਂ 14 ਨੂੰ ਕਰੋਗੇ ਅੱਗੇ 2 ਨਾਲ ਡਿਵਾਈਡ, ਆਨਸਰ ਕੀ ਆਇਆ ਸਾਡੇ ਕੋਲ 7। ਦੇਖੋ ਇੱਥੇ 7 ਆ ਗਿਆ। ਹੁਣ 7 ਨਾਲ ਕੀ ਕਰੋਗੇ ਤੁਸੀਂ, ਦੇਖੋ ਪਹਿਲਾਂ ਇੱਥੇ 5 ਨਾਲ ਕੀਤਾ ਸੀ, ਫਿਰ 4 ਨਾਲ, ਫਿਰ 3 ਨਾਲ, ਫਿਰ 2 ਨਾਲ, ਹੁਣ ਕਿਹਦੇ ਨਾਲ ਕਰੋਗੇ 1 ਨਾਲ। ਤੇ 1 ਦੇ ਟੇਬਲ ਦੇ ਵਿੱਚ 7 ਕਿੱਥੇ ਆ ਗਿਆ 7 ਤੇ, ਤਾਂ ਆਨਸਰ ਕੀ ਆਇਆ ਸਾਡੇ ਕੋਲ 7। ਨੈਕਸਟ ਹੈ 10th ਨੰਬਰ ਤੇ ਸਾਡੇ ਕੋਲ KM5 IP8 GS11 EV14। ਦੇਖੋ ਸਟੂਡੈਂਟ ਇਹਦੇ ਵਿੱਚ ਨਾ ਦੋਨੋਂ ਚੀਜ਼ਾਂ ਦੀ ਵੈਲਿਊ ਹੈ। ਇਸ KM ਜਿਹੜੀ ਆ ABC ਵਗੈਰਾ ਲਿਖੀ ਹੋਈ ਆ ਇਹਦੀ ਵੈਲਿਊ ਆ, ਔਰ ਨਾਲ ਜਿਹੜੇ ਡਿਜਿਟ ਲਿਖੇ ਹੋਏ ਨੇ ਇਹਦੀ ਵੀ ਵੈਲਿਊ ਹੈ। ਇਹ ਦੋਨਾਂ ਦਾ ਇੱਕ ਕੰਬੀਨੇਸ਼ਨ ਹੈ, ਉਹਦੇ ਨਾਲ ਹੀ ਜਿਹੜਾ ਇਹਦੇ ਵਿੱਚੋਂ ਕੋਈ ਵੀ ਆਨਸਰ ਜਿਹੜਾ ਨਿਕਲ ਕੇ ਆਉਣਾ। ਦੇਖੋ ਇਸ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਤਾਂ ਕੀ ਹੋ ਰਿਹਾ। ਪਹਿਲਾਂ ਨੂਮੈਰੀਕਲ ਨੂੰ ਦੇਖ ਲੈਂਦੇ ਆ। 5 ਤੋਂ ਬਾਅਦ 8 ਆ ਰਿਹਾ, ਕਿੰਨੇ ਪਲੱਸ ਹੋ ਰਹੇ ਆ ਉੱਪਰ 3, ਫਿਰ 8 ਤੋਂ ਬਾਅਦ 11, ਫਿਰ 3 ਪਲੱਸ ਹੋ ਗਏ, ਫਿਰ 3 ਪਲੱਸ ਕੀਤੇ ਤਾਂ ਕੀ ਆਇਆ 14। ਫਿਰ 14 ਦੇ ਵਿੱਚ ਅੱਗੇ ਪਤਾ ਹੀ ਆ, ਫਿਰ 3 ਪਲੱਸ ਕਰਾਂਗੇ ਆਨਸਰ ਕੀ ਆਏਗਾ ਸਾਡੇ ਕੋਲ 17। ਪਰ ਹੁਣ ਦੇਖਣਾ ਕੀ ਹੈ ਅਸੀਂ, ਦੇਖੋ ਇੱਥੇ ਆਪਸ਼ਨ ਕੀ ਦਿੱਤਾ ਹੋਇਆ CY17 ਐਂਡ CX17, ਦੋਨਾਂ ਚੋਂ ਕਿਹੜਾ ਆਪਸ਼ਨ ਠੀਕ ਆ। ਹੁਣ ਅਸੀਂ ਇਹ ਫਾਈਂਡ ਆਊਟ ਕਰਨਾ ਹੈ। ਉਹਦੇ ਲਈ ਸਾਨੂੰ ਦੇਖਣਾ ਪਊਗਾ ਇਸ ਦੇ ਨਾਲ ਵਾਲਾ ਕੀ ਲਿਖਿਆ, ਦੇਖੋ M ਤੋਂ ਬਾਅਦ P ਕਦੋਂ ਆਉਂਦਾ ਹੈ N ਐਂਡ Q ਨੂੰ ਛੱਡ ਕੇ, ਫਿਰ ਆ ਜਾਂਦਾ P ਤੋਂ ਬਾਅਦ Q R ਨੂੰ ਛੱਡ ਕੇ ਕੀ ਆਉਂਦਾ S ਤੋਂ ਬਾਅਦ T ਐਂਡ W ਛੱਡ ਕੇ ਕੀ ਆਉਂਦਾ V ਤੋਂ ਬਾਅਦ ਫਿਰ ਕੀ ਕਰਾਂਗੇ ਆਪਾਂ ਉਸ ਤਰ੍ਹਾਂ ਹੀ 2 ਛੱਡਾਂਗੇ W ਐਂਡ X, ਉਸ ਤੋਂ ਬਾਅਦ ਕੀ ਆਉਂਦਾ ਸਾਡੇ ਕੋਲ Y। ਦੇਖੋ ਤੁਹਾਨੂੰ ਪਤਾ ਲੱਗ ਗਿਆ ਇਹ Y ਜਿਹੜਾ ਇੱਥੇ ਨਾਲ ਆਏ, ਠੀਕ ਹੈ। ਇਹ X ਦਾ ਹੁਣ ਆਪਾਂ ਪਤਾ ਖਤਮ ਹੋ ਗਿਆ। ਹੁਣ ਸਾਡੇ ਕੋਲ ਕੀ ਬਚਿਆ Y। ਹੁਣ ਤੁਹਾਨੂੰ ਇਹ ਨਾ C ਦੇਖੋ ਜਾਂ ਨਾ ਦੇਖੋ, ਤੁਹਾਨੂੰ ਪਤਾ ਆਪਸ਼ਨ ਜਿਹੜਾ ਇਹੀ ਹੋਏਗਾ। ਹੁਣ ਨੈਕਸਟ ਕੁਐਸਚਨ ਹੈ ਜੀ 11। ਉਹਦੇ ਚ ਪਹਿਲਾਂ ਆਪਾਂ ਉੱਪਰ ਡਾਇਰੈਕਸ਼ਨ ਪੜ੍ਹ ਲੈਂਦੇ ਉਹਨਾਂ ਦੀ ਵੀ ਕੀ ਕਹਿੰਦੇ ਨੇ ਇਹ। ਫਾਈਂਡ ਦਾ ਰੋਂਗ ਓਡ ਨੰਬਰ ਔਰ ਆਈਟਮ ਫॉर ਦਾ ਗਿਵਨ ਸੀਰੀਜ਼। ਕਹਿੰਦੇ ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਗਲਤ ਵੱਖਰਾ ਅੰਕ ਜਾਂ ਪਦ ਚੁਣੋ। ਤੁਸੀਂ ਕੋਈ ਰੋਂਗ ਦੇਖਣਾ ਹੈ, ਕੁਝ ਗਲਤ ਲਿਖਿਆ ਹੋਵੇ ਜਾਂ ਕੁਝ ਓਡ ਲਿਖਿਆ ਹੋਵੇ, ਇਸ ਤਰੀਕੇ ਦਾ ਨੰਬਰ ਤੁਸੀਂ ਫਾਈਂਡ ਆਊਟ ਕਰਨਾ ਹੈ। ਫਸਟ ਕੁਐਸਚਨ ਦੇਖਦੇ ਹਾਂ। ਦੇਖੋ ਸਾਡੇ ਕੋਲ ਕੀ ਆ 2 5 11 24 27 47 95। ਦੇਖੋ ਨੇ ਜੇ ਅਸੀਂ ਓਡ ਨੰਬਰ ਦੇਖੀਏ ਤਾਂ ਕਿਹੜੇ ਕਿਹੜੇ ਓਡ ਨੰਬਰ ਨੇ ਸਾਡੇ ਕੋਲ 95 ਵੀ ਓਡ ਹੈ, 47 ਓਡ ਹੈ, 27 ਓਡ ਹੈ, 24 ਕੀ ਲੱਭ ਗਿਆ ਸਾਡੇ ਕੋਲ ਈਵਨ। ਇਹ ਕੀ ਹੈ ਈਵਨ। ਫਿਰ ਤੁਸੀਂ ਕਹੋਗੇ ਦੇਖੋ ਇਹਦੇ ਵਿੱਚ 2 ਵੀ ਈਵਨ ਹੈ। ਹੁਣ ਬਾਕੀ ਸਾਰੇ ਤਾਂ ਦੇਖੋ ਇਹ ਚ ਆਪਸ਼ਨ ਕੀ ਬਣ ਕੇ ਸਾਡੇ ਕੋਲ ਇੱਕ 2 ਐਂਡ 24, ਇਹ ਦੋਨੋਂ ਸਾਡੇ ਕੋਲ ਯਾਨੀ ਇੱਕ ਵੱਖਰੇ ਓਡ ਨੰਬਰ ਨਿਕਲ ਕੇ ਆ ਗਏ। ਪਰ ਅਸੀਂ ਹੁਣ ਇੱਥੇ ਚੂਜ਼ ਕਿਹੜਾ ਕਰਾਂਗੇ 24 ਕਰਾਂਗੇ ਜਾਂ 2 ਚੂਜ਼ ਕਰੀਏ। ਹੁਣ ਤੁਸੀਂ ਦੇਖੋਗੇ ਇਹਦੇ ਵਿੱਚ ਆਪਸ਼ਨ, ਫਿਰ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਕਿਹੜਾ ਨੰਬਰ ਦਿੱਤਾ। ਦੇਖੋ ਇਹਨਾਂ ਵਿੱਚ ਆਪਸ਼ਨ 'ਚ ਤੁਹਾਨੂੰ ਦਿੱਤਾ ਸਿਰਫ ਉਹਨਾਂ ਨੇ 24, ਤੇ ਇਸ ਕਰਕੇ ਆਨਸਰ ਕੀ ਮੰਨਾਂਗੇ ਇਹਦਾ 24। ਇਸ ਗੱਲ ਦਾ ਤੁਸੀਂ ਬੇਹੱਦ ਧਿਆਨ ਰੱਖਣਾ ਹੈ ਕਿ ਉਹਨਾਂ ਨੇ ਕਨਫਿਊਜ਼ ਕਰਨ ਲਈ ਵੀ ਇਸ ਤਰ੍ਹਾਂ ਦਾ ਤੁਹਾਨੂੰ ਇੱਕ ਨੰਬਰ ਆਇਆ ਹੋਊਗਾ ਕਿ ਤੁਸੀਂ ਕਨਫਿਊਜ਼ ਹੋ ਕੇ ਬੈਠੇ ਰਹੋਗੇ 2 ਵੀ ਈਵਨ ਹੈ 24 ਵੀ ਈਵਨ ਹੈ, ਹੁਣ ਅਸੀਂ ਕਿਹੜਾ ਲਗਾਈਏ। ਪਰ ਤੁਸੀਂ ਆਪਸ਼ਨ ਦੇਖਣੇ ਆ ਫਿਰ ਵੀ ਆਪਸ਼ਨ ਦੇ ਵਿੱਚ ਕਿਹੜਾ ਨੰਬਰ ਦਿੱਤਾ ਤੁਹਾਨੂੰ। ਨੈਕਸਟ ਹੈ ਸਾਡੇ ਕੋਲ ਟ੍ਰਾਇਲ ਨੰਬਰ ਤੇ 13 15 19 23 29 31। ਹੁਣ ਇਹਦੇ ਚ ਕੀ ਹੋ ਰਿਹਾ ਦੇਖੋ ਕੀ ਓਡ ਹੈ, ਕਿਹੜਾ ਇੱਕ ਵੱਖਰਾ ਡਿਜਿਟ ਹੈ। ਦੇਖੋ 13 ਹੈ, ਇਹ ਵੀ ਆਪਣੇ ਟੇਬਲ ਤੇ ਆਉਂਦਾ ਹੈ, 19 ਵੀ 23 ਵੀ 29 ਵੀ 31 ਵੀ ਆਪਣੇ ਟੇਬਲ ਤੇ ਆਉਂਦਾ ਹੈ। ਬਚੇਗੀ ਸਾਡੇ ਕੋਲ 15, ਇਹ ਕਿਹਦੇ ਟੇਬਲ ਤੇ ਆ ਰਿਹਾ 3 ਤੇ, ਤਾਂ ਆਨਸਰ ਕੀ ਹੋਗਾ ਸਾਡੇ ਕੋਲ 15 ਆਪਸ਼ਨ ਨੰਬਰ 4। 30 ਨੰਬਰ ਤੇ ਕੁਐਸਚਨ ਹੈ M14 P17 D5 W25 Z8। 13 ਐਂਡ 14 ਨੰਬਰ ਇਹ ਦੋਨੋਂ ਮੈਂ ਤੁਹਾਨੂੰ ਤੁਸੀਂ ਆਪ ਵੀ ਟਰਾਈ ਕਰਿਓ, ਔਰ ਇਹ ਦੋਨੋਂ ਕੁਐਸਚਨ ਮੈਂ ਤੁਹਾਨੂੰ ਫਿਰ ਲਾਈਵ ਸੈਸ਼ਨ ਦੇ ਵਿੱਚ ਕਰਾਵਾਂਗਾ, ਜਿਹੜਾ ਕਿ 12 ਫਰਵਰੀ ਨੂੰ ਸੰਡੇ 11:30 ਵਜੇ ਮੈਂ ਲਾਈਵ ਹੋਣ ਜਾ ਰਿਹਾ। ਤੁਸੀਂ ਮੇਰਾ ਲਾਈਵ ਸੈਸ਼ਨ ਅਟੈਂਡ ਕਰਿਓ, ਔਰ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਮੈਂ ਟ੍ਰਿਕਸ ਜਿਹੜੇ ਦੇ ਵਿੱਚ
जरूर दसांगे। नैक्सट 50 नंबर ते क्वेश्चन अपने कोल 53, 59, 61, 69, 71, 79 ਇਹਦੇ ਵਿੱਚ सेम उदा ही देखो 53 भी अपने टेबल ते आउंदा है, 59 भी, 61 भी, 71 भी, 79 भी। तो बचा की साडे कोल 69 ਜਿਹੜਾ ਕਿਹੜੇ ਟੇਬਲ ਤੇ ਆਉਂਦਾ ਹੈ 23 ਦੇ ਟੇਬਲ ਤੇ। ਠੀਕ ਹੈ ਜੀ, ਆਨਸਰ ਕੀ ਬਣ ਗਿਆ ਸਾਡੇ ਕੋਲ 69। ਨੈਕਸਟ 60 ਨੰਬਰ ਤੇ ਆ ਸਾਡੇ ਕੋਲ ਦੇਖੋ ਕੁਐਸਚਨ ਕੀ ਆ ਅਕੋਰਡਿੰਗ ਟੂ ਦਾ ਸਪੈਸੀਫਿਕ ਪੈਟਰਨ ਫਿਲਿੰਗ ਦਾ ਬਲੈਂਕ। ਕਹਿੰਦੇ ਇੱਕ ਪੈਟਰਨ ਚੱਲ ਰਿਹਾ, ਤੁਸੀਂ ਉਸ ਮੁਤਾਬਕ ਇਹਦੇ ਵਿੱਚੋਂ ਚੂਜ਼ ਕਰਨਾ ਹੈ। ਹੇਠ ਦਿੱਤੇ ਪ੍ਰਸ਼ਨਾਂ ਵਿੱਚ ਅੰਕ ਅੱਖਰ ਲੜੀਆਂ ਕਿਸੇ ਤਰਤੀਬ ਅਨੁਸਾਰ ਹਨ। ਇੱਕ ਤਰਤੀਬ ਦਿੱਤੀ ਹੋਈ ਹੈ ਤੁਹਾਨੂੰ, ਤੁਸੀਂ ਉਹਦੇ ਮੁਤਾਬਿਕ ਜਿਹੜਾ ਇਹ ਕੁਐਸਚਨ ਸੋਲਵ ਕਰਨਾ। ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਪੈਟਰਨ ਕੀ ਬਣੇਗਾ। ਇਹਦੇ ਵਿੱਚ ਜੇ ਅਸੀਂ ਇੱਥੇ B ਲਗਾ ਦਈਏ, ਇੱਥੇ C ਲਗਾ ਦਈਏ ਔਰ ਇੱਥੇ ਵੀ C ਲਗਾ ਦਈਏ ਤਾਂ ਪੈਟਰਨ ਕੀ ਬਣ ਕੇ ਆਇਆ ਸਾਡੇ ਕੋਲ A B C C A B। ਇਹ ਜ਼ਰੂਰੀ ਨਹੀਂ ਸਟੂਡੈਂਟ ਕਿ ਜਿਹੜਾ ਪੈਟਰਨ ਹੋਏਗਾ ਉਹ ਤਿੰਨ, ਇੱਥੇ ਤਿੰਨ ਦਿੱਤੇ ਨੇ ਤਾਂ ਤਿੰਨ ਦਾ ਹੀ ਲਿਖਣਾ ਹੈ। ਤੁਸੀਂ 4 ਦਾ ਵੀ ਦੇਖ ਸਕਦੇ ਹੋ, 5 ਦਾ ਵੀ ਦੇਖ ਸਕਦੇ ਹੋ। ਜਿਸ ਤਰ੍ਹਾਂ ਮੈਂ ਇੱਥੇ ਬਣਾਇਆ A B C C A B, देखो ए बी आ रहा है, विच सी सी आ गया, फिर ए बी आ गया। फिर नेक्स्ट पैटर्न की बनया इत्थे बी सी ए बी सी। देखो बी सी इत्थे लास्ट विच लग गया, इत्थे भी लग गया और सेंटर च की आ गया साडे कोल ए। एक तरीके दा पैटर्न बनदा जा रहा है और यही इसदा फिर आंसर होएगा नंबर 1 बी सी सी। 17 नंबर ते आ हुण इहदे विच देखना असीं किहड़ा लगा के इसनूं पैटर्न बनाउने आ। इत्थे लगावांगे असीं 2 1 0 ते पैटर्न की बन गया साडे कोल फिर 10 21 10 21 10 21। देखो इस तरीके का एक पैटर्न बनता जा रहा है। की फिल किया 210 आंसर की ऑप्शन नंबर की 2। 18 नंबर ते क्वेश्चन आ साडे कोल, इत्थे फिल करते हैं असी B A B B B K। ਕਿਹੜਾ ਆਪਸ਼ਨ ਯੂਜ਼ ਕੀਤਾ ਮੈਂ ਇੱਥੇ ਆਪਸ਼ਨ ਨੰਬਰ 1। ਤਾਂ ਪੈਟਰਨ ਕੀ ਬਣ ਗਿਆ ਸਾਡੇ ਕੋਲ K A B B A K, ਫਿਰ ਉਸ ਤਰ੍ਹਾਂ K A B B A K। ਦੇਖੋ ਉਸ ਤਰ੍ਹਾਂ ਹੀ ਬਣਦਾ ਜਾ ਰਿਹਾ K A B B A K K A B B A K। ਇਸ ਤਰ੍ਹਾਂ ਦਾ ਤੁਸੀਂ ਪੈਟਰਨ ਫਾਈਂਡ ਆਊਟ ਕਰਨਾ ਹੁੰਦਾ ਇਹਦੇ ਵਿੱਚ। ਇਸ ਤਰ੍ਹਾਂ ਹੀ ਅੱਗੇ ਸੀਰੀਜ਼ ਚੱਲਦੀ ਜਾਏਗੀ। ਠੀਕ ਹੈ ਜੀ। ਨੈਕਸਟ 19 ਨੰਬਰ ਤੇ ਆ ਸਾਡੇ ਕੋਲ, ਇੱਥੇ ਫਿਲ ਕਰਾਂਗੇ ਅਸੀਂ ਪਹਿਲਾਂ A B B A। ਕਿਹੜਾ ਆਪਸ਼ਨ ਇਨਪੁਟ ਕੀਤਾ ਮੈਂ ਨੰਬਰ 1। पैटर्न की बन गया फिर इत्थे A B B A B A A B, फिर A B B A B A A B। देखो ऐसे बन गया A B B A B A, फिर A B A B। देखो पहला B A विच 2 बारी आ गया, फिर A B 2 बारी आ गया, फिर B A 2 बारी आ गया। इस तरीके का एक पैटर्न बनता जा रहा है। नेक्स्ट 20 नंबर पे देखते हैं असं की लिखा How many twos are there in the following number sequence which are immediately preceded by 7 and followed by 4। ਅਸੀਂ ਕੀ ਦੇਖਣਾ ਹੈ ਕਿ ਜਿਹੜਾ ਜੋ 2 ਨੰਬਰ ਹੈ ਉਹ ਕਿੰਨੀ ਵਾਰ ਆਉਂਦਾ ਹੈ ਜਦੋਂ ਉਸ ਤੋਂ ਪਹਿਲਾਂ 7 ਲਿਖਿਆ ਹੋਵੇ ਤੇ ਬਾਅਦ ਵਿੱਚ 4 ਨਾ ਆਉਂਦਾ ਹੋਵੇ। ਦੇਖੋ ਇਹ ਪੰਜਾਬੀ ਵਿੱਚ ਇਹਨਾਂ ਨੇ ਨਾ ਲਿਖਤਾ, ਪਰ ਇੰਗਲਿਸ਼ ਦੇ ਵਿੱਚ ਇਹਨਾਂ ਨੇ ਕਿਤੇ ਵੀ ਨੋਟ ਜਿਹੜਾ ਯੂਜ਼ ਨਹੀਂ ਕੀਤਾ। ਇਹ ਵੀ ਤੁਸੀਂ ਉੱਥੇ ਕਈ ਵਾਰ ਧਿਆਨ ਰੱਖ ਲੈਣਾ। ਅਸੀਂ ਦੋਨੋਂ ਤਰੀਕੇ ਨਾਲ ਹੀ ਕਰਕੇ ਦੇਖ ਲੈਂਦੇ ਆ ਕਿ 4 ਆਉਂਦਾ ਹੋਵੇ ਬਾਅਦ ਵਿੱਚ ਤੇ 4 ਨਾ ਆਉਂਦਾ ਹੋਵੇ। ਪਹਿਲਾਂ ਆਪਾਂ 4 ਆਉਂਦਾ ਹੋਵੇ ਉਹ ਦੇਖ ਲੈਂਦੇ ਆ ਕਿੰਨੇ ਡਿਜਿਟ ਆਉਂਦੇ ਨੇ। ਇੱਕ ਦੇਖੋ ਕੀ ਹੈ ਸਾਡੇ ਕੋਲ ਇੱਥੇ ਹੀ ਹੈ 2 ਤੋਂ ਪਹਿਲਾਂ 7 ਆ ਰਿਹਾ ਤੇ 2 ਤੋਂ ਆਫਟਰ ਜਿਹੜਾ 4 ਆ ਰਿਹਾ, ਇਹ ਸਾਡੇ ਕੋਲ ਬਣ ਗਿਆ 1। ਫਿਰ ਨੈਕਸਟ ਦੇਖੋ ਇੱਥੇ 2 ਤੋਂ ਪਹਿਲਾਂ 7 ਐਂਡ 7 ਤੋਂ ਬਾਅਦ ਫਿਰ 4, ਇਹ ਬਣ ਗਿਆ ਸਾਡੇ ਕੋਲ ਸੈਕਿੰਡ ਨੰਬਰ ਤੇ। ਫਿਰ ਨੈਕਸਟ ਆ ਰਿਹਾ ਦੇਖੋ 2 ਤੋਂ ਪਹਿਲਾਂ 7 ਐਂਡ ਉਸ ਤੋਂ ਬਾਅਦ 4, ਇਹ ਕਿੰਨੇ ਬਣ ਗਏ ਸਾਡੇ ਕੋਲ 3। ਯਾਨੀ ਆਨਸਰ ਹੋਗਾ ਸਾਡੇ ਕੋਲ ਇੱਥੇ ਆਪਸ਼ਨ ਨੰਬਰ 3। ਹੁਣ ਜੇ ਅਸੀਂ ਦੇਖੀਏ ਕਿ 4 ਨਾ ਆਉਂਦਾ ਹੋਵੇ ਪਿੱਛੇ ਤਾਂ ਫਿਰ ਉਹ ਅਸੀਂ ਫਾਈਂਡ ਆਊਟ ਕਰਦੇ ਹਾਂ। ਤਾਂ ਦੇਖੋ 2 ਤੋਂ ਪਹਿਲਾਂ ਇੱਥੇ 7 ਆ ਗਿਆ ਤੇ 2 ਤੋਂ ਬਾਅਦ ਫਿਰ 7 ਆ ਗਿਆ, ਯਾਨੀ 4 ਨਹੀਂ ਆਇਆ। ਇਸ ਵਿੱਚ ਕੀ ਬਣ ਗਿਆ ਇੱਥੇ ਨੰਬਰ 1। ਨੈਕਸਟ ਆ ਸਾਡੇ ਕੋਲ ਇਹ ਵਾਲਾ 2 ਤੋਂ ਪਹਿਲਾਂ ਇੱਥੇ 7 ਆ ਗਿਆ, ਇੱਥੇ ਉਸ ਤੋਂ ਬਾਅਦ 2 ਹੈ ਪਰ 4 ਨਹੀਂ ਆਇਆ, ਇਹ ਬਣ ਗਿਆ ਸਾਡੇ ਕੋਲ 2। ਨਾਲ ਹੀ ਇਸਦੇ ਫਿਰ 2 ਤੋਂ ਪਹਿਲਾਂ 7 पर इत्थे उस बाद 4 7 है, ये की बन गया साडे कोल नंबर 3। फिर इत्थे देखो 2 तो पहला 7 है, 2 तो बाद भी 7 है, तो की बन गया साडे कोल 4। यानी फिर इस मुताबिक जेड़े ऑप्शन होगा वो 4 होए। 21 नंबर ते हाउ मैनी 5s आर देयर इन द फॉलोइंग नंबर सीक्वेंस व्हिच आर इमीडिएटली प्रीसीडेड बाय 4 एंड फॉलोड बाय 6। कहंदे ਅਸੀਂ 5 ਦੇਖਣਾ ਹੈ ਕਿ ਕਿੰਨੀ ਵਾਰ ਆਉਂਦਾ ਹੈ ਤੇ ਉਸ ਤੋਂ ਪਹਿਲਾਂ 4 ਅੰਕ ਹੋਵੇ ਤੇ ਬਾਅਦ ਵਿੱਚ 6 ਆਂਦਾ ਹੋਵੇ, ਐਸੇ ਡਿਜਿਟ ਦੇਖਣੇ ਆ। ਯਾਨੀ ਸਿੰਪਲ ਗੱਲ ਆ, ਜੇ ਤੁਸੀਂ ਦੇਖੋ ਪਹਿਲਾਂ 4 ਲਿਖਿਆ ਹੋਊਗਾ ਤੇ ਸੈਂਟਰ 'ਚ 5 ਤਾਂ ਹੋਏਗਾ ਹੀ ਤੇ ਉਸ ਤੋਂ ਬਾਅਦ ਕੀ ਹੈ 6, ਯਾਨੀ ਅਸੀਂ 4 5 6 ਇਸ ਤਰ੍ਹਾਂ ਦੇ ਜਿਹੜੇ ਇਕੱਠੇ ਡਿਜਿਟ ਨੇ ਉਹ ਦੇਖਣੇ ਨੇ ਕਿ ਕਿੰਨੇ ਨੇ। ਦੇਖੋ ਪਹਿਲਾਂ ਦੇਖ ਲੈਣਾ, ਇੱਥੇ ਲੱਭ ਗਿਆ ਸਾਡੇ ਕੋਲ 4 5 6, ਇਹ 1 ਹੋ ਗਿਆ। ਫਿਰ ਦੇਖੋ ਇੱਕ ਇਹ ਪਿਆ 2 ਹੋ ਗਏ और ये एक 3 हो गए, यानी ऑप्शन की हो गया साढ़े को नंबर 1 ते आंसर हो गया 3। 22 नंबर ते है which word from the following words is at third place when arranged in dictionary order। कहते हेठ लिखे शब्दां नूं शब्दकोश क्रम अनुसार करो ते दसो तीसरा शब्द
ਕਿਹੜਾ ਆਉਂਦਾ ਹੈ? ਤਾਂ ਆਪਸ਼ਨ ਹੋਇਆ ਇਸ ਦਾ ਨੰਬਰ 1 shrub। 23 ਨੰਬਰ ਤੇ ਆ which word from the following words is at second place when arranged in dictionary ordered। ਕਹਿੰਦੇ ਸ਼ਬਦਾਂ ਨੂੰ ਸ਼ਬਦ ਕੋਸ਼ ਕ੍ਰਮ ਅਨੁਸਾਰ ਕਰੋ ਤੇ ਦੱਸੋ ਕਿਹੜਾ ਸ਼ਬਦ ਦੂਸਰੇ ਸਥਾਨ ਤੇ ਹੁੰਦਾ ਹੈ। ਤਾਂ ਇਹਦੇ ਵਿੱਚ ਹੋ ਜਾਏਗਾ ਆਪਸ਼ਨ ਨੰਬਰ 1 tendon। ਨੈਕਸਟ 24 ਨੰਬਰ ਤੇ ਆ which of the following word can not be formed from the letter for the word construction। ਕਹਿੰਦੇ ਜਿਹੜਾ construction word ਲਿਖਿਆ ਇਹਨਾਂ 4 ਆਪਸ਼ਨ ਦੇ ਵਿੱਚੋਂ ਤੁਸੀਂ ਐਸਾ ਆਪਸ਼ਨ ਲੱਭਣਾ ਹੈ ਜਿਹਦੇ ਵਿੱਚ ਕਿਹੜਾ ਵਰਡ ਆ ਜਿਹੜਾ ਇਹਨਾਂ ਕੰਸਟਰਕਸ਼ਨ ਦੇ ਡਿਜਿਟ ਨੂੰ ਯੂਜ਼ ਕਰਕੇ ਨਾ ਬਣਿਆ ਹੋਵੇ। ਤਾਂ ਦੇਖੋ ਤੁਸੀਂ ਸਿੰਪਲ ਧਿਆਨ ਰੱਖ ਲੈਣਾ, ਜੇ ਅਸੀਂ ਪਹਿਲੇ ਆਪਸ਼ਨ ਦੇਖੀਏ ਸਾਰੇ ਵਰਡ ਜਿਹੜੇ ਨੇ ਉਹ ਇੱਕ ਕੰਸਟਰਕਸ਼ਨ ਦੇ ਵਿੱਚ ਆ ਰਹੇ ਨੇ। ਦੇਖੋ ਐਸ ਵੀ ਆ ਰਿਹਾ, ਯੂ ਵੀ ਆ ਰਿਹਾ, ਸੀ ਵੀ ਹੈਗਾ, ਇਸ ਦੇ ਵਿੱਚ ਵੀ ਸਾਰੇ ਡਿਜਿਟ ਹੈਗੇ ਨੇ, ਇਸ ਦੇ ਵਿੱਚ ਵੀ ਹੈਗੇ ਨੇ, ਪਰ ਇੱਕ ਕੁਐਸਚਨ ਦੇ ਵਿੱਚ ਦੇਖੋ ਜਿਹੜਾ ਏ ਹੈ ਉਹ ਕੰਸਟਰਕਸ਼ਨ ਦੇ ਵਿੱਚ ਕਿਤੇ ਨਹੀਂ ਦਿਖ ਰਿਹਾ। ਇਸ ਕਰਕੇ ਸਾਡੇ ਕੋਲ ਆਪਸ਼ਨ ਕੀ ਹੋਗਾ? ਆਪਸ਼ਨ ਨੰਬਰ 3। 25 ਨੰਬਰ ਤੇ ਆ which of the following word can be formed from the letter of the word environment। ਕਹਿੰਦੇ ਕਿਹੜਾ ਐਸਾ ਸ਼ਬਦ ਹੈ ਜਿਹੜਾ environment ਨੂੰ ਡਿਜਿਟ ਜਿਹੜੇ ਲਿਖੇ ਹੋਏ ਨੇ ਇਹਦੇ ਵਿੱਚ ਉਸ ਨੂੰ ਯੂਜ਼ ਕਰਕੇ, ਜਿਹੜੇ environment ਦੇ ਵਰਡ ਲਿਖੇ ਹੋਏ ਨੇ alphabetical, ਇਸ ਨੂੰ ਯੂਜ਼ ਕਰਕੇ ਜਿਹੜਾ ਵਰਡ ਬਣਿਆ ਹੋਵੇ ਉਹ ਕਿਹੜਾ ਵਰਡ ਹੈ। ਤਾਂ ਦੇਖੋ ਇਸ ਨੂੰ ਯੂਜ਼ ਕਰਨ ਲਈ ਤੁਸੀਂ ਕੀ ਕਰਨਾ ਹੈ, ਅਸੀਂ ਪਹਿਲਾਂ ਉਹ ਡਿਜਿਟ ਲੱਭ ਲੈਣੇ ਜਿਹੜੇ environment ਦੇ ਵਿੱਚ ਨਹੀਂ ਨੇ। ਜਿਵੇਂ ਇੱਥੇ C ਹੈ, ਉਹ C ਕਿਤੇ ਵੀ environment ਤੇ ਯੂਜ਼ ਨਹੀਂ ਕੀਤਾ ਗਿਆ। ਫਿਰ ਨੈਕਸਟ ਦੇਖ ਲੈਂਦੇ ਆ A ਹੈ, A ਵੀ ਕਿਤੇ ਇੱਥੇ ਯੂਜ਼ ਨਹੀਂ ਕੀਤਾ ਗਿਆ। ਨੈਕਸਟ ਵਿੱਚ ਵੀ, ਫੋਰਥ ਵਿੱਚ ਵੀ ਦੇਖੋ A ਹੈ, A ਵੀ ਕਿਤੇ এনवायरमेंट ਦੇ ਵਿੱਚ ਯੂਜ਼ ਨਹੀਂ ਕੀਤਾ ਗਿਆ। ਤੇ ਸਾਡੇ ਕੋਲ ਕੀ ਬਚਿਆ ਫਿਰ 3। ਇਹ ਸਾਰੇ ਜਿਹੜੇ ਡਿਜਿਟ ਨੇ, ਵਰਡ ਨੇ, ਇਹ ਸਾਰੇ এনवायरमेंट ਦੇ ਵਿੱਚੋਂ ਹੀ ਯੂਜ਼ ਕੀਤੇ ਗਏ ਨੇ। 26 ਨੰਬਰ ਤੇ ਆ there are 56 student in class 8th Mohit is on 28th place from the front side। ਕਹਿੰਦੇ 8ਵੀਂ ਸ਼੍ਰੇਣੀ ਦੇ ਵਿੱਚ ਕੁੱਲ ਜਿਹੜੇ ਨੇ 56 ਸਟੂਡੈਂਟ ਨੇ। ਮੋਹਿਤ ਜਿਹੜਾ ਹੈਗਾ ਉਹ ਫਰੰਟ ਸਾਈਡ ਤੋਂ 28 ਨੰਬਰ ਤੇ ਬੈਠਾ ਹੈ। ਪਿਛਲੇ ਪਾਸੇ ਤੋਂ ਕਿਹੜੇ ਸਥਾਨ ਤੇ ਆ, ਯਾਨੀ ਬੈਕ ਸਾਈਡ ਤੋਂ ਅਸੀਂ ਦੇਖਣਾ ਕਿਹੜੇ ਨੰਬਰ ਤੇ ਬੈਠਾ। ਤੇ ਤੁਸੀਂ ਕੀ ਕਰੋਗੇ? ਦੇਖੋ ਤੁਸੀਂ ਇੱਥੇ ਗਲਤੀ ਕੀ ਕਰੋਗੇ, 56 ਦੇ ਵਿੱਚੋਂ 28 ਮਾਈਨਸ ਕਰ ਦੋਗੇ। ਤੁਸੀਂ ਕਹੋਗੇ ਆਨਸਰ ਕੀ ਆ ਗਿਆ 28। ਪਰ ਜੇ ਤੁਸੀਂ ਹੁਣ ਇਹਦੇ ਇਸ ਗਿਣਤੀ ਦੇ ਹਿਸਾਬ ਨਾਲ ਦੇਖੋ ਤਾਂ ਅਸੀਂ ਇੱਥੇ ਇੱਕ ਵਾਰ ਕਾਊਂਟ ਕਰਕੇ ਦੇਖ ਲੈਂਦੇ ਆ 1 2 3 4। ਹੁਣ ਮੈਂ ਕਿੱਥੋਂ ਦੇਖੋ ਗਿਣਤੀ ਸਟਾਰਟ ਕਰੀ, 56 ਨੂੰ ਕੀ ਬਣਿਆ 1। ਇਹੀ ਤੁਸੀਂ ਬਸ ਧਿਆਨ ਰੱਖਣਾ ਹੈ। 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 ਕਿੱਥੇ ਆਇਆ ਫਿਰ 29 ਨੰਬਰ। ਇਹੀ ਤੁਸੀਂ ਬਸ ਇੱਥੇ ਧਿਆਨ ਰੱਖਣਾ। ਆਨਸਰ ਕੀ ਆਏਗਾ ਸਾਡੇ ਕੋਲ 29। 27 ਨੰਬਰ ਤੇ ਆ ਇਨ ਸਾਇੰਸ ਐਗਜ਼ੀਬਿਸ਼ਨ ਸੰਤੋਖ ਸਿੰਘ ਇਜ਼ ਔਨ 15 ਪਲੇਸ। ਦੇਖੋ ਉਸ ਤਰੀਕੇ ਦਾ ਕੁਐਸਚਨ ਫੇਰ ਆ ਗਿਆ ਫਰੋਮ ਰਾਈਟ ਸਾਈਡ। ਕਹਿੰਦੇ ਵਿਗਿਆਨ ਪ੍ਰਦਰਸ਼ਨੀ ਚ 42 ਜਿਹੜੇ ਟੀਚਰ ਨੇ ਉਹਨਾਂ ਦੀ ਕਤਾਰ ਦੇ ਵਿੱਚ ਜਿਹੜਾ ਸੰਤੋਖ ਸਿੰਘ ਹੈ ਉਹ ਸੱਜੇ ਪਾਸੇ ਤੋਂ 50 ਨੰਬਰ ਤੇ ਆ। ਔਨ ਵਿਚ ਪਲੇਸ ਹੀ ਇਜ਼ ਫਰੋਮ ਲੈਫਟ ਸਾਈਡ। ਕਹਿੰਦਾ ਲੈਫਟ ਸਾਈਡ ਤੋਂ ਫਿਰ ਕਿਹੜੇ ਨੰਬਰ ਤੇ ਹੋਇਆ? ਸਿੰਪਲ ਉਸ ਤਰ੍ਹਾਂ ਹੀ ਤੁਸੀਂ ਪਤਾ ਕੀ ਕਰਨਾ, ਇਹਦੇ ਵਿੱਚੋਂ ਤੁਸੀਂ 42 ਦੇ ਵਿੱਚੋਂ 50 ਨੂੰ ਮਾਈਨਸ ਕਰੋ, ਆਨਸਰ ਆਏਗਾ ਸਾਡੇ ਕੋਲ 27। ਉਹਦੇ ਵਿੱਚ ਇੱਕ ਪਲੱਸ ਜ਼ਰੂਰ ਕਰ ਦਿਓ ਬਸ। ਆਨਸਰ ਕੀ ਬਣ ਗਿਆ ਸਾਡੇ ਕੋਲ 28। ਨੈਕਸਟ ਦੇਖੋ ਜਿਹੜੇ 28 ਤੋਂ 31 ਤੱਕ ਜਿਹੜੇ ਕੁਐਸਚਨ ਨੇ ਉਹ ਇਸ ਇਨਫੋਰਮੇਸ਼ਨ ਨੂੰ ਦੇ ਕੇ, ਸਟੇਟਮੈਂਟ ਨੂੰ ਦੇ ਕੇ ਤੁਸੀਂ ਇਸਦੇ ਆਨਸਰ ਜਿਹੜੇ ਨੇ ਦੇਣੇ ਨੇ। ਤਾਂ ਫਸਟ ਅਸੀਂ ਪਹਿਲਾਂ ਇਹਨਾਂ ਨੂੰ ਦੇਖ ਲੈਂਦੇ ਕੀ ਆ। A ਤੇ B ਘੋੜਸਵਾਰ, ਜਿਮਨਾਸਟਿਕ ਅਤੇ ਫੁੱਟਬਾਲ ਖਿਡਾਰੀ ਹਨ। ਇਸ ਤਰ੍ਹਾਂ ਤੁਹਾਨੂੰ ਇੱਕ ਸਟੇਟਮੈਂਟ ਦਿੱਤੀਆਂ ਹੋਈਆਂ। और 28 ਦਾ ਅਸੀਂ ਕੁਐਸਚਨ ਦੇਖਦੇ ਹਾਂ ਕੀ ਆ। ਕਹਿੰਦੇ ਕੌਣ ਘੋੜਸਵਾਰ, ਤੈਰਾਕ, ਬਾਕਸਰ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹੈ। ਅਸੀਂ ਇਹ ਦੇਖਣਾ A B C ਤੇ D ਦੇ ਵਿੱਚੋਂ ਜਿਹੜਾ ਘੋੜਸਵਾਰ ਵੀ ਹੋਵੇ, ਤੈਰਾਕ ਵੀ ਹੋਵੇ, ਬਾਕਸਰ ਵੀ ਹੋਵੇ, ਜਿਮਨਾਸਟਿਕ ਵੀ ਹੋਵੇ ਤੇ ਫੁੱਟਬਾਲ ਪਲੇਅਰ ਵੀ ਹੋਵੇ। ਔਰ ਅਸੀਂ ਦੇਖਣਾ ਇਹਨਾਂ ਸਟੇਟਮੈਂਟ ਨੂੰ। ਦੇਖੋ ਇਹਦੇ ਚ ਅਸੀਂ ਧਿਆਨ ਨਾਲ ਦੇਖਾਂਗੇ ਜਿਹੜਾ D ਹੈ। ਦੇਖੋ ਚੀਜ਼ਾਂ ਤੇ ਅਸੀਂ ਦੇਖਣੀਆਂ। डी देख लिया सी तो की आ गया, घोड़सवार भी है, बॉक्सर भी है, तैराक भी है। डी फिर यूज हो रहा है की है, जिमनास्टिक भी आ गया, फुटबॉल खिडारी भी आ गया। यानी जो ये कह रहा सारे जिहड़े ने डी दे विच आ गए। तो आंसर की हो गया साडे कोल डी। नैक्सट आ साडे कोल किहड़ा जिहड़ा घोड़सवार, तैराक, बॉक्सर, फुटबॉल खिडारी है पर जिमनास्टिक नहीं है। तो देखते हैं इत्थे देखो सी, देखो ये घोड़सवार भी है, बॉक्सर भी है, फुटबॉल खिडारी भी है। फिर सी आ गया, इहदे च की है, बॉक्सर भी है, तैराक भी है, पर की नहीं आया सी, जिमनास्टिक। तो इसका आंसर की हो गया ऑप्शन नंबर 3 सी। नैक्सट आ साडे कोल किहड़ा जिहड़ा घोड़सवार, जिमनास्टिक, फुटबॉल खिडारी है पर तैराक नहीं है ते ना ही बॉक्सर है। ਅਸੀਂ ਦੇਖਦੇ ਹਾਂ A ਨੂੰ, ਇਹ ਘੋੜਸਵਾਰ भी है, जिमनास्टिक भी है, फुटबॉल खिडारी भी है पर बॉक्सर नहीं है। तो आंसर की हो गया साडे कोल नंबर 1 A। 31 ਤੇ ਕੌਣ ਜਿਹੜਾ ਤੈਰਾਕ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹੈ ਪਰ ਘੋੜਸਵਾਰ ਨਹੀਂ ਹੈ। ਤਾਂ E ਨੂੰ ਦੇਖਦੇ ਹਾਂ ਅਸੀਂ, ਤੈਰਾਕ ਵੀ ਹੈ, ਜਿਮਨਾਸਟਿਕ ਵੀ ਹੈ, ਫੁੱਟਬਾਲ ਖਿਡਾਰੀ ਵੀ ਹੈ ਪਰ ਘੋੜਸਵਾਰ नहीं है। ऑप्शन की होया साडे कोल इहदे विच E। 32 ते है 1 ਤੋਂ 100 तक गिणती लिखते समय 2 ਦਾ अंक कितनी बार आउंदा है। तो अंक जिहड़ा है तुहानूं पता होना चाहिए है 20 बार आउंदा। नैक्सट क्वेश्चन है साडे कोल 33 ਤੋਂ 37 तक तुसीं इस पिक्चर के मुताबिक जिहड़े आ क्वेश्चनां दे आंसर जिहड़े ने ओह ਲੱਭ के तुसीं देने आ। फस्ट ਅਸੀਂ क्वेश्चन देखते हैं 33 नंबर ते आ, किन्ने खिडारी ना ਤਾਂ कलाकार ਹਨ ਤੇ ਨਾ ਹੀ डॉक्टर आ।
ਤੁਸੀਂ ਪਿਕਚਰ ਨੂੰ ਧਿਆਨ ਨਾਲ ਦੇਖਣਾ। ਦੇਖੋ ਇੱਕ ਡਾਕਟਰ ਦੀ ਆ, ਖਿਡਾਰੀ ਆ ਐਂਡ ਇੱਕ ਕਲਾਕਾਰ ਦਿੱਤੇ ਹੋਏ ਨੇ। ਆਇਤ ਜਿਹੜਾ ਉਹਨਾਂ ਨੇ ਯਾਨੀ ਰੈਕਟੈਂਗਲ ਜਿਹੜਾ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਆਰਟਿਸਟ ਯਾਨੀ ਕਲਾਕਾਰ ਨੂੰ, ਸਰਕਲ ਯਾਨੀ ਚੱਕਰ ਰਿਪਰੈਜ਼ੈਂਟ ਕੀਤਾ ਉਹਨਾਂ ਨੇ ਪਲੇਅਰਸ ਯਾਨੀ ਖਿਡਾਰੀਆਂ ਨੂੰ, ट्रायंगल यानी त्रिकोण रिप्रेजेंट किया उन्होंने डॉक्टर्स ਨੂੰ। ਅਸੀਂ ਇੱਥੇ ਦੇਖਦੇ ਹਾਂ ਕਿ ਕਿੰਨੇ ਖਿਡਾਰੀ ਨਾ ਤਾਂ ਕਲਾਕਾਰ ਹਨ ਤੇ ਨਾ ਹੀ ਡਾਕਟਰ ਹਨ। ਤਾਂ ਤੁਸੀਂ ਦੇਖੋ ਇਸ ਸਰਕਲ ਨੂੰ ਤੁਸੀਂ ਧਿਆਨ ਨਾਲ ਦੇਖੋ, ਇਹਦੇ ਵਿੱਚ ਕੀ ਹੋ ਰਿਹਾ ਹੈ। ਜਿਹੜਾ 4 ਹੈ ਇਹ ਕਲਾਕਾਰ ਦੇ ਵਿੱਚ ਵੀ ਆ ਰਿਹਾ ਹੈ ਐਂਡ ਡਾਕਟਰ ਦੇ ਵਿੱਚ ਵੀ ਆ ਰਿਹਾ ਹੈ, ਠੀਕ ਹੈ। ਪਰ ਸਾਡੇ ਕੋਲ ਜਿਹੜਾ ਦੇਖੋ ਇਹ 25 ਜਿਹੜਾ ਪਿਆ ਇਹ ਬਾਹਰ ਪਿਆ, ਠੀਕ ਹੈ, ਤ੍ਰਿਕੋਣ ਤੋਂ ਵੀ ਬਾਹਰ ਪਿਆ ਔਰ ਐਂਡ ਰੈਕਟੈਂਗਲ ਤੋਂ ਵੀ ਬਾਹਰ ਪਿਆ। ਤਾਂ ਇਹਦਾ ਆਨਸਰ ਕੀ ਹੋਇਆ ਸਾਡੇ ਕੋਲ ਫਿਰ 25। ਨਾ ਤਾਂ ਇਹ ਖਿਡਾਰੀ ਹੈ, ਨਾ ਕਲਾਕਾਰ ਹੈ ਤੇ ਨਾ ਹੀ ਡਾਕਟਰ ਹੈ, ਇਹ ਬਾਹਰ ਹੀ ਹੈ। ਨੈਕਸਟ 34 ਨੰਬਰ ਤੇ ਕੁਐਸਚਨ ਆਪਣੇ ਕੋਲ ਕਿੰਨੇ ਕਲਾਕਾਰ ਜਿਹੜੇ ਖਿਡਾਰੀ ਹਨ। ਆਪਸ਼ਨ ਹੋਏਗਾ ਇਸਦਾ ਦੇਖੋ ਜਿਹੜੇ ਚੱਕਰ 'ਚ ਕੀ ਆ ਰਿਹਾ 22। 35 ਤੇ ਕਿੰਨੇ ਕਲਾਕਾਰ ਨਾ ਤਾਂ ਡਾਕਟਰ ਹਨ ਤੇ ਨਾ ਹੀ ਖਿਡਾਰੀ ਹਨ। ਕੁਐਸਚਨ ਤੁਸੀਂ ਧਿਆਨ ਨਾਲ ਦੇਖ ਲਓ ਇੱਥੇ ਸਟੂਡੈਂਟ, ਕਿੰਨੇ ਕਲਾਕਾਰ ਖਿਡਾਰੀ ਹਨ। ਉਸਦਾ ਮਤਲਬ ਕੀ ਆ ਕਿ ਜਿਹੜੇ ਕਲਾਕਾਰ ਵੀ ਹੋਣੇ ਚਾਹੀਦੇ ਆ ਤੇ ਉਹ ਖਿਡਾਰੀ ਵੀ ਹੋਣੇ ਚਾਹੀਦੇ ਆ। ਤਾਂ ਰੈਕਟੈਂਗਲ ਜਿਹੜਾ ਹੈਗਾ ਉਹਦੇ ਵਿੱਚ ਕਲਾਕਾਰ ਦੀ ਗੱਲ ਕੀਤੀ ਹੋਈ ਆ, ਤਾਂ ਇਹਦੇ ਵਿੱਚ ਚੱਕਰ ਵੀ ਦੇਖੋ ਇਹਦੇ 'ਚ ਆ ਰਿਹਾ, ਤੇ ਇਹਦੇ ਵਿੱਚ ਇੱਕ 22 ਜਿਹੜਾ ਉਹ ਰੈਕਟੈਂਗਲ ਦੇ ਵਿੱਚ ਆ ਰਿਹਾ ਹੈ, ਠੀਕ ਹੈ ਜੀ। ਉਹਦੇ ਚੱਕਰ ਦੇ ਵਿੱਚ ਵੀ ਆ ਰਿਹਾ ਹੈ। ਇਟ ਮੀਨਸ ਕੀ ਹੋਇਆ ਆਨਸਰ ਸਾਡੇ ਕੋਲ 22। 35 ਨੰਬਰ ਤੇ ਆ ਕਿੰਨੇ ਕਲਾਕਾਰ ਨਾ ਤਾਂ ਡਾਕਟਰ ਹਨ ਤੇ ਨਾ ਹੀ ਖਿਡਾਰੀ ਹਨ। ਨਾ ਤਾਂ ਦੇਖੋ ਉਹ ਡਾਕਟਰ ਹੋਣੇ ਚਾਹੀਦੇ ਆ ਤੇ ਨਾ ਹੀ ਖਿਡਾਰੀ ਹੋਣੇ ਚਾਹੀਦੇ ਆ, ਤਾਂ ਸਿਰਫ ਹੋਣ ਕੀ ਚਾਹੀਦੇ ਆ ਕਲਾਕਾਰ। ਤਾਂ ਰੈਕਟੈਂਗਲ ਦੇ ਵਿੱਚ ਕੀ ਆ ਰਿਹਾ ਸਿਰਫ ਇੱਕ 30। ਆਨਸਰ ਕੀ ਹੋ ਜਾਏਗਾ ਸਾਡੇ ਕੋਲ 30। 36 ਨੰਬਰ ਤੇ ਆ ਕਿੰਨੇ ਡਾਕਟਰ ਨਾ ਤਾਂ ਖਿਡਾਰੀ ਹਨ ਤੇ ਨਾ ਹੀ ਕਲਾਕਾਰ ਹਨ। ਯਾਨੀ ਸਿਰਫ ਉਹ ਡਾਕਟਰ ਹੋਣੇ ਚਾਹੀਦੇ ਆ, ਖਿਡਾਰੀ ਨਹੀਂ ਹੋਣੇ ਚਾਹੀਦੇ ਤੇ ਕਲਾਕਾਰ ਵੀ ਨਹੀਂ ਹੋਣੇ ਚਾਹੀਦੇ। ਤਾਂ ਦੇਖੋ ਇੱਥੇ ਡਾਕਟਰ ਦਾ ਸਾਨੂੰ ਰਿਪਰੈਜ਼ੈਂਟ ਕੀ ਕੀਤਾ ਹੋਇਆ ਟ੍ਰਾਇੰਗਲ ਨੂੰ, ਤਾਂ ਟ੍ਰਾਇੰਗਲ ਦੇ ਵਿੱਚ ਸਿਰਫ ਇੱਥੇ ਕੀ ਆ ਰਿਹਾ ਇੱਕ 17, ਠੀਕ ਹੈ, ਜਿਹੜਾ ਸਿਰਫ ਟ੍ਰਾਇੰਗਲ ਦੇ ਵਿੱਚ ਹੀ ਤੁਹਾਨੂੰ ਦਿਖ ਰਿਹਾ। ਆਨਸਰ ਕੀ ਹੋ ਜਾਏਗਾ ਸਾਡੇ ਕੋਲ 17। ਨੈਕਸਟ ਕੁਐਸਚਨ ਆ ਸਾਡੇ ਕੋਲ ਕਿੰਨੇ ਡਾਕਟਰ ਖਿਡਾਰੀ ਅਤੇ ਕਲਾਕਾਰ ਦੋਵੇਂ ਹਨ। ਦੇਖੋ ਅਸੀਂ ਦੇਖ ਰਹੇ ਹਾਂ ਡਾਕਟਰ ਖਿਡਾਰੀ ਵੀ ਹੋਵੇ। ਦੇਖੋ ਸਟੂਡੈਂਟ ਜੇ ਤੁਸੀਂ ਇਸ 3 ਨੂੰ ਦੇਖੋ ਧਿਆਨ ਨਾਲ ਤਾਂ ਇਹ ਸਰਕਲ ਦੇ ਵਿੱਚ ਵੀ ਆ ਰਿਹਾ ਹੈ, ਰੈਕਟੈਂਗਲ ਵਿੱਚ ਵੀ ਆ ਰਿਹਾ ਹੈ, ਪਰ ਇਹ ਟ੍ਰਾਇੰਗਲ ਦੇ ਵਿੱਚ ਨਹੀਂ ਆ ਰਿਹਾ। ਇਟ ਮੀਨਸ ਕੀ ਹੋਇਆ ਤਾਂ ਆਨਸਰ ਇਸਦਾ 3 ਹੋ ਗਿਆ। 38 ਨੰਬਰ ਤੇ ਆ ਜੇਕਰ ਹਰੇ ਨੂੰ ਲਾਲ, ਲਾਲ ਨੂੰ ਨੀਲਾ, ਨੀਲੇ ਨੂੰ ਚਿੱਟਾ, ਚਿੱਟੇ ਨੂੰ ਪੀਲਾ, ਪੀਲੇ ਨੂੰ ਬੈਂਗਣੀ ਕਿਹਾ ਜਾਵੇ ਤਾਂ ਘਾਹ ਦਾ ਰੰਗ ਕੀ ਹੋਵੇਗਾ। ਘਾਹ ਦਾ ਰੰਗ ਉਹ ਹੋਏਗਾ ਹਰਾ ਹੁੰਦਾ ਘਾਹ ਦਾ ਰੰਗ, ਤਾਂ ਹਰੇ ਨੂੰ ਸਭ ਤੋਂ ਪਹਿਲਾਂ ਅਸੀਂ ਕੀ ਕਿਹਾ ਸੀਗਾ ਲਾਲ। ਆਨਸਰ ਕੀ ਹੋ ਗਿਆ ਸਾਡੇ ਕੋਲ ਲਾਲ ਹੀ ਹੋਏਗਾ। 39 ਨੰਬਰ ਤੇ ਆ ਇਨਸਰਟਨ ਕੋਡ ਦਿੱਤਾ ਹੋਇਆ ਤੁਹਾਨੂੰ ਇੱਕ ਲੈਂਗੁਏਜ ਦੇ ਵਿੱਚ 125 ਗੋ ਟੂ ਸਕੂਲ ਲਈ ਆ, 146 ਸਟੱਡੀ ਇਨ ਸਕੂਲ ਲਈ ਆ, 135 ਰਨ ਟੂ ਸਕੂਲ ਲਈ ਆ। ਤਾਂ ਕੁਐਸਚਨ ਕੀ ਆ ਸਾਡੇ ਕੋਲ ਜਿਹੜਾ ਰਨ ਹੈ ਤਾਂ ਇਹਦੇ ਲਈ ਕਿਹੜਾ ਜਿਹੜਾ ਡਿਜਿਟ ਆ ਯੂਜ਼ ਕੀਤਾ ਗਿਆ। ਤਾਂ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ, ਇਹਦੇ ਵਿੱਚ ਰੈਪੀਟੇਸ਼ਨ ਕੀ ਹੋ ਰਹੀ ਆ ਸਕੂਲ ਸਕੂਲ ਸਕੂਲ, ਤੇ ਨੂਮੈਰੀਕਲ ਦੇ ਵਿੱਚ ਕੀ ਹੋ ਰਿਹਾ 1 1 1, ਯਾਨੀ 1 ਜਿਹੜਾ ਹੈਗਾ ਰਿਪਰੈਜ਼ੈਂਟ ਕੀਤਾ ਗਿਆ ਉਹ ਸਕੂਲ ਨੂੰ। ਐਂਡ ਨੈਕਸਟ ਦੇਖੋ ਕਿਹੜੀ ਚੀਜ਼ ਰੈਪੀਟੇਸ਼ਨ ਹੋ ਰਹੀ ਹੈ 2 ਐਂਡ 2, ਔਰ ਇਹਦੇ ਵਿੱਚ ਕੀ ਆ ਦੋ ਵਾਰੀ ਕੀ ਆਇਆ ਫਿਰ 5 ਐਂਡ 5, ਯਾਨੀ 5 ਜਿਹੜਾ ਫਿਰ ਉਹ 2 ਨੂੰ ਰਿਪਰੈਜ਼ੈਂਟ ਕੀਤਾ ਗਿਆ। ਤਾਂ ਬਚਿਆ ਕਿ ਸਾਡੇ ਕੋਲ ਦੇਖੋ 1 ਵੀ ਹੋ ਗਿਆ ਸਕੂਲ ਦੇ ਲਈ, 5 ਹੋ ਗਿਆ 2 ਦੇ ਲਈ, ਤੇ ਬਚਿਆ ਕਿ ਸਾਡੇ ਕੋਲ 3 ਇਹ ਰਨ ਦੇ ਲਈ ਹੀ ਬਚਿਆ। ਇਹਦੇ ਵਿੱਚ ਤੁਸੀਂ ਇਹ ਉੱਪਰ ਵਾਲੇ ਨਹੀਂ ਦੇਖਣੇ, ਤੁਸੀਂ ਸਿਰਫ ਹੁਣ ਇੱਥੇ ਹੀ ਧਿਆਨ ਰੱਖਣਾ। ਆਨਸਰ ਕੀ ਹੋ ਗਿਆ ਸਾਡੇ ਕੋਲ 3। 40 ਨੰਬਰ ਤੇ ਆ ਮਦਰਾਸ ਨੂੰ ਦਮਸਾਰ ਕਰਕੇ ਲਿਖਿਆ ਗਿਆ, ਤਾਂ ਉਸੇ ਕੋਡ ਦੇ ਵਿੱਚ ਜੇ ਮੁੰਬਈ ਨੂੰ ਅਸੀਂ ਕਿਵੇਂ ਲਿਖਾਂਗੇ। ਹੁਣ ਤੁਸੀਂ ਇਸ ਮਦਰਾਸ ਨੂੰ ਧਿਆਨ ਨਾਲ ਦੇਖਣਾ ਹੈ। ਦੇਖੋ ਇਹਦੇ ਵਿੱਚ ਕੀ ਕੀਤਾ ਗਿਆ MAD, ਔਰ ਇਹਦੇ ਵਿੱਚ ਕੀ ਕੀਤਾ DAM, यानी ਇਹਨੂੰ ਪੁੱਠਾ ਲਿਖਤਾ। ਫਿਰ ਅੱਗੇ RAS ਔਰ ਇੱਥੇ ਕੀ ਲਿਖਤਾ SAR। ਇਸੇ ਤਰੀਕੇ ਨਾਲ ਤੁਸੀਂ ਮੁੰਬਈ ਨੂੰ ਕਿਵੇਂ ਲਿਖੋਗੇ ਪਿੱਛੋਂ MUM। ਦੇਖੋ ਇਹਦੇ ਵਿੱਚ MUM ਕਿਹੜਾ, ਦੇਖੋ ਦੋ ਆਪਸ਼ਨ ਨੇ MUM ਵਾਲੇ AB ਔਰ AB, ਪਰ ਅਸੀਂ ਨੈਕਸਟ ਜਦੋਂ ਦੇਖਾਂਗੇ ਤਾਂ ਫਿਰ ਤੁਹਾਨੂੰ ਆਨਸਰ ਲੱਭ ਜਾਏਗਾ। ਫਰਜ਼ ਕਰੋ ਅਸੀਂ ਇਹਨੂੰ ਚੂਜ਼ ਕਰ ਲੈਂਦੇ ਆ MUM, ਔਰ ਪਿੱਛੇ ਕੀ ਬਣ ਗਿਆ ਸਾਡੇ ਕੋਲ IAB ਕਿਹਦੇ ਵਿੱਚ ਆ ਇਸ ਦੇ ਵਿੱਚ ਆਪਸ਼ਨ ਵਿੱਚ ਹੀ ਆ 2 ਨੰਬਰ ਦੇ ਵਿੱਚ। 41 ਨੰਬਰ ਤੇ ਆ ਕਿਸੇ ਕੋਡ ਭਾਸ਼ਾ ਵਿੱਚ ਸਪਾਰਕ ਨੂੰ TQBSL ਲਿਖਿਆ ਜਾਂਦਾ ਹੈ, ਤਾਂ ਉਸੇ ਕੋਡ ਦੇ ਵਿੱਚ ਫਲੇਮ ਨੂੰ ਕਿਵੇਂ ਲਿਖਿਆ ਜਾਂਦਾ ਹੈ। ਤਾਂ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਤਾਂ S ਤੋਂ ਬਾਅਦ ਕੀ ਆ ਰਿਹਾ ABC ਦੇ ਵਿੱਚ T ਤੋਂ ਬਾਅਦ ਕੀ ਆ ਗਿਆ ਫਿਰ Q, A ਤੋਂ ਬਾਅਦ ਕੀ ਆ ਰਿਹਾ B, R ਤੋਂ ਬਾਅਦ ਕੀ ਆਉਂਦਾ ਹੈ S, K ਤੋਂ ਬਾਅਦ ਕੀ ਆਉਂਦਾ ਹੈ L। ਤਾਂ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਫਲੇਮ ਨੂੰ ਫਾਈਂਡ ਆਊਟ ਕਰਨਾ ਹੈ। ਦੇਖੋ F ਤੋਂ ਬਾਅਦ ਕੀ ਆਉਂਦਾ ਹੈ G, L ਤੋਂ ਬਾਅਦ ਕੀ ਆਉਂਦਾ ਹੈ M, A ਤੋਂ ਬਾਅਦ ਕੀ ਆਉਂਦਾ ਹੈ B, M ਤੋਂ ਬਾਅਦ ਕੀ ਆਉਂਦਾ ਹੈ N, E ਤੋਂ ਬਾਅਦ ਕੀ ਹੁੰਦਾ F, ਯਾਨੀ ਆਨਸਰ ਬਣ ਗਿਆ ਸਾਡੇ ਕੋਲ GMBNF, ਆਪਸ਼ਨ ਨੰਬਰ 1। ਨੈਕਸਟ ਆ ਸਾਡੇ ਕੋਲ ਬੇਸਡ ਅਪਨ ਲੈਟਰ ਕੋਡ ਐਂਡ ਡਿਜਿਟ ਕੋਡ ਆਨਸਰ ਕੁਐਸਚਨ। ਇਹ ਤੁਹਾਡੇ ਕੋਲ ਇੱਕ ਲੈਟਰ ਕੋਡ ਐਂਡ ਡਿਜਿਟ ਕੋਡ ਦਿੱਤੇ ਗਏ ਆ, ਤੁਸੀਂ ਇਸ ਦੇ ਮੁਤਾਬਿਕ ਇਸ ਦਾ ਆਨਸਰ ਚੂਜ਼ ਕਰਨਾ ਹੈ। ਦੇਖੋ ਇਹ ਬਹੁਤ ਹੀ ਸਿੰਪਲ ਹੈ। ਸਪੋਰਟਸ ਜਿਹੜਾ ਦੇਖਣਾ ਸੀ ਕਿਹੜੇ ਕਿਹੜੇ ਡੀ ਲਈ ਚੂਜ਼ ਕੀਤਾ ਗਿਆ। ਦੇਖੋ S ਕਿੱਥੇ ਲਿਖਿਆ, ਇਹ S ਪਿਆ, ਇਹਦੇ ਨੀਚੇ ਕੀ ਆ 8, ਫਿਰ ਅੱਗੇ P ਦੇ ਨੀਚੇ ਕੀ ਹੈ 2 8 2, ਫਿਰ ਨੈਕਸਟ O ਦੇ ਨੀਚੇ ਕੀ ਹੈ 4, ਇੱਥੇ ਲਿਖ ਲਓ 4, ਫਿਰ R ਦੇ ਨੀਚੇ ਕੀ ਹੈ 7, ਇੱਥੇ 7 ਆ ਜਾਏ। ਫਿਰ ਨੈਕਸਟ ਕੀ ਆਪਣੇ ਕੋਲ T ਦੇ ਨੀਚੇ ਕੀ ਹੈ 5, ਇੱਥੇ 5 ਲਿਖ ਲਓ। ਨੈਕਸਟ ਫਿਰ S ਬਚ ਗਿਆ ਸਾਡੇ ਕੋਲ, S ਦੇ ਨੀਚੇ ਕੀ ਹੈ
8 ਫਿਰ ਇੱਥੇ 8 ਹੁਣ ਇਹ ਤੁਸੀਂ ਡਿਜਿਟ ਤੁਹਾਡੇ ਕੋਲ ਬਣ ਕੇ ਆ ਗਿਆ। ਤੁਸੀਂ ਇਸ ਨੂੰ ਆਪਸ਼ਨ ਦੇ ਵਿੱਚ ਦੇਖ ਲਓ ਕਿੱਥੇ ਆ ਇਹ 824758 ਆਪਸ਼ਨ ਨੰਬਰ 4। ਇਸੇ ਤਰੀਕੇ ਨਾਲ ਤੁਸੀਂ ਦੇਖਣਾ ਹੈ ਅਰੈਸਟ, ਇਸ ਦਾ ਬਣ ਜਾਏਗਾ ਆਪਸ਼ਨ ਨੰਬਰ 3। ਫਿਰ ਤੁਸੀਂ ਦੇਖਣਾ ਡ੍ਰੌਪਰ, ਇਸ ਦਾ ਬਣ ਜਾਏਗਾ ਆਪਸ਼ਨ ਨੰਬਰ 2। ਨੈਕਸਟ ਆ 45 ਨੰਬਰ ਤੇ ਸਾਡੇ ਕੋਲ ਕਿ ਕਿਸੇ ਕੋਡ ਲੈਂਗੁਏਜ ਦੇ ਵਿੱਚ ਚੈਟ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਤੇ ਉਸ ਕੋਡ ਦੇ ਵਿੱਚ APT ਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ। ਇਸ ਨੂੰ ਸੋਲਵ ਲਈ ਤੁਸੀਂ ਕੀ ਕਰਨਾ, ਤੁਸੀਂ ਪਿੱਛੋਂ ਸਟਾਰਟ ਕਰਨਾ ਇਸਦਾ BD, ਇੱਥੇ ਲਿਖੋਗੇ ਤੁਸੀਂ C, GI ਦੇ ਨੀਚੇ ਲਿਖੋਗੇ H, ZB ਦੇ ਨੀਚੇ ਲਿਖੋਗੇ A ਐਂਡ SU ਦੇ ਨੀਚੇ ਲਿਖੋਗੇ T। ਇਹ ਕੀ ਬਣ ਗਿਆ ਸਾਡੇ ਕੋਲ ਚੈਟ। ਔਰ ਇਸੇ ਤਰੀਕੇ ਨਾਲ ਤੁਸੀਂ ਇੱਥੇ ਫਾਈਂਡ ਆਊਟ ਕਰਨਾ ਹੈ। ਹੁਣ ZB ਦੇ ਨੀਚੇ ਕੀ ਬਣਿਆ ਸੀਗਾ ਸਾਡੇ ਕੋਲ A, ਤਾਂ ਇੱਥੇ ਅਸੀਂ ZB ਦੇ ਨੀਚੇ ਲਗਾਵਾਂਗੇ ਦੇਖੋ A। SQ ਦਾ ਕੀ ਬਣਿਆ ਸਾਡੇ ਕੋਲ T, ਇੱਥੇ ਲਗਾਵਾਂਗੇ T। ਦੇਖੋ A ਔਰ T ਲੱਭ ਗਿਆ ਸਾਡੇ ਕੋਲ ਔਰ OQ ਜਿਹੜਾ ਹੈਗਾ ਉਹ ਆਬਵੀਅਸਲੀ ਜਿਹੜਾ ਫਿਰ P ਹੀ ਹੋਏਗਾ। ਤਾਂ ਆਨਸਰ ਕੀ ਬਣ ਗਿਆ ਸਾਡੇ ਕੋਲ APT ਆਪਸ਼ਨ ਨੰਬਰ 4। ਨੈਕਸਟ ਆ ਸਾਡੇ ਕੋਲ 46 ਤੇ ਕਹਿੰਦੇ ਉਸ ਡਾਇਗਰਾਮ ਦੀ ਤੁਸੀਂ ਚੋਣ ਕਰਨੀ ਆ ਜਿਹੜੀ ਪਲੇਅਰਸ, ਕ੍ਰਿਕਟਰਸ ਐਂਡ ਬੈਟਸਮੈਨ ਨੂੰ ਰੀਪ੍ਰੈਜ਼ੈਂਟ ਕਰਦੀ ਹੋ। ਯਾਨੀ ਜਿਹੜੇ ਉਹ ਪਲੇਅਰਸ, ਕ੍ਰਿਕਟਰ ਤੇ ਬੈਟਸਮੈਨ ਜਿਹੜੇ ਨੇ ਉਹ ਇੱਕ ਹੀ ਡਾਇਗਰਾਮ ਦੇ ਵਿੱਚ ਫਿੱਟ ਹੁੰਦੇ ਹੋਣ। ਤਾਂ ਕਿਹੜੀ ਡਾਇਗਰਾਮ ਹੈ ਜਿਹਦੇ ਵਿੱਚ ਤਿੰਨੋਂ ਫਿੱਟ ਹੋ ਰਹੇ ਆ? ਆਬਵੀਅਸਲੀ ਦੇਖੋ ਇਹ ਸਰਕਲ ਬਣਿਆ ਹੋਇਆ, ਇਸ ਦੇ ਵਿੱਚ ਫੇਰ ਇੱਕ ਸਰਕਲ ਆ, ਫੇਰ ਇੱਕ ਸਰਕਲ ਆ, ਯਾਨੀ ਇਹ ਸਾਰੇ ਇੱਕੋ ਡਾਇਗਰਾਮ ਫਿੱਟ ਹੋ ਰਹੇ। ਤਾਂ ਆਨਸਰ ਕੀ ਆ ਸਾਡੇ ਕੋਲ 3। 47 ਤੇ ਕੀ ਦੇਖਣਾ ਸੀ, ਤੁਸੀਂ ਉਸ ਡਾਇਗਰਾਮ ਨੂੰ ਚੂਜ਼ ਕਰਨਾ ਹੈ ਜਿਹੜੀ ਅਰਥ, ਸਮੁੰਦਰ ਐਂਡ ਸੂਰਜ ਨੂੰ ਸਹੀ ਰਿਲੇਸ਼ਨਸ਼ਿਪ ਦੇ ਵਿੱਚ ਰਿਪਰੈਜ਼ੈਂਟ ਕਰਦੀ। ਦੇਖੋ ਇਹਨਾਂ ਤਿੰਨਾਂ ਡਾਇਗਰਾਮ ਦੇ ਵਿੱਚ ਕੀ ਹੈ, ਅਰਥ ਤੇ ਔਰ ਸਮੁੰਦਰ, ਅਰਥ ਦੇ ਵਿੱਚ ਹੀ ਸਮੁੰਦਰ ਹੈ, ਸਨ ਜਿਹੜਾ ਹੈਗਾ ਉਹ ਬਾਹਰੋਂ ਰਿਪਰੈਜ਼ੈਂਟ ਹੋ ਰਿਹਾ ਹੈ। ਆਪਸ਼ਨ ਬਣ ਜਾਏਗਾ ਸਾਡੇ ਕੋਲ 1। 48 ਨੰਬਰ ਤੇ ਆ ਕਹਿੰਦੇ ਜੇਕਰ ਬੀਤੇ ਕੱਲ ਤੋਂ ਪਹਿਲਾਂ ਦਿਨ ਵੀਰਵਾਰ ਸੀ ਤਾਂ ਆਉਣ ਵਾਲੇ ਕੱਲ ਤੋਂ ਬਾਅਦ ਕਿਹੜਾ ਦਿਨ ਹੋਵੇਗਾ। ਹੁਣ ਇਸ ਕੁਐਸਚਨ ਨੂੰ ਥੋੜਾ ਜਿਹਾ ਤੁਸੀਂ ਆਪਣੇ ਮਾਈਂਡ ਦੇ ਵਿੱਚ ਘੁਮਾ ਲੈਣਾ। ਬੀਤੇ ਕੱਲ ਤੋਂ ਪਹਿਲਾਂ ਦਿਨ ਵੀਰਵਾਰ ਸੀ, ਯਾਨੀ ਕੱਲ ਜਿਹੜਾ ਦਿਨ ਸੀਗਾ ਉਹ ਫਰਾਈਡੇ ਸੀਗਾ ਤੇ ਉਸ ਤੋਂ ਪਹਿਲਾਂ ਕੀ ਸੀਗਾ, ਥਰਸਡੇ। ਆਉਣ ਵਾਲੇ ਕੱਲ ਤੋਂ ਬਾਅਦ ਕਿਹੜਾ ਦਿਨ ਹੋਵੇਗਾ, ਯਾਨੀ ਅੱਜ ਕੀ ਬਣ ਗਿਆ ਫਿਰ ਸੈਚਰਡੇ ਐਂਡ ਕੱਲ ਕੀ ਹੋਇਆ ਸੰਡੇ, ਫਿਰ ਉਸ ਤੋਂ ਬਾਅਦ ਕਿਹੜਾ ਦਿਨ ਆਏਗਾ ਮੰਡੇ। ਤਾਂ ਆਪਸ਼ਨ ਹੋ ਜਾਏਗਾ ਸਾਡੇ ਕੋਲ ਆਪਸ਼ਨ ਨੰਬਰ 3 ਮੰਡੇ। 49 ਨੰਬਰ ਤੇ ਆ ਇੱਕ ਹਸਬੈਂਡ ਐਂਡ ਵਾਈਫ ਜਿਹੜੇ ਨੇ ਮੈਰਿਡ ਨੇ ਤੇ ਉਹਨਾਂ ਦੇ 6 ਜਿਹੜੇ ਵਿਆਹੇ ਹੋਏ ਪੁੱਤਰ ਨੇ ਤੇ ਪਰਿਵਾਰ ਚ ਕੁੱਲ ਕਿੰਨੇ ਮੈਂਬਰ ਹੋ ਗਏ। ਸਿੰਪਲ ਹੈ, ਦੇਖੋ ਪਤੀ ਪਤਨੀ, ਹਸਬੈਂਡ ਵਾਈਫ, 2 ਤਾਂ ਇਹੀ ਹੋ ਗਏ, 6 ਵਿਆਹੇ ਹੋਏ ਪੁੱਤਰ ਯਾਨੀ 6 ਤਾਂ ਉਹਦੇ ਪੁੱਤਰ ਹੋ ਗਏ ਐਂਡ 6 ਜਿਹੜੀ ਉਹਨਾਂ ਦੀਆਂ ਵਾਈਫ ਹੋ ਗਈਆਂ। ਠੀਕ ਹੈ ਜੀ, ਤਾਂ ਟੋਟਲ ਕਿੰਨੇ ਹੋ ਗਏ ਸਾਡੇ ਕੋਲ 14। ਆਪਸ਼ਨ ਨੰਬਰ 1। 50 ਨੰਬਰ ਤੇ ਕੁਐਸਚਨ ਹੈ ਡਾਇਗਰਾਮ ਵਿੱਚ ਤੁਸੀਂ ਦੇਖਣੇ ਆ ਸਕੁਅਰ ਯਾਨੀ ਵਰਗ ਕਿੰਨੇ ਆ। ਤਾਂ ਵਰਗ ਹੋਣਗੇ ਜੀ ਇਹਦੇ ਵਿੱਚ 12। 51 ਤੇ ਟ੍ਰਾਇੰਗਲਸ ਕਿੰਨੇ ਨੇ, ਟ੍ਰਾਇੰਗਲ ਹੈਗੇ ਇਹਦੇ ਵਿੱਚ 36। 52 ਨੰਬਰ ਤੇ ਆ ਆਵਾਜ਼ ਸ਼ੋਜ਼ 8:30 ਇਫ ਮਿੰਟ ਹੈਂਡ ਪੁਆਇੰਟਸ ਟੂ ਵੈਸਟ ਦੈਨ ਇਨ ਵਿਚ ਡਾਇਰੈਕਸ਼ਨ ਆਰ ਹੈਂਡ ਬੀ ਪੁਆਇੰਟਸ। ਕਹਿੰਦੇ ਇੱਕ ਘੜੀ ਤੇ 8:30 ਵਜੇ ਦਾ ਸਮਾਂ, ਮਿੰਟਾਂ ਵਾਲੀ ਸੂਈ ਜਿਹੜੀ ਆ ਪੱਛਮ ਦਿਸ਼ਾ 'ਚ ਹੈ ਤਾਂ ਘੰਟਿਆਂ ਵਾਲੀ ਸੂਈ ਫਿਰ ਕਿਸ ਦਿਸ਼ਾ 'ਚ ਹੋਵੇਗੀ। ਇਸ ਕੁਐਸਚਨ ਲਈ ਤੁਹਾਨੂੰ ਦੇਖੋ ਡਾਇਰੈਕਸ਼ਨ ਦਾ ਪਤਾ ਹੋਣਾ ਚਾਹੀਦਾ। ਇਹ ਹੋ ਜਾਂਦੀ ਸਾਡੇ ਕੋਲ ਵੈਸਟ, ਈਸਟ, ਉੱਪਰ ਨਾਰਥ, ਨੀਚੇ ਸਾਊਥ। ਤਾਂ ਦੇਖੋ ਜਦੋਂ 8:30 ਵੱਜਦੇ ਆ ਤਾਂ ਤਕਰੀਬਨ ਜਿਹੜੀ ਆ ਉਹ 8 ਇੱਥੇ ਹੁੰਦਾ ਐਂਡ ਜਿਹੜੀ 30 ਜਿਹੜੀ ਆ ਉਹ ਇੱਥੇ ਹੁੰਦੀ ਆ। ਤਾਂ ਅਸੀਂ ਕੀ ਦੇਖਣੀ ਆ, ਘੰਟਿਆਂ ਵਾਲੀ ਸੂਈ, ਇਹ ਸੂਈ ਦਾ ਅਸੀਂ ਦੇਖਣਾ। ਇਹ ਸੂਈ ਜਿਹੜੀ ਹੈ ਤਕਰੀਬਨ ਜਿਹੜੀ ਆ ਉਹ ਇਸ 8 ਦੇ ਤਕਰੀਬਨ ਇੱਥੇ ਪਹੁੰਚੀ ਹੁੰਦੀ ਆ, 8 ਤੋਂ ਥੋੜਾ ਜਿਹਾ ਉੱਪਰ। ਤਾਂ ਇਹ ਕੀ ਆ ਰਿਹਾ, ਕਿਹੜਾ ਕਾਲਮ ਬਣ ਗਿਆ ਸਾਡੇ ਕੋਲ ਇਹ ਵੈਸਟ ਐਂਡ ਨਾਰਥ। ਤਾਂ ਤੇ ਆਪਸ਼ਨ ਨੰਬਰ ਕੀ ਆ ਨਾਰਥ ਵੈਸਟ, ਆਪਸ਼ਨ ਨੰਬਰ 3। 53 ਨੰਬਰ ਤੇ ਆਪਣੇ ਕੋਲ ਰੀਪਲੇਸ ਦਾ ਕੁਐਸਚਨ ਮਾਰਕ ਵਿਦ ਸੁਟੇਬਲ ਨੰਬਰ ਫॉर ਅਲਟਰਨੇਟਿਵ। ਤੁਸੀਂ ਇਹ ਦੋ ਡਾਇਗਰਾਮਾਂ ਦੇਖਣੀਆਂ ਔਰ ਇਸ ਦੇ ਵਿੱਚ ਕੀ ਪੈਟਰਨ ਚੱਲ ਰਿਹਾ ਉਸ ਮੁਤਾਬਿਕ ਜਿਹੜਾ ਇੱਥੇ ਕੁਐਸਚਨ ਮਾਰਕ ਹੈ ਇਸ ਦੇ ਤੁਸੀਂ ਨੰਬਰ ਲਗਾਉਣਾ। ਦੇਖੋ ਇਸ ਪੈਟਰਨ ਨੂੰ ਸੋਲਵ ਕਰਨ ਦਾ ਤਰੀਕਾ ਕੀ ਹੁੰਦਾ, ਜਿਹੜੇ ਨੰਬਰ ਨੀਚੇ ਦਿੱਤਾ ਤੁਹਾਡੇ ਕੋਲ 4 ਐਂਡ 5, ਇਸ ਨੂੰ ਤੁਸੀਂ ਕੀ ਕਰਨਾ ਹੈ ਪਲੱਸ 4 ਔਰ 5 ਕੀ ਹੋ ਗਿਆ 9। ਉਹ ਜਿਹੜੇ ਇਹ ਡਿਜਿਟ ਨੇ 4 ਐਂਡ 2 ਇਸ ਨੂੰ ਤੁਸੀਂ ਕੀ ਕਰਨਾ ਹੈ ਪਲੱਸ, ਇੱਥੇ ਕਿੰਨਾ ਹੋ ਗਿਆ 6। ਫਿਰ ਉਸ ਤੋਂ ਬਾਅਦ 9 ਤੇ 6 ਨੂੰ ਤੁਸੀਂ ਕੀ ਕਰ ਦੇਣਾ ਹੈ ਮਲਟੀਪਲਾਈ। ਆਨਸਰ ਕੀ ਹੋ ਗਿਆ ਸਾਡੇ ਕੋਲ ਇੱਥੇ ਦੇਖੋ 54। ਇਸੇ ਤਰੀਕੇ ਨਾਲ ਨੈਕਸਟ 2 ਐਂਡ 5 ਪਲੱਸ ਕੀਤੇ ਤਾਂ ਆਨਸਰ ਆਇਆ ਸਾਡੇ ਕੋਲ 7। 1 ਐਂਡ 5 ਪਲੱਸ ਕੀਤੇ ਤਾਂ ਆਨਸਰ ਹੋਇਆ ਸਾਡੇ ਕੋਲ 6। 7 ਐਂਡ 6 ਨੂੰ ਮਲਟੀਪਲਾਈ ਕੀਤਾ ਤਾਂ ਆਨਸਰ ਕੀ ਹੋ ਗਿਆ ਸਾਡੇ ਕੋਲ 42। ਇਸੇ ਤਰੀਕੇ ਨਾਲ ਨੈਕਸਟ ਦੇਖਾਂਗੇ ਅਸੀਂ 1 ਐਂਡ 4 ਨੂੰ ਪਲੱਸ ਕੀਤਾ ਤਾਂ ਆਨਸਰ ਕੀ ਹੋਇਆ ਸਾਡੇ ਕੋਲ 5। 2 ਐਂਡ 4 ਨੂੰ ਪਲੱਸ ਕੀਤਾ ਤਾਂ ਆਨਸਰ ਕੀ ਹੋਇਆ ਸਾਡੇ ਕੋਲ 6। 5 ਐਂਡ 6 ਦਾ ਇੱਥੇ ਕੀ ਹੋਇਆ ਫਿਰ 30। ਆਪਸ਼ਨ ਨੰਬਰ 4 30 ਆਨਸਰ। ਨੈਕਸਟ 54 ਨੰਬਰ ਤੇ ਸੇਮ ਉਸੇ ਤਰੀਕੇ ਨਾਲ ਤੁਹਾਨੂੰ ਡਾਇਗਰਾਮ ਦਿੱਤੀਆਂ ਦੋ ਔਰ ਇੱਥੇ ਤੁਸੀਂ ਫਾਈਂਡ ਆਊਟ ਕਰਨਾ ਹੈ ਕੁਐਸਚਨ ਮਾਰਕ। ਹੁਣ ਇਹਦੇ ਵਿੱਚ ਕੀ ਹੋ ਰਿਹਾ ਤੁਸੀਂ ਧਿਆਨ ਨਾਲ ਦੇਖੋ, ਇਹ 16 ਕੀ ਹੈ 4 ਦਾ ਸਕੁਅਰ, 9 ਕੀ ਹੈ 3 ਦਾ ਸਕੁਅਰ, 25 5 ਦਾ ਸਕੁਅਰ, 36 6 ਦਾ ਸਕੁਅਰ। ਹੁਣ ਤੁਸੀਂ ਕੀ ਕਰਨਾ ਹੈ, ਜਿਹੜੇ ਇਹ ਡਿਜਿਟ ਆਏ ਤੁਹਾਡੇ ਕੋਲ 4 6 3 ਐਂਡ 5 ਇਹਨਾਂ ਨੂੰ ਤੁਸੀਂ ਪਲੱਸ ਕਰੋਗੇ 4 6 5 ਐਂਡ 3 ਨੂੰ ਪਲੱਸ ਕਰਕੇ ਕਿੰਨਾ ਆਇਆ ਸਾਡੇ ਕੋਲ ਆਨਸਰ 18। 18 ਦਾ ਡਬਲ ਕੀ ਹੋਇਆ ਸਾਡੇ ਕੋਲ 36। ਤਾਂ ਦੇਖੋ ਇੱਥੇ ਸੈਂਟਰ 'ਚ ਕੀ ਪਾਇਆ ਤੁਹਾਡੇ ਕੋਲ 36। ਹੁਣ ਇਸੇ ਤਰੀਕੇ ਨਾਲ ਅਸੀਂ ਸੋਲਵ ਕਰਨ ਦੀ ਟਰਾਈ ਕਰਦੇ ਹਾਂ। ਇੱਥੇ 81 ਕਿਸ ਦਾ ਸਕੁਅਰ ਹੈ 9 ਦਾ, 16 4 ਦਾ,
49 7 ਦਾ 1 ਜਿਹੜਾ ਹੈ ਉਹ 1 ਦਾ ਹੀ। ਹੁਣ ਇਹਨੂੰ ਪਲੱਸ ਕਰਾਂਗੇ 9 + 4 + 7 + 1। ਆਨਸਰ ਆਇਆ ਸਾਡੇ ਕੋਲ 9 ਤੇ 4 13 13 और 7 20 20 और 1 21। ਤਾਂ ਇਸ ਨੂੰ ਮਲਟੀਪਲਾਈ ਕੀਤਾ 2 ਨਾਲ ਯਾਨੀ ਡਬਲ ਕਰਤਾ ਇਸਦਾ, ਤਾਂ ਆਨਸਰ ਆ ਗਿਆ ਸਾਡੇ ਕੋਲ 42। ਉਹੀ ਦੇਖੋ ਇੱਥੇ ਸਰਕਲ ਦੇ ਵਿੱਚ ਲਗਾਇਆ ਹੋਇਆ। ਹੁਣ ਇਸੇ ਤਰੀਕੇ ਨਾਲ ਅਸੀਂ ਆਪਣਾ ਆਨਸਰ ਜਿਹੜਾ ਫਾਈਂਡ ਆਊਟ ਕਰਾਂਗੇ। 4 ਕਿਸ ਦਾ ਸਕੁਅਰ ਹੈ 2 ਦਾ, 81 9 ਦਾ, 64 8 ਦਾ, 25 5 ਦਾ। ਤਾਂ ਤੁਸੀਂ ਉਹੀ ਜਿਹੜੇ ਡਿਜਿਟ ਇੱਥੇ ਲਿਖ ਲੈਣੇ ਇਹਨਾਂ ਨੂੰ ਪਲੱਸ ਕਰ ਦੇਣਾ 2 + 9 + 8 + 5 ਪਲੱਸ ਕਰਕੇ ਆਨਸਰ ਆਇਆ ਸਾਡੇ ਕੋਲ 2 और 9 11 11 और 8 19 19 और 5 24 24 ਦਾ ਡਬਲ ਕੀਤਾ ਤਾਂ ਆਨਸਰ ਹੋ ਗਿਆ ਸਾਡੇ ਕੋਲ 48 ਯਾਨੀ ਇੱਥੇ ਆਏਗਾ ਸਾਡੇ ਕੋਲ 48 ਆਪਸ਼ਨ ਨੰਬਰ 1। 55 ਨੰਬਰ ਕੁਐਸਚਨ ਵੀ ਮੈਂ ਤੁਹਾਨੂੰ ਲਾਈਵ ਸੈਸ਼ਨ ਦੇ ਵਿੱਚ ਕਰਾਵਾਂਗਾ ਜਿਹੜਾ ਕਿ 12 ਫਰਵਰੀ ਸੰਡੇ 11:30 AM ਤੇ ਹੋਏਗਾ। ਔਰ ਇਹਦੇ ਵਿੱਚ ਹੋਰ ਇਸ ਤੋਂ ਇਲਾਵਾ ਐਕਸਟਰਾ ਵੀ ਤੁਹਾਨੂੰ ਟਿਪਸ ਐਂਡ ਟ੍ਰਿਕਸ ਜਿਹੜੇ ਜ਼ਰੂਰ ਦੱਸਾਂਗਾ। ਔਰ ਤੁਸੀਂ ਵੀ ਇਸ ਕੁਐਸਚਨ ਨੂੰ ਟਰਾਈ ਕਰੋ, ਟਰਾਈ ਕਰਕੇ ਮੈਨੂੰ ਆਨਸਰ ਵੀ ਦੱਸਿਓ। 56 ਨੰਬਰ ਤੇ ਦੇਖੋ ਤੁਹਾਡੇ ਕੋਲ ਕੀ ਆ, ਇੱਕ ਕਾਲਮ ਦਿੱਤਾ ਹੋਇਆ ਉਹਦੇ ਵਿੱਚ ਡਿਜਿਟ ਦਿੱਤੇ ਹੋਏ ਨੇ और ਇੱਥੇ ਇੱਕ ਕੁਐਸਚਨ ਮਾਰਕ ਲਗਾਇਆ ਹੋਇਆ। ਹੁਣ ਤੁਸੀਂ ਇਸ ਨੂੰ ਸੋਲਵ ਕਰਨ ਲਈ ਕੀ ਕਰਨਾ ਹੈ, ਤੁਸੀਂ ਇੱਕ ਪੈਟਰਨ ਦੇਖਣਾ ਹੈ ਵੀ ਕੀ ਪੈਟਰਨ ਬਣ ਰਿਹਾ। ਤਾਂ ਪੈਟਰਨ ਦੇਖੋ ਇਹਦੇ ਵਿੱਚ ਕੀ ਬਣ ਰਿਹਾ, 7 ਨੂੰ 4 ਨਾਲ ਮਲਟੀਪਲਾਈ ਕੀਤਾ 28, ਫਿਰ ਇੱਥੇ 7 ਨੂੰ 7 ਨਾਲ ਮਲਟੀਪਲਾਈ ਕੀਤਾ ਤਾਂ ਆਨਸਰ ਕੀ ਆ ਗਿਆ ਸਾਡੇ ਕੋਲ 49 ਯਾਨੀ ਇੱਥੇ 7 ਨਾਲ ਇੱਥੇ 4 ਨਾਲ, ਫਿਰ 9 ਦੇ ਵਿੱਚ ਦੇਖੋ ਇੱਥੇ 5 ਦੇ ਨਾਲ, ਔਰ ਇੱਥੇ 9 ਦੇ ਵਿੱਚ ਕਿੰਨਾ ਆ ਰਿਹਾ 9 ਦੇ ਨਾਲ। ਹੁਣ ਇੱਥੇ ਦੇਖੋ ਸਟੂਡੈਂਟ ਤੁਹਾਨੂੰ ਨੈਕਸਟ ਪੈਟਰਨ ਸਮਝਣ ਦੇ ਲਈ ਤੁਸੀਂ ਕੀ ਕਰੋਗੇ, ਕਈ ਸਟੂਡੈਂਟ ਇੱਥੇ ਗਲਤੀ ਵੀ ਕਰ ਸਕਦੇ ਨੇ। ਜਿਵੇਂ ਉਹਨਾਂ ਨੇ ਦੇਖ ਲਿਆ ਵੀ ਇੱਥੇ 4 ਚੱਲ ਰਿਹਾ, ਇੱਥੇ 5 ਆ ਗਿਆ ਤਾਂ ਉਹ ਕਹਿਣਗੇ ਵੀ ਇੱਥੇ 6 ਨਾਲ ਕਰਕੇ ਆਨਸਰ ਆ ਜਾਏਗਾ। ਹੁਣ ਫਰਜ਼ ਕਰੋ ਮੈਂ ਤੁਹਾਨੂੰ ਇੱਥੇ 6 ਨਾਲ ਕਰਕੇ ਦਿਖਾਣਾ 48, ਉਹਨਾਂ ਨੇ ਇੱਥੇ ਆਨਸਰ ਟਿਕ ਕਰ ਲੈਣਾ 48। ਪਰ ਤੁਸੀਂ ਇਹ ਨਹੀਂ ਦੇਖਣਾ ਕਿ ਨੈਕਸਟ ਵੀ ਅਸੀਂ ਪੈਟਰਨ ਦੇਖ ਲਈਏ, ਇਸੇ ਗੱਲ ਦਾ ਤੁਸੀਂ ਧਿਆਨ ਰੱਖਣਾ। ਤੁਸੀਂ ਨੈਕਸਟ ਪੈਟਰਨ ਵੀ ਦੇਖਣਾ ਹੈ ਕਿ ਉਹ ਵੀ ਬਣ ਰਿਹਾ। ਹੁਣ ਜੇ ਇੱਥੇ 7 ਸੀਗਾ ਇੱਥੇ 9 ਸੀਗਾ ਤਾਂ ਇਟ ਮੀਨਸ ਇੱਥੇ ਤਾਂ 2 ਛੱਡ ਕੇ ਆ ਰਿਹਾ ਹੈ, 7 ਤੋਂ ਬਾਅਦ 9 ਤਾਂ 9 ਤੋਂ ਬਾਅਦ ਕੀ ਹੋਣਾ ਚਾਹੀਦਾ ਸੀਗਾ 11 ਔਰ 8 11 ਦਾ 88, ਪਰ ਜਦ ਕਿ ਇੱਥੇ ਕੀ ਬਣ ਰਿਹਾ 56। ਫਿਰ ਉਸ ਲਈ ਅਸੀਂ ਦੇਖਾਂਗੇ ਕੀ ਕਰਾਂਗੇ ਇਸ ਨੂੰ, ਦੇਖੋ ਇੱਥੇ 4 ਚੱਲ ਰਿਹਾ, ਇੱਥੇ 5, ਇੱਥੇ ਫਿਰ ਅਸੀਂ 4 ਨਾਲ ਲਗਾ ਕੇ ਦੇਖਾਂਗੇ 8 4 ਦਾ 32, ਔਰ ਇੱਥੇ ਫਿਰ ਅਸੀਂ ਬੈਕ ਜਾ ਕੇ ਦੇਖਾਂਗੇ ਇੱਥੇ 7 ਹੈ ਇੱਥੇ 9 ਹੈ, ਅਸੀਂ ਫਿਰ 7 ਲਗਾਵਾਂਗੇ। 7 ਨਾਲ ਕੀ ਆਇਆ ਸਾਡੇ ਕੋਲ 56 ਯਾਨੀ ਆਨਸਰ ਸਾਡਾ ਪੈਟਰਨ ਇਹ ਚੱਲ ਰਿਹਾ 4 5 ਫਿਰ 4 7 9 ਫਿਰ 7। ਤਾਂ ਆਨਸਰ ਕੀ ਬਣ ਗਿਆ ਸਾਡੇ ਕੋਲ ਆਪਸ਼ਨ ਨੰਬਰ 2 32। ਨੈਕਸਟ 58 ਨੰਬਰ ਤੇ ਆ ਦੇਖੋ ਸਰਕਲ ਦਿੱਤੇ ਹੋਏ ਨੇ ਤੁਹਾਨੂੰ। ਥਰਡ ਸਰਕਲ ਦੇ ਵਿੱਚ ਇਸ ਤਰੀਕੇ ਦਾ ਇੱਕ ਕੁਐਸਚਨ ਮਾਰਕ ਪਾਇਆ, ਤੁਸੀਂ ਉਹ ਦੇਖਣਾ ਹੈ। ਉਹ ਦੇਖਣ ਦੇ ਲਈ ਤੁਸੀਂ ਪਹਿਲੇ ਜਿਹੜੇ 2 ਸਰਕਲ ਦਿੱਤੇ ਨੇ ਉਹਨਾਂ ਨੂੰ ਧਿਆਨ ਨਾਲ ਦੇਖ ਲੈਣਾ ਇਹਦੇ ਚ ਕੀ ਪੈਟਰਨ ਬਣ ਰਿਹਾ। ਦੇਖੋ ਇਹਦੇ ਚ ਕੀ ਹੋ ਰਿਹਾ 7 42 ਹੈ, 7 ਦੇ ਟੇਬਲ 'ਚ 42 ਕਿੱਥੋਂ ਆ ਰਿਹਾ 6 ਤੇ, ਫਿਰ ਇਸੇ ਤਰੀਕੇ ਨਾਲ 9 ਦੇ ਟੇਬਲ 'ਚ 18 ਕਿੱਥੇ ਆ ਰਿਹਾ 2 ਤੇ। ਪਰ ਇਹ ਮੈਂ ਲਗਾਇਆ ਕਿੱਥੋਂ, ਤੁਸੀਂ ਹੁਣ ਦੂਜੇ ਸਰਕਲ, ਤੁਸੀਂ ਹੁਣ ਦੂਜੇ ਹਾਫ ਸਰਕਲ ਦੇ ਵਿੱਚ ਜਿਹੜੇ ਡਿਜਿਟ ਦੇਖਣੇ ਹੁਣ ਉਹਨਾਂ ਨੂੰ ਦੇਖੋ। ਇੱਥੇ ਮਲਟੀਪਲਾਈ ਹੋਇਆ 3 2 ਦਾ 6, ਤਾਂ 6 ਨਾਲ ਹੀ ਮੈਂ ਇੱਥੇ ਫਿਰ ਮਲਟੀਪਲਾਈ ਕੀਤਾ। ਇੱਥੇ ਕੀ ਹੋਇਆ 2 1 ਦਾ 2, ਉਹ ਇਸੇ 2 ਨਾਲ ਮੈਂ ਇੱਥੇ ਮਲਟੀਪਲਾਈ ਕੀਤਾ। ਹੁਣ ਇਸੇ ਤਰੀਕੇ ਨਾਲ ਦੇਖੋ 3 2 ਦਾ 6 ਮਾਈਨਸ ਮਾਈਨਸ, ਇਸਦਾ ਵੀ ਧਿਆਨ ਰੱਖਣਾ ਹੈ, ਮਾਈਨਸ ਮਾਈਨਸ ਪਲੱਸ ਯਾਨੀ 5 ਔਰ 6 ਦਾ ਆਨਸਰ ਮਲਟੀਪਲਾਈ ਕਰਾਂਗੇ ਤਾਂ ਕੀ ਆਏਗਾ ਸਾਡੇ ਕੋਲ 30। ਦੇਖੋ ਇਹ ਤੁਹਾਨੂੰ ਇੱਥੇ ਕੰਫਿਊਜ਼ ਕਰਨ ਦੇ ਲਈ ਮਾਈਨਸ ਹੀ ਲਗਾਇਆ ਗਿਆ, ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਆਪਸ਼ਨ ਕੀ ਹੋਏਗਾ ਸਾਡੇ ਕੋਲ 30। ਨੈਕਸਟ 59 ਨੰਬਰ ਤੇ ਕੀ ਆ, if a is equal to plus, ਕਹਿੰਦੇ ਅਗਰ a ਦੀ ਜਗ੍ਹਾ ਤੇ ਅਸੀਂ ਪਲੱਸ ਲਗਾ ਦਈਏ, b is equal to divide, b ਦੀ ਜਗ੍ਹਾ ਤੇ divide ਲਗਾ ਦਈਏ, d is equal to multiply and d ਦੀ ਜਗ੍ਹਾ ਤੇ multiply ਪਾ ਦਈਏ ਤਾਂ ਫਿਰ ਆਨਸਰ ਕੀ ਬਣੇਗਾ ਸਾਡੇ ਕੋਲ। ਦੇਖੋ ਇੱਥੇ ਇੱਕ ਮਿਸਿੰਗ ਆ c ਜਿਹੜਾ ਮਿਸਿੰਗ ਕੀਤਾ ਹੋਇਆ, ਪਰ ਅਸੀਂ c ਦੀ ਜਗ੍ਹਾ ਤੇ ਅਸੀਂ ਹੁਣ ਮਾਈਨਸ ਮੰਨ ਲੈਂਦੇ ਆ ਔਰ ਇਸ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ 15 ਮਾਈਨਸ 3 ਡਿਵਾਈਡ 4। ਨੈਕਸਟ 60 ਨੰਬਰ ਤੇ ਆ ਕਹਿੰਦੇ ਇਫ ਪਲੱਸ ਇਜ਼ ਇਕੁਅਲ ਟੂ ਮਾਈਨਸ, ਕਹਿੰਦੇ ਜੇ ਪਲੱਸ ਦੀ ਜਗ੍ਹਾ ਤੇ ਅਸੀਂ ਮਾਈਨਸ ਲਗਾ ਦਈਏ, ਮਾਈਨਸ ਇਜ਼ ਇਕੁਅਲ ਟੂ ਪਲੱਸ, ਮਾਈਨਸ ਦੀ ਜਗ੍ਹਾ ਤੇ ਅਸੀਂ ਪਲੱਸ ਕਰ ਦਈਏ, ਡਿਵਾਈਡ ਇਜ਼ ਇਕੁਅਲ ਟੂ ਮਲਟੀਪਲਾਈ, ਡਿਵਾਈਡ ਦੀ ਜਗ੍ਹਾ ਤੇ ਅਸੀਂ ਮਲਟੀਪਲਾਈ ਕਰ ਦਈਏ, ਐਂਡ ਮਲਟੀਪਲਾਈ ਇਜ਼ ਇਕੁਅਲ ਟੂ ਡਿਵਾਈਡ, ਤੇ ਮਲਟੀਪਲਾਈ ਜਗ੍ਹਾ ਅਸੀਂ ਡਿਵਾਈਡ ਕਰ ਦਈਏ। ਫਿਰ ਇਸ ਨੂੰ ਸੋਲਵ ਕਰਨਾ ਤੁਸੀਂ। ਹੁਣ ਦੇਖੋ ਅਸੀਂ ਇਸ ਤਰੀਕੇ ਨਾਲ ਲਿਖਾਂਗੇ 16 ਮਲਟੀਪਲਾਈ 2 ਪਲੱਸ 4 ਮਾਈਨਸ 28 ਡਿਵਾਈਡ 7। ਹੁਣ ਤੁਸੀਂ ਇਸ ਨੂੰ ਸੋਲਵ ਕਰਨ ਦੇ ਲਈ ਕਿਹੜਾ ਤਰੀਕਾ ਲਗਾਓਗੇ, ਬੋਰਡੋ ਮਾਸ ਦਾ। ਬੋਰਡੋ ਮਾਸ ਦਾ ਮਤਲਬ ਕੀ ਹੁੰਦਾ ਹੈ, B ਉਹਦਾ ਮਤਲਬ ਬ੍ਰੈਕਟ ਓਪਨ, D ਤੋਂ ਡਿਵਾਈਡ, M ਤੋਂ ਮਲਟੀਪਲਾਈ, A ਤੋਂ ਪਲੱਸ, S ਤੋਂ ਸਬਟ੍ਰੈਕਟ, ਮਾਈਨਸ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਡਿਵਾਈਡ ਵਾਲਾ ਦੇਖਾਂਗੇ। ਡਿਵਾਈਡ ਵਾਲਾ ਦੇਖਦੇ ਹਾਂ ਕਿੱਥੇ ਹੈ 28 ਔਰ 7 ਦੇ ਵਿੱਚ ਡਿਵਾਈਡ ਹੈ ਤਾਂ ਆਨਸਰ ਕਿੰਨਾ ਆਏਗਾ ਸਾਡੇ ਕੋਲ 4। ਫਿਰ ਨੈਕਸਟ ਅਸੀਂ ਕਰਨਾ ਹੈ ਮਲਟੀਪਲਾਈ ਕਿਹਦੇ ਵਿੱਚ ਹੈ 16 ਔਰ 2 ਦੇ ਵਿੱਚ, ਇੱਥੇ ਆਨਸਰ ਕਿੰਨਾ
आया 32। फिर ਅਸੀਂ ਕਰਾਂਗੇ ਐਡ 32 ਦੇ ਵਿੱਚ 4 ਪਲੱਸ ਕੀਤੇ ਐਂਡ ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਮਾਈਨਸ ਕਰਕੇ ਇੱਥੇ ਆਨਸਰ ਸਾਡਾ ਬਚਿਆ ਹੋਇਆ ਸੀਗਾ 4। ਦੇਖੋ 4 ਦੇ ਵਿੱਚੋਂ 4 ਮਾਈਨਸ ਕੀਤਾ ਤੇ ਬਚਿਆ ਕੀ ਸਾਡੇ ਕੋਲ 32। ਆਨਸਰ ਕੀ ਆ ਗਿਆ ਸਾਡੇ ਕੋਲ ਆਪਸ਼ਨ ਨੰਬਰ 1 32। ਸਟੂਡੈਂਟ ਤੁਸੀਂ ਇਸ ਕੁਐਸਚਨ ਨੂੰ ਬਸ ਇਹੀ ਧਿਆਨ ਰੱਖਣਾ ਜਿਹੜੇ ਤੁਹਾਡੇ ਕੋਲ ਸਾਈਨ ਦਿੱਤੇ ਹੋਣਗੇ ਉਹ ਤੁਹਾਨੂੰ ਚੇਂਜ ਕਰਨ ਲਈ ਕਿਹਾ ਹੋਊਗਾ, ਤੁਸੀਂ ਚੇਂਜ ਕਰਕੇ ਹੀ ਉਸ ਦਾ ਆਨਸਰ ਕੱਟ ਕੇ ਰੱਖਣਾ। ਨੈਕਸਟ ਹੈ ਸਾਡੇ ਕੋਲ 61 ਨੰਬਰ ਕੁਐਸਚਨ। ਜੇਕਰ k ਦਾ ਮਤਲਬ ਮਲਟੀਪਲਾਈ, b ਦਾ ਮਤਲਬ ਡਿਵਾਈਡ, t ਦਾ ਮਤਲਬ ਮਾਈਨਸ ਐਂਡ m ਦਾ ਮਤਲਬ ਪਲੱਸ ਹੋਵੇ ਤਾਂ ਤੁਸੀਂ ਇਸ ਨੂੰ ਸੋਲਵ ਕਰਨਾ ਹੈ। ਦੇਖੋ ਸਿੰਪਲ ਹੀ ਆ, k ਦੀ ਜਗ੍ਹਾ ਤੇ ਤੁਸੀਂ ਮਲਟੀਪਲਾਈ ਲਗਾ ਦਿਓ, b ਦੀ ਜਗ੍ਹਾ ਤੇ ਡਿਵਾਈਡ ਲਗਾ ਦਿਓ, t ਦੀ ਜਗ੍ਹਾ ਤੇ ਮਾਈਨਸ ਲਗਾ ਦਿਓ ਐਂਡ m ਦੀ ਜਗ੍ਹਾ ਤੇ प्लस लगा दो। और इसमें तुसी इस तरीके ना लिख लो 40 डिवाइड 8 माइनस 6 प्लस 3 मल्टीप्लाई 4। ਹੁਣ ਤੁਹਾਨੂੰ ਪਤਾ ਹੀ ਹੈ ਕਿਹੜਾ ਇੱਥੇ ਅਸੀਂ ਤਰੀਕਾ ਯੂਜ਼ ਕਰਦੇ ਹੁੰਦੇ ਆ ਬੋਰਡੋ ਮਾਸ ਦਾ। ਠੀਕ ਹੈ ਜੀ, ਪਹਿਲਾਂ ਅਸੀਂ ਕੀ ਕਰਾਂਗੇ ਡਿਵਾਈਡ, BO ਦਾ ਮਤਲਬ ਹੁੰਦਾ ਬ੍ਰੈਕਟ ਓਪਨ। ਸੋ ਉਸ ਤੋਂ ਬਾਅਦ ਕੀ ਹੈ ਫਸਟ ਨੰਬਰ ਤੇ ਡਿਵਾਈਡ। ਤੋਂ ਪਹਿਲਾਂ ਅਸੀਂ ਡਿਵਾਈਡ ਕਰਾਂਗੇ ਇਸ ਨੂੰ 40 ਔਰ 8 ਨੂੰ ਡਿਵਾਈਡ ਕੀਤਾ ਤਾਂ ਆਨਸਰ ਆ ਗਿਆ ਸਾਡੇ ਕੋਲ 5। ਫਿਰ ਕਰਾਂਗੇ ਅਸੀਂ ਮਲਟੀਪਲਾਈ 4 ਔਰ 3 ਦੇ ਵਿੱਚ ਦੇਖੋ ਮਲਟੀਪਲਾਈ ਹੈ ਤਾਂ ਦੋਨਾਂ ਨੂੰ ਮਲਟੀਪਲਾਈ ਕੀਤਾ ਕੀ ਆਨਸਰ ਆਇਆ ਸਾਡੇ ਕੋਲ 12। ਫਿਰ ਮਾਈਨਸ 6 ਪਲੱਸ 12 ਇਸ ਤਰੀਕੇ ਨਾਲ ਬਣ ਗਿਆ। ਹੁਣ ਉਹ ਕੀ ਕਹਿ ਰਿਹਾ ਐਡ। ਹੁਣ ਐਡ ਦੇਖਣਾ ਤੁਸੀਂ ਇਹ ਨਹੀਂ ਦੇਖਣਾ ਕਿ ਇਹਨਾਂ ਦੋਨਾਂ ਦੇ ਵਿੱਚ ਐਡ ਹੈ, ਉਹ ਇਸ ਤਰ੍ਹਾਂ ਵੀ ਜਾਂਦਾ ਹੈ ਪਰ ਤੁਸੀਂ ਇੱਕ ਤਰੀਕਾ ਹੋਰ ਯਾਦ ਰੱਖਣਾ ਹੈ ਕਿ ਦੇਖੋ ਜਿਸ ਤਰ੍ਹਾਂ 5 ਹੈ 5 ਦੇ ਅੱਗੇ ਕਿਹੜਾ ਸਾਈਨ ਲੱਗਿਆ, ਕੁਝ ਨਹੀਂ ਤਾਂ ਅਸੀਂ ਕੀ ਮੰਨਦੇ ਆ प्लस। ਹੁਣ देख लो ਤਾਂ 5 ਦੇ ਅੱਗੇ ਪਲੱਸ ਲੱਗਿਆ, ਇੱਕ 12 ਤੋਂ ਅੱਗੇ ਪਲੱਸ ਲੱਗਿਆ। ਇਹਨਾਂ ਨੂੰ ਅਸੀਂ ਪਹਿਲਾਂ ਪਲੱਸ ਵਾਲੇ ਨੇ ਇਹ ਤਾਂ ਇਸ ਕਰਕੇ ਇਹਨਾਂ ਨੂੰ ਅਸੀਂ ਪਲੱਸ ਕਰ ਲੈਣਾ 5 ਔਰ ਪਲੱਸ 12 ਕਿੰਨਾ ਹੋ ਗਿਆ 17 ਔਰ ਮਾਈਨਸ ਜਿਹੜਾ ਇਹ ਬਚਿਆ -6 ਇਸ ਨੂੰ ਅਸੀਂ -6 ਕਰ ਦੇਣਾ ਤਾਂ ਆਨਸਰ ਕੀ ਬਚੇਗਾ ਸਾਡੇ ਕੋਲ 11। ਸੋ ਆਪਸ਼ਨ ਨੰਬਰ 2 ਆਨਸਰ 11। ਨੈਕਸਟ ਹੈ ਸਾਡੇ ਕੋਲ 62 ਨੰਬਰ ਤੇ a cube of a side 8 cm is cut into small cube of side 2 cm। ਕਹਿੰਦੇ ਜਿਹੜੀ ਕਿਊਬ ਹੈ 8 cm ਦੀ ਉਸ ਨੂੰ ਛੋਟੇ ਹਿੱਸਿਆਂ ਦੇ ਵਿੱਚ ਕੱਟ ਦਿੱਤਾ ਤੇ ਉਸ ਦੀ ਇੱਕ ਸਾਈਡ ਜਿਹੜੀ ਉਸ ਦੀ 2 cm ਬਣ ਗਈ। how many small cubes of side 2 cm ਤਾਂ ਕਹਿੰਦੇ ਕਿੰਨੀਆਂ ਜਿਹੜੀਆਂ ਇਹ ਕਿਊਬ ਜਿਹੜੀਆਂ ਬਣ ਕੇ ਆਈਆਂ ਜਿਹਦੀ ਇੱਕ ਸਾਈਡ 2 ਸੈਂਟੀਮੀਟਰ ਬਣੀ ਹੈ। ਇਸ ਨੂੰ ਕੱਢਣ ਲਈ ਪਹਿਲਾਂ ਅਸੀਂ ਲਿਖਾਂਗੇ h of cube 8 ਸੈਂਟੀਮੀਟਰ, ਵੋਲਿਊਮ of cube ਦਾ ਫਾਰਮੂਲਾ ਕੱਢਾਂਗੇ ਵੋਲਿਊਮ ਲਾ ਕੇ। ਵੋਲਿਊਮ of cube ਹੁੰਦਾ ਹੈ AQ ਯਾਨੀ h ਦਾ Q h ਦੀ ਪਾਵਰ 3। h ਕਿੰਨਾ ਦਿੱਤਾ ਸਾਨੂੰ 8 ਇਸ ਦੀ ਪਾਵਰ 3, 8 ਦੀ 3 ਦੀ ਪਾਵਰ ਮਤਲਬ 8 ਨੂੰ 8 ਨਾਲ ਹੀ 3 ਵਾਰੀ ਮਲਟੀਪਲਾਈ ਕਰਨਾ ਤਾਂ ਆਨਸਰ ਆਏਗਾ ਸਾਡੇ ਕੋਲ 512 ਸੈਂਟੀਮੀਟਰ ਕਿਊਬ। ਨੈਕਸਟ ਹੈ ਲਿਖਾਂਗੇ h of each cube। ਜਦੋਂ ਕਿਊਬ ਨੂੰ ਕੱਟ ਕਰ ਦਿੱਤਾ ਫਿਰ ਉਹਦਾ h ਕਿੰਨਾ ਬਣ ਗਿਆ 2 ਸੈਂਟੀਮੀਟਰ। ਹੁਣ ਇਸ ਦਾ ਕਰ ਲਾਂਗੇ ਵੋਲਿਊਮ of each small cube। ਇਸ ਦਾ ਵੋਲਿਊਮ ਬਣ ਗਿਆ ਕਿ ਉतना ਹੀ AQ ਦਾ ਫਾਰਮੂਲਾ ਲਗਾ ਕੇ 2 ਦੀ ਪਾਵਰ 3 ਆਨਸਰ ਆ ਗਿਆ ਸਾਡੇ ਕੋਲ 8। ਹੁਣ ਸਿੰਪਲ ਹੈ ਜੀ, ਬਸ ਨੰਬਰ ਆਫ ਕਿਊਬ ਕੱਢਣਾ ਸੀ। ਇੱਥੇ ਫਾਰਮੂਲਾ ਲਗਾਵਾਂਗੇ ਵੋਲਿਊਮ ਆਫ ਬਿਗ ਕਿਊਬ ਔਨ ਵੋਲਿਊਮ ਆਫ ਸਮਾਲ ਕਿਊਬ। ਬਿਗ ਕਿਊਬ ਦਾ ਆਇਆ ਸੀਗਾ 512 ਇਹਨੂੰ ਇੱਥੇ ਪੁੱਟ ਕਰ ਦਾਂਗੇ ਔਰ ਨੀਚੇ ਵੋਲਿਊਮ ਆਫ ਸਮਾਲ ਕਿਊਬ ਦਾ ਆਇਆ ਸੀਗਾ 8 ਨੀਚੇ ਰੱਖ ਡਿਵਾਈਡ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 64 ਕਿਊਬ ਜਿਹੜਾ ਇਸਦਾ ਆਨਸਰ ਹੋ ਜਾਏਗਾ। ਦੇਖੋ ਆਪਸ਼ਨ ਕੀ ਹੈ ਸਾਡੇ ਕੋਲ 63 ਨੰਬਰ ਦੇ ਆ। ਇੱਕ ਵਿਦਿਆਰਥੀ ਨੇ ਇੱਕ ਟੈਸਟ ਵਿੱਚ ਠੀਕ ਕੀਤੇ ਸਵਾਲਾਂ ਨਾਲੋਂ ਦੁੱਗਣੇ ਸਵਾਲ ਗਲਤ ਕੀਤੇ, ਯਾਨੀ ਕਿਸੇ ਸਟੂਡੈਂਟ ਨੇ ਇੱਕ ਟੈਸਟ ਦੇ ਵਿੱਚੋਂ ਜਿੰਨੇ ਵੀ ਠੀਕ ਸਵਾਲ ਕੀਤੇ ਉਹਦੇ ਨਾਲੋਂ ਡਬਲ ਜਿਹੜੇ ਨੇ ਉਸਨੇ ਉਹ ਗਲਤ ਕਰ। ਜੇਕਰ ਉਸਨੇ ਕੁੱਲ 48 ਸਵਾਲ ਹੱਲ ਕੀਤੇ ਹੋਣ ਤਾਂ ਉਸਨੇ ਕਿੰਨੇ ਸਵਾਲ ਠੀਕ ਹੱਲ ਕੀਤੇ। ਦੇਖੋ ਸਿੰਪਲ ਹੈ ਜੀ, ਪਹਿਲਾਂ ਤੁਸੀਂ ਲੈਟ ਮੰਨ ਲਓ ਰਾਈਟ ਆਨਸਰ x, ਰੋਂਗ ਆਨਸਰ ਹੋ ਗਿਆ ਜੀ ਆਪਣੇ ਕੋਲ 2x ਕਿਉਂਕਿ ਉਸਨੇ ਕੀ ਕਿਹਾ ਸੀਗਾ ਵੀ ਜਿੰਨੇ ਉਸਨੇ ਠੀਕ ਕੀਤੇ ਆ ਉਸ ਤੋਂ ਡਬਲ ਜਿਹੜੇ ਉਸਨੇ ਗਲਤ ਵੀ ਕੀਤੇ ਆ ਤਾਂ ਟੋਟਲ ਹੋ ਗਏ ਸਾਡੇ ਕੋਲ ਇਹ 3x ਤੇ ਕੁੱਲ ਕੁਐਸਚਨ ਉਹਨੇ ਕੀਤੇ 48। x is equal to 48 upon 3 ਇਸ ਨੂੰ ਡਿਵਾਈਡ ਕਰਕੇ ਕਟਿੰਗ ਕਰਕੇ ਆਨਸਰ ਆ ਜਾਏਗਾ 16 ਤਾਂ ਆਨਸਰ ਹੋ ਜਾਏਗਾ ਸਾਡੇ ਕੋਲ 16। ਨੈਕਸਟ ਹੈ ਸਾਡੇ ਕੋਲ 64 ਨੰਬਰ ਤੇ ਜੇਕਰ 1 ਜਨਵਰੀ 2001 ਨੂੰ ਸੋਮਵਾਰ ਸੀ ਤਾਂ 31 ਦਸੰਬਰ 2001 ਨੂੰ ਹਫਤੇ ਦਾ ਕਿਹੜਾ ਦਿਨ ਸੀ। ਦੇਖੋ ਇਸ ਨੂੰ ਕੱਢਣ ਲਈ ਬੜਾ ਸਿੰਪਲ ਜਿਹਾ ਟ੍ਰਿਕ ਹੈ ਇੱਕ। ਤੁਸੀਂ ਦੇਖੋ 1 ਈਅਰ ਦੇ ਵਿੱਚ ਕਿੰਨੇ ਦਿਨ ਹੁੰਦੇ ਆ ਟੋਟਲ 365। ਠੀਕ ਹੈ ਜੀ, ਉਹਦੇ ਵਿੱਚ ਉਹਨੇ ਕੀ ਕੀਤਾ 1 ਜਿਹੜਾ ਉਹਨੇ ਇੱਥੇ ਮੰਨ ਲਿਆ 1 ਜਨਵਰੀ 2001 ਨੂੰ ਸੋਮਵਾਰ ਸੀ ਯਾਨੀ ਇਸ ਨੂੰ ਤੁਸੀਂ ਖਤਮ ਕਰ ਪਿੱਛੇ ਕਿੰਨੇ ਦਿਨ ਰਹਿ ਗਏ ਜੀ 364। ਹੁਣ 364 ਨੂੰ ਤੁਸੀਂ ਕੀ ਕਰੋ ਡਿਵਾਈਡ ਕਰ ਦਿਓ 7 ਦੇ ਨਾਲ। 7 ਨਾਲ ਡਿਵਾਈਡ ਕਰੋਗੇ ਤਾਂ ਆਨਸਰ ਕੀ ਆਏਗਾ ਸਾਡੇ ਕੋਲ ਉੱਪਰ ਆ ਜਾਏਗਾ 52 ਥੱਲੇ ਕੁਝ ਨਹੀਂ ਬਚਿਆ 0। ਦੇਖੋ ਮੇਨ ਜਿਹੜਾ ਇਹਦਾ ਪਾਰਟ ਜਿਹੜਾ ਤੁਸੀਂ ਦੇਖਣਾ ਹੁੰਦਾ ਕੁਐਸਚਨ ਦਾ ਜਿਹੜੇ ਨੀਚੇ ਰਿਮਾਈਂਡਰ ਬਚਦਾ, ਹੁਣ ਇੱਥੇ ਰਿਮਾਈਂਡਰ ਕੁਝ ਨਹੀਂ ਬਚਿਆ 0 ਤਾਂ ਅਸੀਂ ਕੀ ਕਰਦੇ ਹੁੰਦੇ ਆ ਤਾਂ ਜਿਹੜਾ ਦਿਨ ਉਹਨੇ ਕਿਹਾ ਪਹਿਲਾਂ ਮੰਡੇ ਉਹਦੇ ਵਿੱਚ 0 ਹੀ ਪਲੱਸ ਕਰ ਦੇਣਾ। ਮੰਨ ਲਓ ਕਿਸੇ ਦੇ ਵਿੱਚ 1 ਦੇ ਵਿੱਚ 0 ਪਲੱਸ ਕਰੋਗੇ ਤਾਂ ਆਨਸਰ 1 ਆਉਂਦਾ, ਇਸ ਕਰਕੇ ਮੰਡੇ ਵਿੱਚ 0 ਪਲੱਸ ਕੀਤਾ ਤਾਂ ਆਨਸਰ ਆ ਗਿਆ ਸਾਡੇ ਕੋਲ ਮੰਡੇ। तो ਇੱਥੇ ਵੀ ਕੀ ਹੋਏਗਾ ਮੰਡੇ ਇਸ ਦਾ ਆਨਸਰ ਹੋਏਗਾ। ਇਹਨਾਂ ਕੁਐਸਚਨਾਂ ਦੇ ਨਾਲ ਤੇ 2-3 ਕੁਐਸਚਨ ਹੋਰ ਮੈਂ ਤੁਹਾਨੂੰ ਕੱਲ ਕਰਵਾਵਾਂਗਾ ਆਪਣੇ ਲਾਈਵ ਸੈਸ਼ਨ ਦੇ ਵਿੱਚ। तो ਕੱਲ ਦਾ ਲਾਈਵ ਸੈਸ਼ਨ ਅਸੀਂ ਕਰਾਂਗੇ ਸਵੇਰੇ 11:30 ਵਜੇ ਕਿਉਂਕਿ ਵੀਡੀਓ ਜਿਹੜੀ ਆ ਬਹੁਤ ਲੰਬੀ ਹੋ ਜਾਣੀ ਹੈ, ਇਸ ਕਰਕੇ ਇਸ ਨੂੰ ਅਸੀਂ ਕੱਲ ਸੋਲਵ ਕਰਾਂਗੇ। 65 ਨੰਬਰ ਤੇ ਆ ਜੇ ਕਿਸੇ ਕੋਡ ਭਾਸ਼ਾ ਵਿੱਚ ਜੇਕਰ ਕੋਵਿਡ 53 ਹੈ, ਸੋਸ਼ਲ 59 ਹੈ
ਤਾਂ ਡਿਸਟੈਂਸ ਕਿੰਨਾ ਹੋਏਗਾ। ਇਹਦੇ ਲਈ ਸਿੰਪਲ ਹੈ ਜੀ, ਤੁਸੀਂ ਇਹ ਦੇਖ ਲੈਣਾ ਬਸ C ਕਿਹੜੇ ਨੰਬਰ ਤੇ ਆ। ਜਿਸ ਤਰ੍ਹਾਂ ਹੁਣ ਕੋਵਿਡ ਲਿਖਿਆ ਤਾਂ ਕੋਵਿਡ ਦੇ ਵਿੱਚ C ਕਿਹੜੇ ਨੰਬਰ ਤੇ ਆ, 3 ਨੰਬਰ ਤੇ। ਇਸੇ ਤਰੀਕੇ ਨਾਲ O ਦੇਖ ਲੈਣਾ, ਇਸ ਤਰੀਕੇ ਨਾਲ V ਦੇਖ ਲੈਣਾ। ਤਾਂ ਜਦੋਂ ਉਹਨਾਂ ਨੂੰ ਤੁਸੀਂ ਪਲੱਸ ਕਰ ਦੋਗੇ ਤਾਂ ਆਨਸਰ ਕੀ ਆ ਜਾਏਗਾ ਤੁਹਾਡੇ ਕੋਲ 53। ਇਸੇ ਤਰੀਕੇ ਨਾਲ ਜਦੋਂ ਡਿਸਟੈਂਸ ਦੇ ਤੁਸੀਂ ਦੇਖੋਗੇ ਕਿ D ਕਿੰਨੇ ਨੰਬਰ ਤੇ ਆ, 4 ਤੇ, ਫਿਰ I ਕਿੰਨੇ ਨੰਬਰ ਤੇ ਆ, 20 ਨੰਬਰ ਤੇ, S ਕਿਹੜੇ ਨੰਬਰ ਤੇ ਆ, 19 ਨੰਬਰ ਤੇ, T ਕਿਹੜੇ ਨੰਬਰ ਤੇ ਆ। ਡਿਸਟੈਂਸ ਵਿੱਚ ਤੁਸੀਂ ਉਸਦੇ ਅਲਫਾਬੈਟਿਕ ਦੇ ਹਿਸਾਬ ਨਾਲ ਨੰਬਰ ਦੇਖ ਲੈਣਾ। ਤੁਸੀਂ ਜਿਵੇਂ D ਦੇਖਣਾ ਸੀ, D ਕਿਹੜੇ ਨੰਬਰ ਤੇ ਆ ਜੀ, 4 ਨੰਬਰ ਤੇ ਆ ਰਿਹਾ। I ਕਿਹੜੇ ਨੰਬਰ ਤੇ ਆ ਰਿਹਾ, 9 ਨੰਬਰ ਤੇ, S ਹੈਗਾ 19 ਤੇ, T ਹੈਗਾ 20 ਤੇ, A ਹੈ 1 ਤੇ, N ਹੈਗਾ 14 ਤੇ, C ਹੈਗਾ 3 ਤੇ, ਐਂਡ E ਹੈ 5 ਤੇ। ਹੁਣ ਸਾਰਿਆਂ ਨੂੰ ਤੁਸੀਂ ਪਲੱਸ ਕਰ ਦਿਓ, ਇਸ ਨੂੰ ਪਲੱਸ ਕਰਕੇ ਆਨਸਰ ਆ ਜਾਏਗਾ ਸਾਡੇ ਕੋਲ 75। ਆਪਸ਼ਨ ਨੰਬਰ 2 75। 66 ਨੰਬਰ ਤੇ ਆ ਜੀ, ਹਰਜੀਤ ਦੱਖਣ ਦਿਸ਼ਾ ਵਾਲੇ ਪਾਸੇ ਜਾ ਰਿਹਾ ਹੈ, ਖੱਬੇ ਪਾਸੇ ਮੁੜ ਗਿਆ, ਫਿਰ ਖੱਬੇ ਪਾਸੇ ਮੁੜ ਗਿਆ, ਅੰਤ ਤੋਂ ਸੱਜੇ ਪਾਸੇ ਮੁੜ ਗਿਆ, ਕਿਹੜੀ ਦਿਸ਼ਾ ਵਿੱਚ ਹੈ। ਬੜਾ ਹੀ ਸਿੰਪਲ ਕੁਐਸਚਨ ਹੈ। ਦੇਖੋ ਇਹਦੇ ਲਈ ਤੁਹਾਨੂੰ ਡਾਇਰੈਕਸ਼ਨ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਸ ਤਰ੍ਹਾਂ ਦਾ ਉੱਥੇ ਇੱਕ ਪਲੱਸ ਵਾਲਾ ਸਾਈਨ ਬੁਲਾ ਲੈਣਾ। ਇਹ ਵੈਸਟ ਹੈ, ਈਸਟ, ਉੱਪਰ ਨਾਰਥ, ਸਾਊਥ, ਜਿਸ ਨੂੰ ਅਸੀਂ ਪੂਰਬ, ਪੱਛਮ, ਉੱਤਰ ਐਂਡ ਦੱਖਣ ਕਹਿ ਦਿੰਦੇ। ਹੁਣ ਸਿੰਪਲ ਦੇਖੋ, ਹਰਜੀਤ ਦੱਖਣ ਦਿਸ਼ਾ ਵਾਲੇ ਪਾਸੇ ਜਾ ਰਿਹਾ। ਤੁਸੀਂ ਕੀ ਕਰਨਾ, ਮੰਨ ਲਓ ਇੱਥੇ ਹਰਜੀਤ ਤੁਸੀਂ ਇੱਥੇ ਸਟੈਂਡ ਕਰਵਾਤਾ ਉਹਨੂੰ, ਠੀਕ ਹੈ ਜੀ। ਉਹ ਕੀ ਕਹਿ ਰਿਹਾ, ਦੱਖਣ ਦਿਸ਼ਾ ਵਾਲੇ ਪਾਸੇ ਜਾ ਰਿਹਾ, ਉਹਨੂੰ ਦੱਖਣ ਦਿਸ਼ਾ ਵਾਲੇ ਪਾਸੇ ਲੈ ਕੇ ਆਓ। ਤੇ ਉਹ ਸਾਊਥ ਵਾਲੇ ਪਾਸੇ ਆ ਗਿਆ, ਫਿਰ ਉਹ ਖੱਬੇ ਪਾਸੇ ਮੁੜ ਗਿਆ। ਯਾਨੀ ਇੱਥੋਂ ਤੁਸੀਂ ਦੇਖਣਾ, ਤੁਸੀਂ ਇੱਥੇ ਗਲਤੀ ਕੀ ਕਰਦੇ ਹੋ, ਤੁਸੀਂ ਸਾਹਮਣੇ ਇੱਥੋਂ ਬੈਠੇ ਹੋ ਤਾਂ ਤੁਸੀਂ ਉਹਨੂੰ ਖੱਬੇ ਪਾਸੇ ਸਾਈਡ ਮੋੜ ਦੇਣਾ, ਜਦ ਕਿ ਉਹ ਤੁਹਾਡਾ ਖੱਬਾ ਹੈ। ਪਰ ਹਰਜੀਤ ਦਾ ਖੱਬਾ ਕੀ ਆ ਰਿਹਾ, ਜੇ ਤੁਸੀਂ ਉਸ ਤਰੀਕੇ ਨਾਲ ਦੇਖੋਗੇ ਤਾਂ ਫਿਰ ਉਸਦਾ ਖੱਬਾ ਕੀ ਬਣੇਗਾ, ਇਹ ਸਾਈਡ ਵਾਲਾ, ਰਾਈਟ ਸਾਈਡ ਉਹਦਾ ਖੱਬਾ ਬਣ ਜਾਏਗਾ। ਠੀਕ ਹੈ ਜੀ। ਉਹ ਇੱਧਰ ਨੂੰ ਮੁੜ ਗਿਆ, ਉਹ ਖੱਬੇ ਵਾਲੇ ਪਾਸੇ ਮੁੜ ਗਿਆ। ਖੱਬੇ ਪਾਸੇ ਮੁੜਨ ਤੋਂ ਬਾਅਦ ਉਹ ਫਿਰ ਖੱਬੇ ਪਾਸੇ ਮੁੜ ਗਿਆ, ਯਾਨੀ ਆਪਣੇ ਇਸ ਪੁਆਇੰਟ ਤੋਂ ਉਹ ਫਿਰ ਖੱਬੇ ਪਾਸੇ। ਨੈਕਸਟ ਕਹਿ ਰਿਹਾ ਦੇਖੋ, ਅੰਤ ਉਹ ਸੱਜੇ ਪਾਸੇ ਮੁੜ ਗਿਆ, ਯਾਨੀ ਰਾਈਟ ਮੁੜ ਗਿਆ ਫਿਰ ਉਹ, ਯਾਨੀ ਆਪਣੇ ਇਸ ਪੁਆਇੰਟ ਤੋਂ ਫਿਰ ਉਹ ਰਾਈਟ ਚਲੇ ਗਿਆ। ਠੀਕ ਹੈ ਜੀ। ਹੁਣ ਉਹ ਕਹਿੰਦਾ ਹਰਜੀਤ ਕਿਸ ਦਿਸ਼ਾ ਵਿੱਚ ਹੈ, ਯਾਨੀ ਕਿਸ ਦਿਸ਼ਾ ਵਿੱਚ ਜਾ ਰਿਹਾ। ਦੇਖੋ ਇਹ ਕਿਹੜੀ ਡਾਇਰੈਕਸ਼ਨ ਹੈ ਵਾਲੀ, ਈਸਟ ਵਾਲੀ। ਤਾਂ ਆਨਸਰ ਹੋ ਜਾਏਗਾ ਸਾਡੇ ਕੋਲ ਪੂਰਬ, ਯਾਨੀ ਈਸਟ। 67 ਨੰਬਰ ਦਾ ਦੇਖੋ, ਪ੍ਰਦੀਪ ਆਪਣੇ ਦਫ਼ਤਰ ਤੋਂ 17 ਮੀਟਰ ਪੱਛਮ ਵੱਲ ਚੱਲਿਆ, ਫਿਰ ਉਹ ਖੱਬੇ ਪਾਸੇ ਮੁੜ ਕੇ 14 ਮੀਟਰ ਚੱਲਿਆ, ਫਿਰ ਉਹ 27 ਮੀਟਰ ਪੂਰਬ ਵੱਲ ਚੱਲਿਆ, ਫਿਰ ਉਸਨੇ ਖੱਬੇ ਪਾਸੇ ਵੱਲ ਮੁੜ ਕੇ 14 ਮੀਟਰ ਦੂਰੀ ਤੈਅ ਕੀਤੀ। ਹੁਣ ਉਹ ਆਰੰਭਿਕ ਬਿੰਦੂ ਤੋਂ ਕਿੰਨੀ ਦੂਰੀ ਤੇ ਹੈ। ਦੇਖੋ ਉਹੀ ਫਿਰ ਸਿੰਪਲ ਕੁਐਸਚਨ ਆ ਗਿਆ ਤੁਹਾਡੇ ਕੋਲ। ਹੁਣ ਇੱਥੇ ਡਾਇਰੈਕਸ਼ਨ ਤੁਹਾਨੂੰ ਪਹਿਲਾਂ ਪਤਾ ਹੋਣੀ ਚਾਹੀਦੀ ਆ, ਜਿਸ ਨੂੰ ਤੁਹਾਨੂੰ ਪਹਿਲਾਂ ਦੱਸਿਆ ਸੀਗਾ। ਤੁਸੀਂ ਕੀ ਕਰਨਾ, ਇੱਥੇ ਆਪਣੇ ਵੱਲੋਂ ਇੱਕ ਪੁਆਇੰਟ ਲਗਾ ਦੇਣਾ ਆਪਣੇ ਦਫ਼ਤਰ ਤੋਂ। ਹੁਣ ਦੱਸਿਆ ਕਹਿ ਰਿਹਾ ਸਟਾਰਟਿੰਗ ਦੇ ਵਿੱਚ, ਪ੍ਰਦੀਪ ਆਪਣੇ ਦਫ਼ਤਰ ਤੋਂ 17 ਮੀਟਰ ਪੱਛਮ ਵੱਲ ਚੱਲਿਆ। ਤੁਸੀਂ ਮੰਨ ਲਓ ਇਹ ਉਹਦਾ ਦਫ਼ਤਰ ਹੈ, ਇਹ ਪੁਆਇੰਟ ਉਹਦਾ ਦਫ਼ਤਰ ਮੰਨ ਲਓ। ਇੱਥੋਂ ਪੱਛਮ ਵੱਲ ਚੱਲਿਆ ਮੀਨਸ ਵੈਸਟ ਵੱਲ ਚੱਲਿਆ। ਵੈਸਟ ਕਿਹੜੀ ਸਾਈਡ ਹੈ, ਸਾਨੂੰ ਪਤਾ ਇਸ ਸਾਈਡ ਹੈ। ਫਿਰ ਉਹ ਖੱਬੇ ਪਾਸੇ ਮੁੜ ਕੇ 14 ਮੀਟਰ ਚੱਲਿਆ। ਹੁਣ ਇੱਥੇ ਉਸਦਾ ਖੱਬਾ ਪਾਸਾ ਕਿਹੜਾ ਹੋਇਆ ਜੀ, ਆਹ ਵਾਲਾ। ਠੀਕ ਹੈ ਜੀ। ਇੱਥੋਂ ਉਹ 14 ਮੀਟਰ ਚੱਲਿਆ, ਯਾਨੀ ਪਹਿਲਾਂ ਇੱਥੇ ਤੁਸੀਂ ਲਿਖ ਲੈਣੀ ਹੈ 17, ਫਿਰ ਇਹ ਆ ਗਿਆ ਮੰਨ ਲਓ 14, ਫਿਰ ਉਹ 27 ਮੀਟਰ ਪੂਰਬ ਵੱਲ ਚੱਲਿਆ। ਹੁਣ ਇੱਥੋਂ ਉਹ ਕਿੱਥੇ ਗਿਆ, ਪੂਰਬ ਵੱਲ, ਯਾਨੀ ਈਸਟ ਵੱਲ। ਇਹ ਮੰਨ ਲਓ ਤੁਸੀਂ ਇੱਥੋਂ ਜਿਸ ਤਰੀਕੇ ਨਾਲ ਤੁਹਾਨੂੰ ਉਹ ਗਿਣਤੀ ਕਹੇਗਾ 27, 17, 14, ਤੁਸੀਂ ਲਾਈਨ ਦੀ ਥੋੜੀ ਵੀ ਉਸ ਤਰੀਕੇ ਨਾਲ ਹੀ ਵਧਾਈ ਜਾਣੀ ਆ। ਹੁਣ 27 ਗਿਆ ਤਾਂ ਆਪਾਂ ਥੋੜਾ ਜਿਹਾ ਇਸਨੂੰ ਵੱਡਾ ਲੈ ਗਏ 17। ਉਸ ਤੋਂ ਬਾਅਦ ਕੀ ਕੀਤਾ, ਫਿਰ ਉਸਨੇ ਖੱਬੇ ਪਾਸੇ ਵੱਲ ਮੁੜ ਕੇ 14 ਮੀਟਰ ਦੀ ਦੂਰੀ ਤੈਅ ਕੀਤੀ। ਹੁਣ ਆਪਣੇ ਇਸ ਪੁਆਇੰਟ ਤੋਂ ਫਿਰ ਖੱਬੇ ਪਾਸੇ ਮੁੜ ਗਿਆ, ਇੱਥੋਂ ਕਿੰਨਾ ਗਿਆ 14। ਦੇਖੋ ਇਹ ਵੀ 14 ਸੀਗਾ ਔਰ ਇਸ ਸਾਈਡ ਵੀ ਉਹ 14 ਆ ਗਿਆ। ਹੁਣ ਕੁਐਸਚਨ ਕੀ ਪੁੱਛ ਰਿਹਾ, ਆਰੰਭਿਕ ਬਿੰਦੂ ਤੋਂ, ਯਾਨੀ ਇਹ ਪੁਆਇੰਟ ਉਹਦਾ ਸਟਾਰਟਿੰਗ ਜਿਹੜਾ ਸੀ ਦਫ਼ਤਰ ਮੰਨਿਆ ਸੀ, ਇੱਥੋਂ ਇਹ ਪੁਆਇੰਟ ਜਿਹੜਾ ਕਿੰਨੀ ਦੂਰ ਤੇ ਹੈ। ਹੁਣ ਦੇਖੋ ਸਿੰਪਲ ਹੈ ਜੀ, ਇਹ ਟੋਟਲ ਜਿਹੜੀ ਨੀਚੇ ਲਾਈਨ ਦੇਖੋ ਕਿੰਨੀ ਹੈ 27, ਔਰ ਇਹ ਕਿੰਨੀ ਸੀਗੀ ਉੱਪਰ, ਇੱਥੇ ਤੋਂ ਇਸ ਤੱਕ ਇਹ ਦੋਨੋਂ ਪੈਰਲਲ ਹੈ। ਇਸ ਕਰਕੇ ਕੀ ਹੋਇਆ, ਉੱਪਰ 17 ਹੈ ਔਰ 27 ਦੇ ਵਿੱਚੋਂ ਅਸੀਂ 17 ਮਾਈਨਸ ਕਰ ਦਾਂਗੇ ਤਾਂ ਆਨਸਰ ਕੀ ਬਚੇਗਾ ਸਾਡੇ ਕੋਲ 10। ਇਟ ਮੀਨਸ ਕੀ ਹੋਇਆ, ਜਿਹੜੀ ਆਹ ਵਾਲੀ ਲਾਈਨ ਹੈ ਸਾਡੇ ਕੋਲ ਇਹ 10 ਮੀਟਰ ਦੀ ਹੋਈ। ਤੇ ਆਨਸਰ ਆ ਜਾਏਗਾ ਆਪਸ਼ਨ ਨੰਬਰ 3, 10 ਮੀਟਰ। ਬਹੁਤ ਹੀ ਸਿੰਪਲ ਹੈ ਦੇਖੋ ਕੁਐਸਚਨ ਸਟੂਡੈਂਟ। ਇਹ ਬਸ ਥੋੜਾ ਜਿਹਾ ਤੁਸੀਂ ਉਸ ਡਾਇਰੈਕਸ਼ਨ ਨੂੰ ਸਮਝ ਕੇ ਉਸ ਤਰੀਕੇ ਨਾਲ, ਜਿਸ ਤਰ੍ਹਾਂ ਇਹ ਕਹਿ ਰਿਹਾ ਬਸ ਉਸ ਤਰੀਕੇ ਨਾਲ ਤੁਸੀਂ ਡਰਾ ਕਰਕੇ ਉਹਦਾ ਆਨਸਰ ਕੱਢ ਲਓਗੇ। ਨੈਕਸਟ ਦੇਖੋ ਕਹਿ ਰਿਹਾ ਉਹ 5 ਮਿੱਤਰ ਇੱਕ ਬੈਂਚ ਤੇ ਬੈਠੇ ਹਨ। ਦੇਖੋ ਮੰਨ ਲਓ ਵੀ ਇਹ ਇੱਕ ਬੈਂਚ ਹੈ, ਠੀਕ ਹੈ ਜੀ। ਹੁਣ ਅੱਗੇ ਕੀ ਕਹਿ ਰਿਹਾ, A B ਦੇ ਖੱਬੇ ਪਾਸੇ ਬੈਠਾ। ਮੰਨ ਲਓ A ਜਿਹੜਾ ਹੈਗਾ ਉਹ B ਦੇ ਖੱਬੇ ਪਾਸੇ ਬੈਠਾ ਹੈ, ਤਾਂ B ਕਿਹੜੀ ਸਾਈਡ ਹੋਇਆ, ਇਸ ਸਾਈਡ। ਹੁਣ B ਦੇ ਖੱਬੇ ਹੋ ਗਿਆ ਇਹ A, ਪਰ C ਦੇ ਸੱਜੇ ਪਾਸੇ ਹੈ। ਕੌਣ ਸੱਜੇ ਪਾਸੇ ਹੈ ਜੀ, A ਜਿਹੜਾ ਹੈਗਾ ਉਹ C ਦੇ ਸੱਜੇ ਪਾਸੇ ਹੈ। ਹੁਣ ਇੱਥੇ ਮੰਨ ਲਓ ਇਹ C ਹੈ, ਉਹ C ਦੇ ਆਟੋਮੈਟਿਕਲੀ ਕੀ ਹੋ ਗਿਆ, A ਜਿਹੜਾ ਉਹ ਸੱਜੇ ਪਾਸੇ ਹੋ ਗਿਆ। ਫਿਰ ਨੈਕਸਟ ਕੀ ਕਹਿ ਰਿਹਾ, ਦੇਖੋ D B ਦੇ ਸੱਜੇ ਪਾਸੇ ਹੈ। ਹੁਣ B ਦੇ ਸੱਜੇ ਪਾਸੇ ਕੀ ਹੈ, D, ਪਰ E ਦੇ ਖੱਬੇ ਪਾਸੇ ਹੈ। ਕੌਣ E ਦੇ ਖੱਬੇ ਪਾਸੇ ਹੈ, ਇਹ D ਦੀ ਹੀ ਗੱਲ ਕਰ ਰਿਹਾ। ਤੁਸੀਂ ਇਸੇ ਗੱਲ ਦਾ ਬਸ ਧਿਆਨ ਰੱਖੋ, E ਦੇ ਖੱਬੇ ਪਾਸੇ ਕੌਣ ਹੋ ਗਿਆ, D। ਠੀਕ ਹੈ ਜੀ। ਹੁਣ ਕੁਐਸਚਨ ਕੀ ਪੁੱਛ ਰਿਹਾ, ਦੋਵੇਂ ਪਾਸੇ ਕਿਨਾਰਿਆਂ ਤੋਂ ਕੌਣ-ਕੌਣ ਬੈਠੇ। ਹੁਣ ਇਹ ਕਿਨਾਰੇ ਤੇ ਔਰ ਐਂਡ ਇਸ ਕਿਨਾਰੇ ਤੇ ਕੌਣ-ਕੌਣ ਹੈ, C ਐਂਡ E। ਆਨਸਰ ਹੋ ਜਾਏਗਾ ਆਪਸ਼ਨ ਨੰਬਰ 4, C ਐਂਡ E। 69 ਨੰਬਰ ਤੇ ਦੇਖੋ, ਇੱਕ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਰਾਹੁਲ ਨੂੰ ਕਿਹਾ, ਉਸਦਾ ਪੁੱਤਰ ਮੇਰੇ ਪੁੱਤਰ ਦਾ ਅੰਕਲ ਹੈ,
ਤਾਂ ਉਸ ਆਦਮੀ ਦਾ ਰਾਹੂ ਨਾਲ ਕੀ ਰਿਸ਼ਤਾ ਹੈ? ਸਿੰਪਲ ਹੈ ਜੀ, ਪਿਤਾ ਹੋਏਗਾ ਯਾਨੀ ਫਾਦਰ ਹੋ ਜਾਏਗਾ। 70 ਨੰਬਰ ਤੇ ਹੈ ਸਿਮਰਨ ਯੁਵਰਾਜ ਦੀ ਭੈਣ ਹੈ, ਯੁਵਰਾਜ ਸੁਭਾਸ਼ ਦਾ ਪੁੱਤਰ ਹੈ, ਪੂਨਮ ਸੁਭਾਸ਼ ਦੀ ਪਤਨੀ ਹੈ, ਪੂਨਮ ਸਿਮਰਨ ਦੀ ਕੀ ਲੱਗਦੀ ਹੈ? ਆਨਸਰ ਹੋ ਜਾਏਗਾ ਜੀ ਇਸ ਦਾ ਮਾਤਾ ਮਦਰ। ਨੈਕਸਟ ਆਈ ਦੇਖੋ, ਨੀਚੇ ਜਿਹੜੀਆਂ ਤੁਹਾਨੂੰ ਫਿਗਰ ਦਿੱਤੀਆਂ ਹੋਈਆਂ ਅਕੋਰਡਿੰਗ ਟੂ ਦਾ ਗਿਵਨ ਪੈਟਰਨ ਬਾਈ ਸਿਲੈਕਟਿੰਗ ਫਰੋਮ ਦਾ ਗਿਵਨ ਅਲਟਰਨੇਟਿਵ। ਤੁਸੀਂ ਜਿਸ ਤਰੀਕੇ ਦਾ ਪੈਟਰਨ ਬਣਾ ਰਹੇ ਹੋ ਇੱਥੇ ਪਿਕਚਰ ਦੇ ਵਿੱਚ ਕਹਿੰਦੇ ਜਿਸ ਤਰੀਕੇ ਦਾ ਇਹ ਪਿਕਚਰ ਦੇ ਵਿੱਚ ਪੈਟਰਨ ਬਣਿਆ ਹੋਇਆ ਤੁਸੀਂ ਉਸ ਤਰੀਕੇ ਦਾ ਹੀ ਪੈਟਰਨ ਜਿਹੜਾ ਇੱਥੋਂ ਲੱਭਣਾ। ਤਾਂ ਦੇਖੋ ਇੱਥੇ ਕੁਐਸਚਨ ਮਾਰਕ ਪਾਇਆ ਹੋਇਆ ਸਾਡੇ ਕੋਲ, ਔਰ ਤੁਸੀਂ ਪੈਟਰਨ ਦੇਖੋ ਕਿਸ ਤਰ੍ਹਾਂ ਬਣ ਰਿਹਾ। ਇਹ ਲਾਈਨ ਹੈ ਯਾਨੀ ਇੱਥੇ ਵੀ ਇੱਕ ਲਾਈਨ ਆਏਗੀ, ਠੀਕ ਹੈ ਜੀ। ਫਿਰ ਇੱਥੇ ਇੱਕ ਡਰਾ ਹੋਏਗਾ, ਇੱਥੇ ਡਰਾ ਹੋਏਗਾ। ਇਸ ਦੇ ਨਾਲ ਦੀ ਪਿਕਚਰ ਕਿਸ ਤਰ੍ਹਾਂ ਹੈ? ਆਪਸ਼ਨ ਨੰਬਰ 4। 72 ਨੰਬਰ ਤੇ ਦੇਖੋ ਇਹ ਜਿਹੜਾ ਬਾਕਸ ਦਾ ਖਾਲੀ ਦਿੱਤਾ ਹੋਇਆ ਸਾਡੇ ਕੋਲ। ਦੇਖੋ ਸਟੂਡੈਂਟ ਜਿਸ ਤਰੀਕੇ ਦੀ ਪਿਕਚਰ ਹੈ ਉਸੇ ਤਰੀਕੇ ਤੁਸੀਂ ਫਾਈਂਡ ਆਊਟ ਕਰਨੀ ਆ। ਤੁਸੀਂ ਇਹ ਬਿਲਕੁਲ ਬਰੀਕੀ ਗੱਲਾਂ ਦਾ ਵੀ ਧਿਆਨ ਰੱਖਣਾ। ਜਿਵੇਂ ਦੇਖੋ ਇਸ ਦੇ ਪਿਕਚਰ ਦੇ ਵਿੱਚ ਲਾਈਨ ਲੱਗੀ ਆ, ਉਹ ਲਾਈਨ ਵੀ ਲੱਗੀ ਹੋਣੀ ਚਾਹੀਦੀ ਆ। ਹੁਣ ਤੁਸੀਂ ਦੇਖੋ ਕਈ ਸਟੂਡੈਂਟ ਜਿਹੜੇ ਨੇ ਇਸ ਨੂੰ ਪਿਕਚਰ ਨੂੰ ਕਾਲੀ ਨਾਲ ਟਿਕ ਕਰ ਦੇਣਗੇ ਪਰ ਇਹਦੇ ਨੀਚੇ ਲਾਈਨ ਨਹੀਂ ਹੈਗੀ, ਠੀਕ ਹੈ ਜੀ। ਜੇ ਲਾਈਨ ਵਾਲੀ ਦੇਖ ਲੈਣਗੇ ਉਹ ਕਈ ਵਾਰੀ ਇਹ ਵੀ ਦੇਖ ਸਕਦੇ ਨੇ 4th ਨੰਬਰ ਤੇ ਪਈ ਹੈ ਇੱਕ ਲਾਈਨ ਵਾਲੀ, ਪਰ ਇਹ ਪਿਕਚਰ ਕੀ ਆ ਦੇਖੋ ਓਰੀਜਨਲ ਪਿਕਚਰ ਦੇ ਨਾਲੋਂ ਇਹ ਛੋਟੀ ਹੈ, ਠੀਕ ਹੈ ਨਾ ਜੀ। ਹੁਣ ਇਹਦੇ ਇਸ ਦੇ ਨਾਲ ਦੀ ਬਿਲਕੁਲ ਹੂਬਹੂ ਪਿਕਚਰ ਕਿਹੜੀ ਆ ਦੇਖੋ, ਇਹ 3rd ਨੰਬਰ ਤੇ ਪਈ ਆ ਜਿਸ ਦੇ ਲਾਈਨ ਵੀ ਲੱਗੀ ਹੋਈ ਆ ਔਰ ਸਾਈਜ਼ ਵੀ ਇਸਦਾ ਸੇਮ ਹੈ। ਸੋ ਆਨਸਰ ਕੀ ਹੋਇਆ ਸਾਡੇ ਕੋਲ? ਆਪਸ਼ਨ ਨੰਬਰ 3। ਦੇਖੋ ਸਟੂਡੈਂਟ ਤੁਸੀਂ ਥੋੜਾ ਜਿਹਾ ਇਸ ਨੂੰ ਟਾਈਮ ਲਗਾ ਕੇ ਜੇ ਉੱਥੇ ਕੁਐਸਚਨ ਕਰੋਗੇ ਤਾਂ ਕਾਫੀ ਕੁਐਸਚਨ ਜਿਹੜੇ ਤੁਹਾਡੇ ਉਹ ਠੀਕ ਜਾਣ। ਦੇਖੋ ਇਸ ਦੇ ਵਿੱਚ ਉੱਪਰ ਦੋ ਪਿਕਚਰ ਬਣੀਆਂ ਹੋਈਆਂ, ਇੱਕ ਦਾ ਫੇਸ ਰਾਈਟ ਸਾਈਡ ਦਾ, ਇੱਕ ਦਾ ਫੇਸ ਲੈਫਟ ਸਾਈਡ ਹੈ। ਹੁਣ ਇਸ ਦਾ ਫੇਸ ਰਾਈਟ ਸਾਈਡ ਹੈ ਔਰ ਜਿਹੜੀ ਪਿਕਚਰ ਆਏਗੀ ਉਸ ਦਾ ਫੇਸ ਕਿਹੜੀ ਹੋਏਗਾ? ਲੈਫਟ ਸਾਈਡ ਦਾ। ਤਾਂ ਇਹਦੇ ਵੀ ਪਿਕਚਰ 'ਚ ਦੇਖੋ ਕਿਹੜਾ ਫੇਸ ਲੈਫਟ ਸਾਈਡ ਹੈ? 2nd ਨੰਬਰ ਤੇ, ਆਪਸ਼ਨ ਨੰਬਰ 2। 74 ਨੰਬਰ ਤੇ ਹੁਣ ਇਸ ਤਰੀਕੇ ਦੀ ਪਿਕਚਰ ਕਿੱਥੇ ਆ ਦੇਖੋ? ਆਪਸ਼ਨ ਨੰਬਰ 1 ਦੇ ਵਿੱਚ। ਨੈਕਸਟ ਕੁਐਸਚਨ ਆ ਸਾਡੇ ਕੋਲ, ਪ੍ਰਸ਼ਨ ਨੰਬਰ 3 ਦੇ ਸਥਾਨ ਤੇ ਕਿਹੜਾ ਚਿੱਤਰ ਆਵੇਗਾ? ਆਪਾਂ ਫਿਗਰ ਦੇਖਣੀ ਆ ਦੇ ਵਿੱਚੋਂ ਤੇ ਕੁਐਸਚਨ ਨੰਬਰ ਦੇਖੋ ਇਸ ਫਿਗਰ ਦਿੱਤਾ ਹੈ, ਇੱਥੇ ਕਿਹੜਾ ਪਿਕਚਰ ਆਏਗੀ? ਤੁਸੀਂ ਦੇਖਣਾ ਪਹਿਲੀਆਂ ਜਿਹੜੀਆਂ ਦੋ ਪਿਕਚਰਾਂ ਇਸ ਤਰੀਕੇ ਨਾਲ ਚੱਲ ਰਹੀਆਂ। ਦੇਖੋ ਪਹਿਲੀ ਦੇ ਵਿੱਚ ਇੱਕ ਬਲੈਕ ਹੈ ਔਰ ਇੱਕ ਵਾਈਟ ਪੁਆਇੰਟ ਹੈ। ਇਹਦੇ ਵਿੱਚ ਫਿਰ ਦੋ ਵਾਈਟ ਹੋ ਗਏ, ਇੱਕ ਬਲੈਕ ਹੋ ਗਿਆ। ਹੁਣ ਨੈਕਸਟ ਕੀ ਹੋਏਗਾ ਤੁਹਾਡੇ ਕੋਲ? ਤਿੰਨ ਜਿਹੜੇ ਨੇ ਉਹ ਇਸ ਤਰੀਕੇ ਦੇ ਡਰਾ ਹੋ ਜਾਣਗੇ, ਵਾਈਟ ਐਂਡ ਇੱਕ ਹੋ ਜਾਏਗਾ ਬਲੈਕ। ਯਾਨੀ ਇਸ ਦੇ ਨਾਲ ਦੀ ਪਿਕਚਰ ਕਿਹੜੀ ਹੈ ਤੁਹਾਡੇ ਕੋਲ? ਆਪਸ਼ਨ ਨੰਬਰ 4। 76 ਨੰਬਰ ਤੇ ਦੇਖੋ ਪਿਕਚਰ, ਦੇਖੋ ਪਹਿਲਾਂ ਇੱਥੇ ਸਿੰਗਲ ਹੈ, ਫਿਰ ਉਸ ਤੋਂ ਬਾਅਦ ਡਬਲ ਹੋ ਗਏ, ਫਿਰ ਟ੍ਰਿਪਲ ਹੋ ਗਏ, ਫਿਰ ਸਿੰਪਲ। ਆਬਵੀਅਸਲੀ ਅੱਗੇ ਜਾ ਕੇ ਕੀ ਹੋ ਜਾਏਗਾ? 4 ਟਾਈਮ ਇਸ ਤਰੀਕੇ ਦੀ ਬਾਕਸ ਜਿਹੜੇ ਨੇ ਉਹ ਬਣ ਜਾਣਗੇ। ਆਪਸ਼ਨ ਨੰਬਰ ਕੀ ਹੋ ਜਾਏਗਾ ਸਾਡੇ ਕੋਲ? 1। ਨੈਕਸਟ ਹੈ 77 ਤੇ ਦੇਖੋ ਪਹਿਲਾਂ ਇੱਥੇ ਦੋ ਸਟੈਪ ਬਣੇ ਨੇ, ਫਿਰ ਦੋ ਸਟੈਪ ਦੇ ਉੱਪਰ ਇੱਕ ਬੋਲ ਟਾਈਪ ਰੱਖਿਆ ਹੋਇਆ, ਫਿਰ ਬੋਲ ਦੇ ਉੱਪਰ ਇੱਕ ਸਟੈਪ ਬਣਾ ਦਿੱਤਾ। ਤਾਂ ਇਸ ਤਰੀਕੇ ਨਾਲ ਨੈਕਸਟ ਸਾਡੇ ਕੋਲ ਪਿਕਚਰ ਕੀ ਬਣੇਗੀ ਫਿਰ? 2nd ਨੰਬਰ ਤੇ, ਯਾਨੀ ਇੱਕ ਜਿਹੜਾ ਬੋਲ ਜਿਹੜਾ ਹੋਰ ਉੱਪਰ ਆਏਗਾ। ਆਪਸ਼ਨ ਨੰਬਰ 2। 78 ਨੰਬਰ ਤੇ ਦੇਖੋ ਕੁਐਸਚਨ ਕੀ ਆ 78 79 ਤੇ ਕਹਿੰਦੇ ਮਿਰਰ ਇਮੇਜ ਆਫ ਫਿਗਰ। ਕਹਿੰਦੇ ਹੁਣ ਤੁਸੀਂ ਇਸ ਫਿਗਰ ਨੂੰ ਇਸ ਤਰੀਕੇ ਨਾਲ ਦੇਖਣਾ ਵੀ ਤੁਸੀਂ ਇਸ ਨੂੰ ਮਿਰਰ ਦੇ ਵਿੱਚ ਦੇਖ ਰਹੇ ਹੋ। ਤਾਂ ਜਦੋਂ ਮਿਰਰ 'ਚ ਦੇਖਦੇ ਆ ਆਪਾਂ ਜਿਹੜੀ ਉਹਦੀ ਡਾਇਰੈਕਸ਼ਨ ਆ ਉਹ ਚੇਂਜ ਹੋ ਜਾਂਦੀ ਆ। ਮੰਨ ਲਓ ਇਹ ਲੈਫਟ ਸਾਈਡ ਇਸ ਦਾ ਫੇਸ ਹੈ ਤਾਂ ਉਸ ਦਾ ਫੇਸ ਕੀ ਹੋ ਜਾਏਗਾ? ਰਾਈਟ ਸਾਈਡ ਹੋ ਜਾਏਗਾ। ਆਨਸਰ ਕੀ ਹੋ ਜਾਏਗਾ ਇਸ ਦਾ? ਆਪਸ਼ਨ ਨੰਬਰ 3। ਇਸੇ ਤਰੀਕੇ ਨਾਲ 79 ਦੇ ਵਿੱਚ ਦੇਖੋ ਆਹ ਡਾਇਰੈਕਸ਼ਨ ਦੇਖੋ ਨੀਚੇ ਇਸ ਸਾਈਡ ਹੈ ਤੇ ਡਾਇਰੈਕਸ਼ਨ ਦੂਜੀ ਸਾਈਡ ਹੋ ਜਾਏਗੀ। ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ? ਆਪਸ਼ਨ ਨੰਬਰ 4। ਨੈਕਸਟ ਆਈ ਸਾਡੇ ਕੋਲ 80 ਔਰ 81। ਹੇਠ ਦਿੱਤੇ ਹਰੇਕ ਪ੍ਰਸ਼ਨ ਲਈ ਪਾਣੀ ਦੇ ਠੀਕ ਪ੍ਰਤੀਬਿੰਬੀ ਦਿੱਤੇ ਵਿਕਲਪਾਂ ਵਿੱਚੋਂ ਚੋਣ ਕਰੋ। ਤੁਸੀਂ ਇਸ ਤਰੀਕੇ ਨਾਲ ਦੇਖਣਾ ਜਿਵੇਂ ਇਹ ਪਾਣੀ ਦੇ ਵਿੱਚ ਦੇਖ ਰਹੇ ਹੋਏ ਆ ਇਸ ਨੂੰ। ਤਾਂ ਦੇਖੋ ਇਸ ਨੂੰ ਜਦੋਂ ਅਸੀਂ ਵਾਟਰ ਦੇ ਵਿੱਚ ਦੇਖਦੇ ਹਾਂ ਤਾਂ ਉਹ ਕੁਝ ਇਸ ਤਰੀਕੇ ਦੀ ਚੇਂਜ ਹੋ ਜਾਂਦੀ ਹੈ ਜਿਵੇਂ ਆਪਸ਼ਨ ਨੰਬਰ 1 ਦੇ ਵਿੱਚ ਦਿਖਾ ਰਹੇ ਹਾਂ। ਤਾਂ ਇਸ ਦਾ ਆਨਸਰ ਕੀ ਹੋ ਜਾਏਗਾ? ਆਪਸ਼ਨ ਨੰਬਰ 1। 81 ਨੰਬਰ ਤੇ ਇਸ ਦਾ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ 4। ਨੈਕਸਟ ਹੈ ਜੀ ਨੈਕਸਟ ਦੋ ਕੁਐਸਚਨ 82 ਐਂਡ 84। ਹੇਠ ਦਿੱਤੇ ਪ੍ਰਸ਼ਨਾਂ ਵਿੱਚ A, B, C ਅਤੇ D ਸਮੱਸਿਆ ਚਿੱਤਰ ਹਨ। 1 2 3 ਅਤੇ 4 ਉੱਤਰ ਚਿੱਤਰ ਹਨ। ਕਹਿੰਦੇ ਇਹ ਤੁਹਾਡੇ ਕੋਲ ਕੁਐਸਚਨ ਹੈ, ਇਹ ਤੁਹਾਡੇ ਕੋਲ ਨੀਚੇ 1 2 3 4 ਆਨਸਰ ਦਿੱਤੇ ਹੋਏ ਨੇ। A ਐਂਡ B ਦੇ ਵਿੱਚ ਕੋਈ ਸੰਬੰਧ ਹੈ, ਕਹਿੰਦੇ A ਔਰ B ਦੇ ਵਿੱਚ ਤੁਹਾਨੂੰ ਕੋਈ ਰਿਲੇਸ਼ਨ ਦਿਖਾਇਆ ਹੋਇਆ, ਉਸੇ ਤਰ੍ਹਾਂ ਦਾ ਸੰਬੰਧ C ਤੇ D 'ਚ ਸਥਾਪਿਤ ਕਰਨ ਲਈ ਸਹੀ ਚਿੱਤਰ ਤੁਸੀਂ ਚੂਜ਼ ਕਰਨਾ ਹੈ। ਇਸੇ ਤਰੀਕੇ ਨਾਲ ਕਹਿੰਦੇ C ਤੇ D ਦੇ ਵਿੱਚ ਤੁਸੀਂ ਇੱਕ ਸਹੀ ਜਿਹੜਾ ਰਿਲੇਸ਼ਨਸ਼ਿਪ ਆ ਉਹ ਤੁਸੀਂ ਦੇਖਣਾ ਹੈ ਕਿ ਕੀ ਰਿਲੇਸ਼ਨ ਬਣਦਾ। ਕਹਿਣ ਦਾ ਮਤਲਬ ਕੀ ਹੈ ਕਿ ਜਿਸ ਤਰੀਕੇ ਦੀ ਦੇਖੋ ਇਹ ਫਿਗਰ ਇੱਥੇ ਦਿਖਾਈ ਆ, ਮੰਨ ਲਓ ਇੱਥੇ ਟ੍ਰਾਇੰਗਲ ਉੱਪਰ ਹੈ, ਟ੍ਰਾਇੰਗਲ ਇੱਥੇ ਦੂਜੀ ਸਾਈਡ ਵੀ ਉੱਪਰ ਹੈ, ਪਰ ਇੱਥੇ ਕੀ ਚੇਂਜ ਕੀ ਹੋਇਆ? ਜਿਹੜਾ ਇਹ ਬਲੈਕ ਪੁਆਇੰਟ ਹੈ ਇਹ ਦੂਜੀ ਪਿਕਚਰ ਦੇ ਵਿੱਚ ਇੱਥੇ ਨੀਚੇ ਚਲੇ। ਹੁਣ ਇਸੇ ਤਰੀਕੇ ਨਾਲ ਦੇਖੋ ਜੇ ਇੱਥੇ ਉੱਪਰ ਬਲੈਕ ਪੁਆਇੰਟ ਹੈ ਤੇ ਜਿਹੜੀ ਨੈਕਸਟ ਫਿਗਰ ਹੋਏਗੀ ਇੱਥੇ ਉਹ ਇੱਥੇ ਜਿਹੜਾ ਟ੍ਰਾਇੰਗਲ ਬਣਿਆ ਹੋਏਗਾ ਉਸ ਦੇ ਵਿੱਚ ਬਲੈਕ ਪੁਆਇੰਟ ਇਸ ਤਰੀਕੇ ਦਾ। ਤਾਂ ਇਹਦਾ ਆਨਸਰ ਕੀ ਹੋਇਆ ਜੀ? ਆਪਸ਼ਨ ਨੰਬਰ 4, ਜਿੱਥੇ ਬਲੈਕ ਪੁਆਇੰਟ ਦੇਖੋ ਇੱਥੇ ਨਿਕਲਿਆ ਤੁਹਾਨੂੰ। ਨੈਕਸਟ ਹੈ ਜੀ 83 ਦੇ ਵਿੱਚ ਦੇਖੋ ਫਸਟ ਪਿਕਚਰ ਦੇ ਵਿੱਚ ਤੁਹਾਨੂੰ ਇਸ ਤਰੀਕੇ ਦਾ ਬਾਕਸ ਦਿਖਾਇਆ, ਦੂਜੇ ਦੇ ਵਿੱਚ ਇਸ ਤਰੀਕੇ ਦਾ ਬਣ ਗਿਆ। ਹੁਣ ਕਹਿੰਦਾ ਇਹ ਜਿਹੜੀ ਪਿਕਚਰ ਹੈ D ਦੇ ਵਿੱਚ ਜਾ ਕੇ ਕਿਵੇਂ ਬਣੇਗੀ? ਤਾਂ ਇਸ ਤਰੀਕੇ ਦਾ ਆਨਸਰ ਬਣ ਜਾਏਗਾ। ਦੇਖੋ ਇਹਦੇ ਵਿੱਚ ਇੱਕ ਜਦੋਂ B ਦੇ ਵਿੱਚ ਇੱਕ ਦੇਖੋ ਸੈਂਟਰ 'ਚ ਲਾਈਨ ਆ ਗਈ, ਤਾਂ ਇਹਦੇ ਵਿੱਚ ਵੀ ਅਸੀਂ ਕੀ ਕਰਾਂਗੇ? ਇੱਥੇ ਇੱਕ ਸੈਂਟਰ 'ਚ ਲਾਈਨ ਬਣਾਤੀ। ਆਪਸ਼ਨ ਨੰਬਰ 1। 84 ਨੰਬਰ ਤੇ ਕੁਐਸਚਨ ਹੈ, ਇਹਦੇ ਵਿੱਚ ਦੋ ਪਿਕਚਰਾਂ ਦੇਖ ਲਓ। ਦੇਖੋ ਇੱਥੇ ਦੋ ਲਾਈਨਸ ਵੱਜੀਆਂ ਹੋਈਆਂ, ਇੱਥੇ 4 ਹੋ ਗਈਆਂ। ਹੁਣ ਇੱਥੇ 2 ਆ ਔਰ ਵਿੱਚ ਰੈਕਟੈਂਗਲ ਦੀ ਸ਼ੇਪ ਆ, ਤਾਂ ਇੱਥੇ ਕੀ ਹੋ ਜਾਏਗਾ?
4 ਹੋ ਜਾਣਗੀਆਂ। ਆਨਸਰ ਕੀ ਬਣ ਗਿਆ ਦੇਖੋ 4 ਵਾਲਾ ਦਾ ਆਪਸ਼ਨ ਨੰਬਰ 3। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਇਹਦੇ ਕੀ ਕਰਨਾ ਸੀ ਕਿਊਬਸ ਦੀ ਕਾਊਂਟਿੰਗ ਕਰਨੀ ਆ। ਕਿਊਬਸ ਦੀ ਕਾਊਂਟਿੰਗ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਕੀ ਆ ਜਾਏਗਾ 30। ਜਦੋਂ ਤੁਸੀਂ ਗਿਣੋਗੇ ਸਾਰੀਆਂ ਤੇ ਫਿਰ ਕਿੰਨੇ ਆਏਗੇ 30 ਆਉਣਗੀਆਂ। ਨੈਕਸਟ ਤੁਸੀਂ ਇੱਥੇ ਕਿਊਬਸ ਗਿਣਨੀ ਹੈ ਤਾਂ ਜਦੋਂ ਤੁਸੀਂ ਇਹ ਗਿਣੋਗੇ ਤਾਂ ਕਿੰਨੀਆਂ ਆਣਗੀਆਂ ਤੁਹਾਡੇ ਕੋਲ 15 ਆਣਗੀਆਂ ਜਦ ਤੁਸੀਂ ਇਸ ਨੂੰ ਗਿਣੋਗੇ। ਨੈਕਸਟ ਆਈ ਸਾਡੇ ਕੋਲ ਕਹਿੰਦੇ ਇੱਕ ਪਿਕਚਰ ਦਿੱਤੀ ਹੋਈ ਆ ਇੱਕ ਦੇ ਅਨੁਸਾਰ ਤੇ ਦੂਜੀ ਪਿਕਚਰ ਦੇ ਵਿੱਚ ਕੀ ਕੀਤਾ ਉਸ ਨੂੰ ਮੋੜਿਆ ਗਿਆ ਤੇ ਥਰਡ ਦੇ ਵਿੱਚ ਇਸ ਨੂੰ ਫਿਰ ਕੱਟ ਦਿੱਤਾ ਤੇ ਕੱਟੇ ਹੋਏ ਚਿੱਤਰ ਨੂੰ ਖੋਲਣ ਤੋਂ ਬਾਅਦ ਉਹ ਕਿਸ ਤਰ੍ਹਾਂ ਦਾ ਨਜ਼ਰ ਆਏਗਾ ਤਾਂ ਉਸ ਨੂੰ ਤੁਸੀਂ ਧਿਆਨ ਰੱਖਣਾ ਹੈ। ਇਹ ਥੋੜਾ ਜਿਹਾ ਤੁਸੀਂ ਇਸ ਨੂੰ ਟੈਕਨੀਕਲੀ ਮਾਈਂਡ ਦੇ ਵਿੱਚ ਇਸ ਨੂੰ ਘੁਮਾ ਕੇ ਤੁਸੀਂ ਦੇਖ ਸਕਦੇ ਹੋ। 87 ਦਾ ਜਿਹੜਾ ਆਨਸਰ ਹੋ ਜਾਏਗਾ ਉਹ ਆਪਸ਼ਨ ਨੰਬਰ 2। 88 ਦਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ 1। 89 ਦਾ ਬਣ ਜਾਏਗਾ ਆਪਸ਼ਨ ਨੰਬਰ 3 ਐਂਡ 90 ਦਾ ਬਣ ਜਾਏਗਾ ਸਾਡੇ ਕੋਲ ਆਪਸ਼ਨ ਨੰਬਰ 3। ਸੋ ਇਹ ਸੀ ਜੀ ਮੈਂਟਲ ਅਬਿਲਿਟੀ ਦੇ ਕੁਐਸਚਨਸ। ਇਸ ਤਰੀਕੇ ਦੇ ਹੀ ਕੁਐਸਚਨ ਸਟੂਡੈਂਟ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ ਔਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਦੇਖ ਕੇ ਵਾਚ ਆਊਟ ਕਰ ਲੈਣਾ। ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।